सत श्री अकाल जी, स्वागत है तुहाडा साडे प्लेटफॉर्म मास्टर क्लासिस पटियाला ते। सो अज असीं अपनी पंजाब दा जिहड़ा आज़ादी तो बाद दा इतिहास सीगा उहदा दूसरा पार्ट लैके आ रहे हैं। स्क्रीन ते जो तुसीं देख रहे हो तुहानूं दिस रहा कि मान साहब अपने सहुं चुक समागम च खड़े ने। तां इह हुण पंजाब दे मुख मंत्री दे तौर ते जदों सहुं चक रहे ने ਤਾਂ ਅਸੀਂ ਆਪਣੇ ਲੈਕਚਰ ਨੂੰ ਇੱਥੋਂ ਤੱਕ ਲੈ ਕੇ ਆਉਣਾ ਹੈ ਕਿ ਇਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੌਣ ਪੰਜਾਬ ਦਾ ਮੁੱਖ ਮੰਤਰੀ ਸੀ, ਕੌਣ ਪੰਜਾਬ ਦਾ ਮੁੱਖ ਮੰਤਰੀ ਸੀ। ਉਸ ਤੋਂ ਵੀ ਪਹਿਲਾਂ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ 1966 ਤੋਂ ਲੈ ਕੇ 2022 ਤੱਕ ਜਿਸ ਦਿਨ ਅਸੀਂ ਅੱਜ ਇਹ ਲੈਕਚਰ ਰਿਕਾਰਡ ਕਰ ਰਹੇ ਹਾਂ, ठीक है, अज की तरीक तो तुहानूं समझ आई गई होगी क्योंकि ये फोटो अज दी आ, तो तरीक तुसीं उस हिसाब नाल देख लिओ कि ये लैक्चर की रिकॉर्डिंग कदों की होगी। तो कुल मिला के असीं ये समझांगे कि पंजाब च किहड़े-किहड़े राजनीतिक बदलाव 1966 तो लैके हुण तक आए। तुसीं अक्सर छोटियां गल्लां मैं तुहानूं दसदा जिहड़ियां कि तुसीं जिन्हां दे जिहड़े सवालां दे जवाब असीं इस वीडियो च लैण दी कोशिश करांगे। 2017 का तजर्बा देखो, अपने तजर्बे शेयर करन च कुछ नहीं जाता जे वो तुहाडी किसी सबजैक्ट प्रति समझ नूं होर विकसित कर देण। 2017 च असीं जदों प्रचार दे तौर एक किसी पोलीटिकल पार्टी के प्रचार के तौर पर पिंडां च घरों घर जा रहे सीगे 2014 च 17 च आम आदमी पार्टी का ही प्रचार कर रहे सी उदों, ठीक है, उदों नवीं वो पार्टी आई सी। ਤਾਂ ਸਾਡਾ ਇੱਕ ਸਵਾਲ ਸੀਗਾ ਕਿ ਤੁਸੀਂ ਇਸ ਪਾਰਟੀ ਨੂੰ ਮੌਕਾ ਦੇ ਕੇ ਦੇਖੋ, ਇਹ ਇੱਕ ਬਦਲਦੇ ਰੂਪ 'ਚ ਤੁਹਾਨੂੰ ਬਹੁਤ ਕੁਝ ਦਊਗੀ। ਤਾਂ ਲੋਕਾਂ ਦਾ ਇੱਕ ਬੜਾ ਸਿੰਪਲ ਜਿਹਾ ਸਵਾਲ ਸੀ, ਉਹ ਸਵਾਲ 'ਚ ਹੀ ਉਹਨਾਂ ਦਾ ਇੱਕ ਜਵਾਬ ਹੁੰਦਾ ਸੀ ਕਿ 1990 'ਚ ਵੀ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਦਿੱਤਾ ਸੀ, ਉਹਨਾਂ ਨੇ ਤਾਂ ਕੁਝ ਨਹੀਂ ਕਰਿਆ। ਤਾਂ ਅਸਲ 'ਚ ਸਾਡੇ ਇਹ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਕੁਝ ਨਹੀਂ ਕਰਿਆ, ਇਹ ਲੋਕਾਂ ਦੇ ਸਵਾਲ ਸੀਗੇ ਜਿਹੜੇ ਉਹ ਜਵਾਬ ਦੇ ਤੌਰ ਤੇ ਸਾਨੂੰ ਦਿੰਦੇ ਸੀ। ਤਾਂ ਅਸੀਂ ਆਪਣੀ ਉਸ ਛੋਟੀ ਜੀ ਸਮਝ 'ਚੋਂ ਇਹ ਪਤਾ ਕਰਨਾ ਸੀ ਕਿ 1990-99 ਦੀਆਂ ਉਹ ਚੋਣਾਂ ਕਿਹੜੀਆਂ ਸੀ, ਕਿਹਨੂੰ ਮੌਕਾ ਦਿੱਤਾ ਸੀ ਤੇ ਉਹਨਾਂ ਨੇ ਉਹ ਮੌਕੇ ਦਾ ਫਾਇਦਾ ਕਿਉਂ ਨਹੀਂ ਚੱਕਿਆ, ਜਾਂ ਇਹੋ ਜਿਹਾ ਕੀ ਹੋਇਆ ਸੀ ਉਸ ਸਮੇਂ। ਤਾਂ ਜਦੋਂ ਮੈਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਾਨੂੰ ਪੰਜਾਬ ਦੀ ਉਹ ਸਾਰੀ ਸਿਆਸਤ ਸਮਝ ਆਉਂਦੀ ਆ। ਜਦੋਂ ਕਹਿੰਦੇ ਆ ਕਿ ਬਰਨਾਲਾ ਸਰਕਾਰ ਆਈ, ਫਿਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਸਮਰਥਨ ਮਿਲਿਆ, ਫਿਰ ਉਸ ਤੋਂ ਬਾਅਦ ਪੰਜਾਬ 'ਚ ਇਲੈਕਸ਼ਨਸ ਦਾ ਬਾਈਕਾਟ ਹੋਇਆ, ਬੇਅੰਤ ਸਿੰਘ ਮੁੱਖ ਮੰਤਰੀ ਬਣੇ, ਉਹਨਾਂ ਦੀ ਅਸੈਸੀਨੇਸ਼ਨ ਹੋਈ, ਰਜਿੰਦਰ ਕੌਰ ਭੱਠਲ ਬਣੇ, ਬਾਦਲ ਸਾਹਿਬ ਆਏ, ਕੈਪਟਨ ਸਾਹਿਬ ਆਏ, ਫਿਰ ਉਸ ਤੋਂ ਬਾਅਦ ਫਿਰ ਬਾਦਲ ਸਾਹਿਬ 10 ਸਾਲ ਰਹੇ। ਤਾਂ ਇੱਕ ਬੜੀ ਲੰਮੀ ਸਿਆਸਤ। ਇੱਕ ਤਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਇਸ ਲੈਕਚਰ 'ਚ ਮਿਲਣਗੇ। ਇਹ ਲੈਕਚਰ ਜਿਹੜਾ ਹੈ ਆਪਣੇ ਆਪ 'ਚ ਇੱਕ ਪੇਪਰ ਦੀ ਤਿਆਰੀ ਦੇ ਨਾਲ ਪੰਜਾਬ ਦੀ ਰਾਜਨੀਤੀ ਪ੍ਰਤੀ ਸਾਡੀ ਸਮਝ ਵੀ ਪੈਦਾ ਕਰੂਗਾ। ਦੂਸਰੀ ਗੱਲ, ਤੁਸੀਂ ਹੁਣੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕਿੱਸਾ ਸੁਣਦੇ ਹੋਵੋਗੇ ਕਿ ਪੰਜਾਬ ਤੇ ਹਰਿਆਣੇ ਦੇ ਮੈਂਬਰਾਂ ਨੂੰ ਹਟਾ ਦਿੱਤਾ ਗਿਆ ਉਹਦੇ 'ਚੋਂ ਜਾਂ ਕੁਛ ਕਰਤਾ। ਆਖਰ ਇਹ ਸਾਰਾ ਕਿੱਸਾ ਕਿੱਥੋਂ ਜੁੜਿਆ ਹੋਇਆ ਹੈ, ਠੀਕ ਆ, 1984, 85, 86 ਨਾਲ ਇਹਦਾ ਕੀ ਸੰਬੰਧ ਆ, ਆਨੰਦਪੁਰ ਦਾ ਮਤਾ ਕੀ ਸੀਗਾ। ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਇਹ 1966 ਤੋਂ ਲੈ ਕੇ 2022 ਦੀ ਸਿਆਸਤ 'ਚ ਪਏ ਆ। ਸੋ ਜੇ ਤੁਸੀਂ ਅਗਲਾ ਘੰਟਾ ਸਵਾ ਘੰਟਾ ਇਸ ਲੈਕਚਰ ਨੂੰ ਡੈਡੀਕੇਟ ਕਰੋਗੇ ਤਾਂ ਮੈਂ ਇਹ ਵਾਅਦਾ ਕਰਦਾ ਤੁਹਾਡੇ ਨਾਲ ਕਿ ਤੁਸੀਂ ਪੰਜਾਬ ਪ੍ਰਤੀ ਤੁਹਾਡੀ ਜਿਹੜਾ ਨਜ਼ਰੀਆ ਪੰਜਾਬ ਦੇ ਇਤਿਹਾਸ ਪ੍ਰਤੀ ਉਹਦੇ 'ਚ ਕੁਛ ਨਾ ਕੁਛ ਵਾਧਾ ਜ਼ਰੂਰ ਹੋਊਗਾ। ਸੋ ਲੈਟਸ ਸਟਾਰਟ। ਅਸੀਂ ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ, ਠੀਕ ਹੈ ਜੀ। ਅਸੀਂ ਸ਼ੁਰੂ ਕਿੱਥੋਂ ਕਰਨਾ ਹੈ, ਸ਼ਾਇਦ ਅਸੀਂ ਉੱਥੋਂ ਹੀ ਸ਼ੁਰੂ ਕਰਾਂਗੇ ਜਿੱਥੋਂ ਅਸੀਂ ਪਿਛਲੇ ਲੈਕਚਰ ਨੂੰ ਖਤਮ ਕੀਤਾ ਸੀ ਕਿ 1966 'ਚ ਪੰਜਾਬ 3 ਭਾਗਾਂ 'ਚ ਵੰਡਿਆ ਗਿਆ। ਪੰਜਾਬ, ਹਰਿਆਣਾ ਤੇ ਇੱਕ ਹਿੱਸਾ ਪੰਜਾਬ ਦਾ ਤੋੜ ਕੇ ਹਿਮਾਚਲ ਨੂੰ ਦੇ ਦਿੱਤਾ। ਪੰਜਾਬ ਦੇ ਵਿੱਚ ਇਸ ਤੋਂ ਬਾਅਦ ਸਰਕਾਰ ਕਾਂਗਰਸ ਦੀ ਹੀ ਬਣੀ 1966 ਦੀ 1 ਨਵੰਬਰ ਨੂੰ, ਠੀਕ ਆ। ਗੁਰਮੁਖ ਸਿੰਘ ਮੁਸਾਫਰ ਮੁੱਖ ਮੰਤਰੀ ਬਣਦੇ ਆ ਤੇ 2-3 ਮਹੀਨੇ ਹੀ ਰਹਿ ਗਏ ਸੀ ਚੋਣਾਂ 'ਚ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ 5 ਸਾਲ ਬਾਅਦ ਹੀ ਚੋਣਾਂ ਹੋਣੀਆਂ ਸੀ। 2 ਮਹੀਨੇ ਸਰਕਾਰ ਚਲਾਉਣ ਤੋਂ ਬਾਅਦ 1967 ਦੀਆਂ ਚੋਣਾਂ ਆ ਗਈਆਂ। 1967 ਦੀਆਂ ਇਲੈਕਸ਼ਨਸ ਆਈਆਂ ਹੁਣ, ਕਿਉਂਕਿ 62 ਤੋਂ ਬਾਅਦ ਅਗਲੀਆਂ ਇਲੈਕਸ਼ਨਸ 67 'ਚ ਹੋਣੀਆਂ ਸੀ। 62 ਵੇਲੇ ਪੰਜਾਬ ਬਹੁਤ ਵੱਡਾ ਸੀ, ਪਰ 67 ਤੱਕ ਪਹੁੰਚਦੇ ਪੰਜਾਬ 117 ਹਲਕਿਆਂ ਦਾ ਪੰਜਾਬ ਬਣ ਕੇ ਰਹਿ ਗਿਆ। 117 ਹਲਕੇ ਸੀ ਪੰਜਾਬ ਦੇ ਪਹਿਲੀ ਵਾਰ 1967 ਦੀਆਂ ਚੋਣਾਂ 'ਚ।
ਇਸ ਵਾਰ ਪੰਜਾਬ ਨੂੰ ਵੰਡਾਉਣ ਵਾਲੀ ਅਕਾਲੀ ਦਲ ਨੇ ਇਸ ਤਰੀਕੇ ਨਾਲ ਪੰਜਾਬ ਦਾ ਹਿੱਸਾ ਲਿਆ ਕਿ ਉਹਦੇ 'ਚ 60% ਦੇ ਤਕਰੀਬਨ ਸਿੱਖ ਲੋਕ ਆ ਗਏ। ਮਤਲਬ ਸਾਫ਼ ਸੀ ਕਿ ਅਕਾਲੀ ਦਲ ਅੱਜ ਤੱਕ ਸੱਤਾ 'ਚ ਨਹੀਂ ਸੀ ਆਇਆ, ਬਟ ਹੁਣ ਅਕਾਲੀ ਦਲ ਦੀ ਸੱਤਾ ਦੇ ਦਰਵਾਜ਼ੇ ਖੁੱਲ੍ਹ ਗਏ, ਕਿਉਂਕਿ ਹੁਣ ਇਹ ਪੰਜਾਬ ਸਿੱਖ ਬਹੁ ਇਲਾਕਾ ਬਣ ਕੇ ਰਹਿ ਗਿਆ। ਤਾਂ ਓਬਵੀਅਸ ਜੀ ਗੱਲ ਆ, ਅਕਾਲੀ ਦਲ ਦਾ ਵੀ ਬੜਾ ਚੰਗਾ ਸਕੋਪ ਬਣ ਗਿਆ। 67 ਦੀਆਂ ਚੋਣਾਂ ਹੋਈਆਂ ਤੇ ਅਕਾਲੀ ਦਲ ਸੱਤਾ 'ਚ ਆ ਗਿਆ ਤੇ ਪੰਜਾਬ ਨੂੰ ਪਹਿਲਾ ਅਕਾਲੀ ਸੀਐਮ ਮਿਲਿਆ ਜਸਟਿਸ ਗੁਰਨਾਮ ਸਿੰਘ ਦੇ ਰੂਪ 'ਚ। ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ ਪੰਜਾਬੀਆਂ ਨੂੰ ਇੱਕ ਸੀਐਮ ਦੇ ਤੌਰ ਤੇ ਮਿਲਦੇ ਆ। ਤਾਂ ਹੁਣ ਇਹ ਸੀਗਾ ਕਿ ਪੇਪਰਾਂ 'ਚ ਆਉਣ ਵਾਲਾ ਸਵਾਲ ਵੀ ਇਹ ਆ ਕਿ ਪਹਿਲਾ ਅਕਾਲੀ ਮੁੱਖ ਮੰਤਰੀ ਕੌਣ ਸੀ। 1966 ਤੋਂ ਬਾਅਦ ਪਹਿਲਾ ਮੁੱਖ ਮੰਤਰੀ ਦਾ ਗੁਰਮੁਖ ਸਿੰਘ ਮੁਸਾਫਰ ਹੀ ਸੀ, 1 ਨਵੰਬਰ 1966 ਵਾਲਾ। ਪਰ ਚੋਣਾਂ ਤੋਂ ਬਾਅਦ ਪਹਿਲਾ ਅਕਾਲੀ ਮੁੱਖ ਮੰਤਰੀ, ਹੁਣ ਜੇ ਤੁਹਾਨੂੰ ਕੋਈ ਇਹ ਕਵੇ ਕਿ ਪੰਜਾਬ 'ਚ ਪਹਿਲਾ ਗੈਰ ਅਕਾਲੀ ਗੈਰ ਕਾਂਗਰਸੀ ਮੁੱਖ ਮੰਤਰੀ ਕੌਣ ਸੀ, ਉਹ ਤਾਂ ਤੁਸੀਂ ਪਿੱਛੇ ਫੋਟੋ 'ਚ ਦੇਖ ਹੀ ਲਿਆ, ਠੀਕ ਆ। ਤਾਂ ਪਰ ਪਹਿਲਾ ਗੈਰ ਕਾਂਗਰਸੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸੀ। ਗੁਰਨਾਮ ਸਿੰਘ ਅਕਾਲੀ ਸਰਕਾਰ 'ਚੋਂ ਜਿੱਤ ਕੇ ਆਏ ਸੀ, ਬਟ ਅਕਾਲੀ ਦਲ ਉਸ ਟਾਈਮ ਇੱਕ ਨਵੀਂ ਪਾਰਟੀ ਸੀ ਜਾਂ ਨਵਾਂ ਐਕਸਪੀਰੀਅੰਸ ਸੀਗਾ ਉਹਨਾਂ ਦਾ। ਅਕਾਲੀ ਦਲ ਦੇ ਅੰਦਰ ਬੜੇ ਧੜੇ ਸੀ, ਗੁਰਨਾਮ ਸਿੰਘ ਦਾ ਧੜਾ, ਲਛਮਣ ਸਿੰਘ ਗਿੱਲ ਦਾ ਧੜਾ, ਇੱਕ ਧੜਾ ਸੀਗਾ ਪ੍ਰਕਾਸ਼ ਸਿੰਘ ਬਾਦਲ ਦਾ। ਸੋ ਇਹ ਆਪਸ ਦੇ ਵਿੱਚ ਇਹਨਾਂ ਦੀ ਟਸਲ ਜ਼ਰੂਰ ਸੀ। ਬਣਨਾ ਇੱਕ ਮੁੱਖ ਮੰਤਰੀ ਚਾਹੁੰਦਾ ਸੀ, ਦੂਸਰਾ ਬਣਨ ਨਹੀਂ ਸੀ ਦੇ ਰਿਹਾ। ਸੋ ਇਹਨਾਂ ਦੀ ਆਪਸ 'ਚ ਇਸ ਰਾਈਵਲੀ ਦਾ ਨਤੀਜਾ ਇਹ ਨਿਕਲਿਆ ਕਿ ਥੋੜਾ ਸਮਾਂ 67 ਵਾਲੀਆਂ ਚੋਣਾਂ ਤੋਂ ਬਾਅਦ 5 ਸਾਲ ਬਾਅਦ ਚੋਣਾਂ ਹੋਣੀਆਂ ਸੀ 72 'ਚ। ਪਰ ਹੋਇਆ ਕੀ ਹੋਇਆ, ਇਸ ਤੋਂ ਜਮਾ ਉਲਟ। 5 ਸਾਲਾਂ ਦੇ ਅੰਦਰ ਅਕਾਲੀ ਦਲ ਨੇ 3 ਮੁੱਖ ਮੰਤਰੀ ਬਦਲ ਲਏ, ਜਸਟਿਸ ਗੁਰਨਾਮ ਸਿੰਘ, ਫਿਰ ਲਛਮਣ ਸਿੰਘ ਗਿੱਲ, ਫਿਰ ਪ੍ਰਕਾਸ਼ ਸਿੰਘ ਬਾਦਲ। ਸੋ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਵੇਂ ਮੁੱਖ ਮੰਤਰੀ ਅਕਾਲੀ ਦਲ ਹੀ ਕਦੀ ਇੱਕ ਨੂੰ ਆਪਣਾ ਮੁੱਖ ਮੰਤਰੀ ਲਾ ਲੈਂਦਾ ਸੀ, ਕਦੀ ਦੂਜੇ ਨੂੰ, ਕਦੀ ਤੀਸਰੇ ਨੂੰ। ਤਾਂ ਇਹ ਉਹਨਾਂ 5 ਸਾਲਾਂ ਦੇ ਦੌਰਾਨ ਹੋਇਆ। ਤੇ ਹੈਰਾਨੀ ਦੀ ਗੱਲ ਪਤਾ ਕੀ ਹੋਈ, ਇਹ 5 ਸਾਲ ਵੀ ਪੂਰੇ ਨਹੀਂ ਹੋਏ। 5 ਸਾਲਾਂ 'ਚੋਂ ਹਜੇ 3-3.5 ਸਾਲ ਹੀ ਹੋਏ ਸੀ ਤੇ ਉਧਰ ਕੇਂਦਰ 'ਚ ਇੰਦਰਾ ਗਾਂਧੀ ਦੀ ਸਰਕਾਰ ਸੀ। ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਪੰਜਾਬ 'ਚ 3.5 ਸਾਲਾਂ ਬਾਅਦ ਹੀ ਰਾਸ਼ਟਰਪਤੀ ਸ਼ਾਸਨ ਲਾ ਕੇ ਪੰਜਾਬ 'ਚ ਦੁਬਾਰਾ ਚੋਣਾਂ ਕਰਾਤੀਆਂ ਤੇ ਨਵੇਂ ਸਿਰਿਓਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਵਾਤੀ ਤੇ 71 'ਚ ਜਾ ਕੇ ਪੰਜਾਬ 'ਚ ਗਿਆਨੀ ਜੈਲ ਸਿੰਘ ਫਿਰ ਮੁੱਖ ਮੰਤਰੀ ਬਣ ਗਏ। 3.5 ਪੌਣੇ 4 ਸਾਲ ਦਾ ਐਕਸਪੀਰੀਅੰਸ ਰਿਹਾ ਅਕਾਲੀ ਦਲ ਦਾ ਪਹਿਲੀ ਵਾਰ, ਤੇ ਉਹਦੇ 'ਚ ਵੀ 3 ਮੁੱਖ ਮੰਤਰੀ, 3 ਅਕਾਲੀ ਦਲ ਨੇ 3 ਚਿਹਰੇ ਸਾਨੂੰ ਦਿੱਤੇ, ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ ਤੇ ਪ੍ਰਕਾਸ਼ ਸਿੰਘ ਬਾਦਲ। ਸੋ ਇਹ ਕਿੱਸਾ ਜਿਹੜਾ ਸੀਗਾ, ਹੁਣ ਇਹਨੂੰ ਆਪਾਂ ਸ਼ੁਰੂ ਕਰਦੇ ਹਾਂ। ਦੇਖੋ, ਸਭ ਤੋਂ ਪਹਿਲੀ ਗੱਲ, ਇੱਕ ਜਿਹੜਾ ਸ਼ੁਰੂ ਵਾਲਾ ਪੁਆਇੰਟ ਆ, ਇਹ ਇੱਕ ਬੜਾ ਟੈਕਨੀਕਲ ਜਿਹਾ ਪੁਆਇੰਟ ਆ, ਇਹਨੂੰ ਸਮਝਿਓ। ਇਹ ਪੇਪਰਾਂ 'ਚ ਵੀ ਆਉਂਦਾ ਹੈ ਤੇ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਹੈ। ਤੁਸੀਂ ਸੁਣਿਆ ਹੋਣਾ ਹੈ ਕਿ ਭਾਰਤ ਦੋ ਸਦਨੀ ਦੇਸ਼ ਆ। ਭਾਰਤ 'ਚ 2 ਸਦਨ ਨੇ ਕੇਂਦਰ 'ਚ, ਇੱਕ ਲੋਕ ਸਭਾ ਤੇ ਇੱਕ ਰਾਜ ਸਭਾ। ਵਜ੍ਹਾ, ਲੋਕ ਸਭਾ ਦੇ ਮੈਂਬਰ ਸਿੱਧੇ ਤੌਰ ਤੇ ਚੁਣੇ ਜਾਂਦੇ ਆ ਤੇ ਰਾਜ ਸਭਾ ਦੇ ਮੈਂਬਰ ਅਸਿੱਧੇ ਤੌਰ ਤੇ ਚੁਣੇ ਜਾਂਦੇ ਆ, ਠੀਕ ਆ। ਤੇ ਦੋਵੇਂ ਸਦਨ ਮਿਲ ਕੇ ਭਾਰਤ ਦੀ ਸਿਆਸਤ ਨੂੰ ਸਾਂਭਦੇ ਆ। ਭਾਰਤ ਦੀਆਂ ਜ਼ਰੂਰਤ ਦੇ ਮੁਤਾਬਕ ਭਾਰਤ 2 ਸਦਨਾਂ ਦਾ ਬਣਿਆ ਹੋਇਆ ਇੱਕ ਦੇਸ਼ ਆ, ਸਭ ਨੂੰ ਪਤਾ ਇਹ ਗੱਲ। ਪਰ ਸੂਬਿਆਂ 'ਚ ਤਾਂ ਇੱਕੋ ਇੱਕ ਸਦਨ ਹੁੰਦਾ ਹੈ। ਜਿਵੇਂ ਪੰਜਾਬ 'ਚ 117 ਹਲਕਿਆਂ ਤੋਂ 117 MLA ਚੁਣ ਕੇ ਪੰਜਾਬ ਦੀ ਵਿਧਾਨ ਸਭਾ ਬਣਾਉਂਦੇ ਆ। ਪੰਜਾਬ ਤਾਂ ਇੱਕ ਸਦਨ ਹੀ ਆ, ਪਰ ਕੀ ਇਤਿਹਾਸ 'ਚ ਜਾਈਏ ਪੰਜਾਬ 'ਚ ਇੱਕ ਹੀ ਸਦਨ ਸੀ? ਨਹੀਂ, ਆਜ਼ਾਦੀ ਵੇਲੇ ਪੰਜਾਬ 'ਚ 2 ਸਦਨ ਹੁੰਦੇ ਸੀ ਤੇ ਜਿਹੜੇ ਸਟੇਟ 'ਚ 2 ਸਦਨ ਹੁੰਦੇ ਆ, ਉਹ ਇੱਕ ਨੂੰ ਕਹਿੰਦੇ ਆ ਲੈਜਿਸਲੇਟਿਵ ਅਸੈਂਬਲੀ ਜਾਨੀ ਕਿ ਵਿਧਾਨ ਸਭਾ, ਤੇ ਦੂਜੇ ਨੂੰ ਕਹਿੰਦੇ ਆ ਲੈਜਿਸਲੇਟਿਵ ਕਾਉਂਸਲ ਜਾਨੀ ਕਿ ਵਿਧਾਨ ਪਰਿਸ਼ਦ। 2 ਸਦਨ। ਹੁਣ ਤੁਸੀਂ ਕਹੋਗੇ ਇੰਡੀਆ ਦੀ ਕਿਸੇ ਸਟੇਟ 'ਚ ਹੈਗੇ ਆ? ਕਮੈਂਟ ਕਰਕੇ ਦੱਸੋ ਕਿ ਕਿੰਨੀਆਂ ਸਟੇਟਾਂ 'ਚ ਨੇ ਤੇ ਕਿਹੜੀ ਸਟੇਟ 'ਚ ਆ। ਜ਼ਿਆਦਾਤਰ ਤਰਕ ਇਹ ਹੁੰਦਾ ਕਿ ਵੱਡੀ ਸਟੇਟ ਜਿਹੜੀ ਹੋਵੇ ਉੱਥੇ ਇੱਕ ਸਦਨ ਉੱਥੋਂ ਦੇ ਸਿਸਟਮ ਨੂੰ ਸਾਂਭ ਨਹੀਂ ਸਕਦਾ, ਉੱਥੇ 2 ਸਦਨ ਬਣਾ ਦਿੱਤੇ ਜਾਂਦੇ ਆ। ਇੱਕ 'ਚ ਸਿੱਧੇ ਤੌਰ ਤੇ MLA ਚੁਣੇ ਜਾਂਦੇ ਆ, ਦੂਜੇ 'ਚ ਅਸਿੱਧੇ ਤੌਰ ਤੇ MLC ਚੁਣੇ ਜਾਂਦੇ ਆ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਵਿਧਾਨ ਪਰਿਸ਼ਦ ਦੇ ਮੈਂਬਰ, ਤੇ MLAs ਨੂੰ ਕਹਿ ਦਿੰਦੇ ਆ ਵਿਧਾਨ ਸਭਾ ਦੇ ਮੈਂਬਰ। ਇਹ ਤਾਂ ਪਤਾ ਹੀ ਆ ਸਾਰਿਆਂ ਨੂੰ, ਸ਼ਾਰਟ ਫਾਰਮ 'ਚ MLA ਤੇ MLC ਕਹਿ ਦਿੰਦੇ ਆ। ਅਸਲ 'ਚ ਭਾਰਤ ਦਾ ਕਾਨੂੰਨ ਕੀ ਕਹਿੰਦਾ ਹੈ? ਭਾਰਤ ਦਾ ਸੰਵਿਧਾਨ ਜਿਹੜਾ ਹੈ, ਜੇ ਉਹਦੇ ਮੁਤਾਬਕ ਦੇਖੀਏ ਨਾ, ਤਾਂ ਇਹ ਆ ਕਿ ਕਿਸੇ ਵੀ ਸੂਬੇ 'ਚ ਵਿਧਾਨ ਪਰਿਸ਼ਦ ਬਣਨ ਦੀ ਇੱਕ ਬੜੀ ਵੱਡੀ ਸ਼ਰਤ ਆ ਕਿ ਕਿਸੇ ਵੀ ਸੂਬੇ 'ਚ ਵਿਧਾਨ ਪਰਿਸ਼ਦ ਤਾਂ ਬਣੂਗੀ ਜੇ ਉੱਥੇ ਵਿਧਾਨ ਸਭਾ 'ਚ ਘੱਟੋ ਘੱਟ 120 ਸੀਟਾਂ ਹੈ। ਘੱਟੋ ਘੱਟ ਕਿੰਨੀਆਂ ਸੀਟਾਂ ਹੈ? 120 ਸੀਟਾਂ ਹੈ, ਤਾਂ ਉੱਥੇ ਵਿਧਾਨ ਪਰਿਸ਼ਦ ਬਣੂਗੀ। 1966 ਤੋਂ ਪਹਿਲਾਂ ਤਾਂ ਪੰਜਾਬ 'ਚ 120 ਸੀਟਾਂ ਸੀਗੀਆਂ,
ਪਰ ਕੀ 1966 ਤੋਂ ਬਾਅਦ ਰਹੀਆਂ? ਨਹੀਂ। ਤੇ ਜੇ ਤੁਹਾਡੀਆਂ ਸੀਟਾਂ ਹੀ 120 ਨਹੀਂ ਰਹੀਆਂ ਤਾਂ ਫਿਰ ਤੁਹਾਡੇ ਵਿਧਾਨ ਪਰਿਸ਼ਦ ਦਾ ਕੀ ਕੰਮ ਆ? ਇਸ ਕਰਕੇ ਸਭ ਤੋਂ ਪਹਿਲਾ ਕੰਮ ਜੋ ਜਸਟਿਸ ਗੁਰਨਾਮ ਸਿੰਘ ਦੇ ਵੇਲੇ ਹੋਇਆ ਉਹ ਕੀ ਸੀਗਾ? ਪੰਜਾਬ 'ਚ ਵਿਧਾਨ ਪਰਿਸ਼ਦ ਨੂੰ ਖਤਮ ਕਰ ਦਿੱਤਾ ਗਿਆ। ਇਹ ਉਹਨਾਂ ਤੋਂ ਹੀ ਪਹਿਲਾਂ ਹੋ ਗਿਆ ਸੀਗਾ। ਸੋ ਇਹ ਚੀਜ਼ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਕਿ ਸਾਨੂੰ ਪਤਾ ਹੋਣੀ ਚਾਹੀਦੀ ਆ ਕਿ 1952 'ਚ ਜਦੋਂ ਪਹਿਲੀ ਵਾਰੀ ਭਾਰਤ 'ਚ ਚੋਣਾਂ ਹੋਈਆਂ ਤੇ ਉਹਦੇ ਨਾਲ ਪੰਜਾਬ 'ਚ ਵੀ ਚੋਣਾਂ ਹੋਈਆਂ ਤਾਂ ਪੰਜਾਬ 'ਚ ਦੋ ਹਾਊਸ ਸੀਗੇ, ਵਿਧਾਨ ਸਭਾ ਤੇ ਦੂਜਾ ਸੀ ਵਿਧਾਨ ਪਰਿਸ਼ਦ। ਬਟ ਮੇਨ ਗੱਲ ਕੀ ਹੋਈ, ਜਦੋਂ 1966 'ਚ ਪੰਜਾਬ ਨੂੰ ਵੰਡ ਦਿੱਤਾ ਗਿਆ ਤਾਂ ਵੰਡਣ ਤੋਂ ਬਾਅਦ ਪੰਜਾਬ ਲੈਜਿਸਲੇਟਿਵ ਕਾਉਂਸਲ ਜਿਹੜੀ ਸੀ, ਪੰਜਾਬ ਵਿਧਾਨ ਪਰਿਸ਼ਦ ਨੂੰ 1 ਜਨਵਰੀ 1970 ਨੂੰ ਖਤਮ ਕਰ ਦਿੱਤਾ ਗਿਆ। ਕਿਉਂ? ਸ਼ਰਤ ਤੋਂ ਅਸੀਂ ਪਿੱਛੇ ਹਟ ਗਏ। ਸ਼ਰਤ ਕੀ ਕਹਿੰਦੀ ਆ? ਸ਼ਰਤ ਇਹ ਕਹਿੰਦੀ ਆ ਕਿ ਵਿਧਾਨ ਪਰਿਸ਼ਦ ਜਿਹੜੀ ਆ ਉਹ ਕਿਸੇ ਸੂਬੇ 'ਚ ਤਾਂ ਹੋ ਸਕਦੀ ਆ ਜੇ ਉੱਥੇ ਵਿਧਾਨ ਸਭਾ ਦੀਆਂ ਘੱਟੋ ਘੱਟ ਕਿੰਨੀਆਂ ਸੀਟਾਂ ਹੈ? 120। ਤੇ ਪੰਜਾਬ 'ਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਨੇ? 117। ਇਹ ਗੱਲ ਦੇ ਮੁਤਾਬਕ 1969 ਦੇ ਵਿੱਚ ਕਾਨੂੰਨ ਪਾਸ ਹੋਇਆ। ਪੇਪਰ 'ਚ ਆਉਂਦਾ ਹੁੰਦਾ ਕਿ ਪੰਜਾਬ 'ਚ ਵਿਧਾਨ ਪਰਿਸ਼ਦ ਨੂੰ ਖਤਮ ਕਰਨ ਦਾ ਕਾਨੂੰਨ ਕਿਹੜੇ ਸਾਲ ਪਾਸ ਹੋਇਆ? 1969। ਤੇ ਲਾਗੂ ਕਦੋਂ ਹੋਇਆ? 1 ਜਨਵਰੀ 1970 ਨੂੰ ਲਾਗੂ ਹੋ ਗਿਆ। ਠੀਕ ਆ, ਤਾਂ ਇਹ ਸਭ ਤੋਂ ਪਹਿਲਾ ਕਨਸੈਪਟ ਇਹ। ਹੁਣ ਆ ਜਾਓ ਅਗਲਾ ਕਨਸੈਪਟ। ਇਹ ਉਹੀ ਸਮਾਂ ਸੀ ਜਦੋਂ ਪੰਜਾਬ ਨੂੰ ਪੰਜਾਬੀ ਮਾਂ ਬੋਲੀ ਜਿਹੜੀ ਸੀ ਉਹ ਇਹਦੀ ਆਫੀਸ਼ੀਅਲ ਲੈਂਗੁਏਜ ਮਤਲਬ ਸਰਕਾਰੀ ਭਾਸ਼ਾ ਦੇ ਤੌਰ ਤੇ ਦਿੱਤੀ ਗਈ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੋਈ ਵੀ ਕਾਨੂੰਨ ਨਹੀਂ ਸੀ ਜਿਹਦੇ ਨਾਲ ਪੰਜਾਬੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾਇਆ ਜਾਵੇ। ਹੁਣ ਮੈਂ ਇੱਕ ਗੱਲ ਦੱਸਦਾ ਤੁਹਾਨੂੰ, ਭਾਰਤ ਦਾ ਸੰਵਿਧਾਨ ਆ ਉਹਦੇ 'ਚ ਨਾ 22 ਭਾਸ਼ਾ ਲਿਖੀਆਂ ਹੋਈਆਂ ਨੇ। ਉਹਨਾਂ ਨੂੰ ਕਹਿ ਦਿੰਦੇ ਆ ਕਿ 8ਵੀਂ ਅਨੁਸੂਚੀ ਦੀਆਂ ਭਾਸ਼ਾਵਾਂ। ਵਜ੍ਹਾ ਕਿਉਂਕਿ ਭਾਰਤ ਦੇ ਸੰਵਿਧਾਨ 'ਚ ਇੱਕ ਸ਼ਡਿਊਲਸ ਨੇ। 8ਵਾਂ ਸ਼ਡਿਊਲ ਆ ਜਿਹਦੇ 'ਚ ਭਾਰਤੀ ਭਾਸ਼ਾਵਾਂ ਦਾ ਜ਼ਿਕਰ ਆ। ਉਹਦੇ 'ਚ ਕਿਸੇ ਸਮੇਂ 14 ਭਾਸ਼ਾ ਹੁੰਦੀਆਂ ਸੀ, ਫਿਰ ਸੋਧ ਕੇ ਉਹਦੇ 'ਚ ਅੱਜ 22 ਭਾਸ਼ਾ ਕਰਦੀਆਂ। ਕਈ ਤਾਂ ਵਿਚਾਰੇ ਇਹੋ ਜਿਹੇ ਆ ਜਿਨ੍ਹਾਂ ਦੀਆਂ ਭਾਸ਼ਾਵਾਂ ਉਹਦੇ 'ਚ ਐਡ ਹੀ ਨਹੀਂ, ਜਿਵੇਂ ਰਾਜਸਥਾਨੀ ਨਹੀਂ ਕੀ ਐਡ ਹਜੇ, ਪਰ ਪੰਜਾਬੀ ਉਦੋਂ ਦੀ ਉਹਦੇ 'ਚ ਐਡ ਆ ਜਦੋਂ ਦਾ ਸੰਵਿਧਾਨ ਬਣਿਆ ਹੈ। ਜਦੋਂ 14 ਹੁੰਦੀਆਂ ਸੀ ਉਦੋਂ ਵੀ ਪੰਜਾਬੀ ਸੀ ਤੇ ਅੱਜ 22 ਆ, ਅੱਜ ਵੀ ਪੰਜਾਬੀ ਸੰਵਿਧਾਨ ਦੀ ਸੰਵਿਧਾਨਕ ਭਾਸ਼ਾ ਹੈ। ਪਰ ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਇਸ ਦਾ ਸਰਕਾਰੀ ਦਰਜਾ ਨਹੀਂ ਸੀ ਹੈਗਾ। ਤੇ ਜਦੋਂ ਲਕਸ਼ਮਣ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਸੀ, ਉਹਨਾਂ ਨੇ ਇੱਕ ਉਪਰਾਲਾ ਕੀਤਾ, ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਪਾਸ ਕਰਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਪੰਜਾਬੀ ਪੰਜਾਬ ਦੀ ਸਰਕਾਰੀ ਭਾਸ਼ਾ ਹੋਊਗੀ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਬੜੀ ਖਾਸ ਗੱਲ ਦੱਸਣ ਲੱਗਾ ਮੈਂ ਤੁਹਾਨੂੰ। ਸਪੋਜ਼ ਕਰੋ ਵਿਧਾਨ ਸਭਾ 'ਚ ਤੁਸੀਂ ਕੋਈ ਕਾਨੂੰਨ ਪਾਸ ਕਰ ਦਿਓ, ਠੀਕ ਆ। ਮੰਨ ਲਓ ਚੰਨੀ ਸਾਹਿਬ ਨੇ ਕਹਿਤਾ ਕਿ ਮੈਂ ਜੀ ਵਿਧਾਨ ਸਭਾ 'ਚ ਇੱਕ ਕਾਨੂੰਨ ਪਾਸ ਕਰਤਾ ਸੀ, ਕਾਨੂੰਨ ਪਾਸ ਕਰਤਾ ਤੇ ਅਸੀਂ ਇੰਨੇ ਕਾਮੇ ਪੱਕੇ ਕਰਤੇ। ਪਰ ਇਹ ਹੁਣ ਸਾਨੂੰ ਪਤਾ ਲੱਗਿਆ, ਚੰਨੀ ਸਾਹਿਬ ਸਾਨੂੰ ਇਹਦਾ ਤਜਰਬਾ ਵੀ ਦੇ ਕੇ ਗਏ ਆ ਕਿ ਕਾਨੂੰਨ ਪਾਸ ਕਰਨ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਵੀ ਕੱਢਣੀ ਹੁੰਦੀ ਹੈ। ਠੀਕ ਹੈ, ਚੰਨੀ ਸਾਹਿਬ ਨੂੰ ਪਤਾ ਸੀ ਕਿ ਨਹੀਂ, ਪਰ ਭਗਵੰਤ ਮਾਨ ਜੀ ਨੇ ਬੜਾ ਉਦੋਂ ਮਜ਼ਾਕ ਉਡਾਇਆ ਸੀ ਕਿ ਚੰਨੀ ਸਾਹਿਬ ਨੂੰ ਪਤਾ ਹੀ ਨਹੀਂ ਕਿ ਕੋਈ ਵੀ ਐਲਾਨ ਨਹੀਂ ਕਰੀਦਾ, ਐਲਾਨ ਕਰਨ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰਨੀ ਹੁੰਦੀ ਹੈ। ਨੋਟੀਫਿਕੇਸ਼ਨ ਪ੍ਰੋਪਰ ਤਰੀਕੇ ਨਾਲ ਜਾਰੀ ਨਾ ਹੋਣ ਕਰਕੇ ਪੰਜਾਬੀ ਕਾਨੂੰਨ ਤਾਂ ਬਣ ਗਿਆ, ਪੰਜਾਬੀ ਭਾਸ਼ਾ ਦਾ ਕਾਨੂੰਨ, ਠੀਕ ਆ, 1967। ਪਰ ਪੰਗਾ ਕੀ ਪੈ ਗਿਆ? ਨੋਟੀਫਿਕੇਸ਼ਨ ਜਾਰੀ ਨਹੀਂ ਹੋਈ। ਨੋਟੀਫਿਕੇਸ਼ਨ ਜਾਰੀ ਉਦੋਂ ਹੋਈ ਜਦੋਂ ਪੰਜਾਬ 'ਚ ਖਾੜਕੂਵਾਦ ਆਇਆ। ਖਾੜਕੂਆਂ ਦੀ ਇੱਕ ਮੰਗ ਇਹ ਵੀ ਸੀ ਕਿ ਘੱਟੋ ਘੱਟ ਪੰਜਾਬ ਦੇ ਸਰਕਾਰੀ ਕੰਮ ਪੰਜਾਬੀ ਮਾਂ ਬੋਲੀ 'ਚ ਹੋਣੇ ਚਾਹੀਦੇ ਆ। 1992 'ਚ ਜਾ ਕੇ ਇਹ ਦਫ਼ਤਰੀ ਭਾਸ਼ਾ ਬਣੀ ਆ। ਨੋਟੀਫਿਕੇਸ਼ਨ 92 'ਚ ਬੇਅੰਤ ਸਿੰਘ ਤੋਂ ਤਿਆਰ ਕਰਵਾਇਆ ਗਿਆ ਸੀ, ਮਤਲਬ ਕਿ ਜਾਰੀ ਕਰਵਾਇਆ ਗਿਆ ਸੀਗਾ। ਭਾਸ਼ਾ ਇਹ ਸਰਕਾਰੀ ਭਾਸ਼ਾ ਜਿਹੜੀ ਸੀ ਇਹ 1967 'ਚ ਹੀ ਬਣ ਗਈ, ਪਰ ਦਫ਼ਤਰੀ ਭਾਸ਼ਾ ਜਾ ਕੇ ਬਣੀ ਆ 1992 'ਚ, ਜਦੋਂ ਬਹੁਤ ਜ਼ਿਆਦਾ ਖਾੜਕੂਆਂ ਦਾ ਪ੍ਰੈਸ਼ਰ ਸੀਗਾ। ਤਾਂ ਖੈਰ ਇਹ ਮੈਂ ਤੁਹਾਨੂੰ ਨਵੀਂ ਗੱਲ ਦੱਸਦੀ ਕਿ ਗੁਰਮੁਖ ਸਿੰਘ ਜਸਟਿਸ ਲਕਸ਼ਮਣ ਸਿੰਘ ਗਿੱਲ ਨੇ ਵੀ ਇੱਕ ਆਹ ਕੰਮ ਕੀਤਾ ਸੀਗਾ। ਠੀਕ ਆ, ਤਾਂ ਆਹ ਸਾਰੀ ਸਟੋਰੀ ਮੈਂ ਤੁਹਾਨੂੰ ਸਮਝਾਈ ਹੈ ਕਿ ਕਿਵੇਂ 1990 ਦੇ ਵਰਿਆਂ 'ਚ ਤੇ ਪੰਜਾਬੀ ਜਿਹੜੀ ਆ ਉਹ ਸੰਵਿਧਾਨ ਦੀ ਅਨੁਸੂਚੀ 8ਵੀਂ ਅਨੁਸੂਚੀ 'ਚ ਜ਼ਰੂਰ ਸ਼ਾਮਲ ਆ। ਠੀਕ ਆ, ਤਾਂ ਖੈਰ ਨੈਕਸਟ ਹੁਣ ਚੱਲਦੇ ਆ ਜੀ ਅਗਲੀ ਚੀਜ਼ ਤੇ ਜੋ ਹੈਗੀ ਆ। ਅੱਗੇ ਆ ਗਿਆ ਆਪਣੇ ਕੋਲ ਅਗਲਾ ਕਿੱਸਾ। ਹੁਣ ਧਿਆਨ ਨਾਲ ਸੁਣਿਓ, ਸਟੋਰੀ ਬੜੀ ਇੰਟਰਸਟਿੰਗ ਆ। ਅਕਾਲੀ ਦਲ ਜਿਹੜਾ ਏ, ਠੀਕ ਆ, ਜੇ ਮੈਂ ਅੱਜ ਦੇ ਅਕਾਲੀ ਦਲ ਦੀ ਗੱਲ ਕਰਾਂ ਜਿਹਦੀ ਕਿ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕੋਲ ਆ, ਠੀਕ ਆ, ਅੱਜ ਇਹ ਰਾਜਨੀਤਿਕ ਪਾਰਟੀ ਜਿਹੜੀ ਆ ਨਾ ਉਹ ਬਾਕੀ ਪਾਰਟੀਆਂ ਵਰਗੀ ਬਣ ਕੇ ਹੋ ਗਈ ਹੈ। ਠੀਕ ਆ, ਇਹਦਾ ਮਤਲਬ ਤੁਸੀਂ ਮੈਨੂੰ ਇਹ ਕਹੋਗੇ ਕਿ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਅਕਾਲੀ ਦਲ ਚੰਗੀ ਹੈ ਜਾਂ ਮਾੜੀ ਆ, ਇਹੋ ਜਿਹਾ ਕੁਛ ਨਹੀਂ। ਠੀਕ ਆ, ਜਦੋਂ ਜਿਸ ਪਲੇਟਫਾਰਮ ਤੇ ਮੈਂ ਖੜਾ, ਇਸ ਪਲੇਟਫਾਰਮ ਤੇ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੁੰਦੀ ਆ ਕਿ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਜਾਂ ਕਿਸੇ ਪੋਲੀਟੀਕਲ ਬਾਡੀ ਨੂੰ ਚੰਗਾ ਜਾਂ ਮਾੜਾ ਕਹਿ ਕੇ ਨਹੀਂ ਤੋੜ ਸਕਦੇ।
ਤੁਸੀਂ ਫੈਕਟ ਦੱਸਣੇ ਆ। ਅੱਜ ਅਕਾਲੀ ਦਲ ਇੱਕ ਧਰਮ ਨਿਰਪੱਖ ਪਾਰਟੀ ਆ। ਤੁਸੀਂ ਦੇਖੋ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ 'ਚ ਬਹੁਤੇ ਹਿੰਦੂ ਲੀਡਰ ਵੀ ਨੇ, ਗੈਰ ਸਿੱਖ ਵੀ ਨੇ, ਤੇ ਅਕਾਲੀ ਦਲ ਜਿਹੜੇ ਵੀ ਕੰਮ ਉਹਨਾਂ ਨੇ ਆਪਣੇ 10 ਸਾਲ ਦੀ ਸਿਆਸਤ 'ਚ ਕੀਤੇ ਆ ਉਹ ਵੀ ਕਿਸੇ ਇੱਕ ਧਰਮ ਵਿਸ਼ੇਸ਼ ਨੂੰ ਧਿਆਨ 'ਚ ਰੱਖ ਕੇ ਨਹੀਂ, ਸਾਰੇ ਧਰਮਾਂ ਵਾਸਤੇ ਕੀਤੇ ਆ। ਪਰ 1970 ਦੇ ਦੌਰ 'ਚ ਅਕਾਲੀ ਦਲ ਸਿੱਖਾਂ ਦੀ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ। ਇਹਦੇ ਆਪਣੇ ਫਾਇਦੇ ਨੁਕਸਾਨ ਵੀ ਹੁੰਦੇ ਆ। ਦੂਜੇ ਜਿਹੜੇ ਹੁੰਦੇ ਆ ਧਰਮਾਂ ਦੇ ਲੋਕ ਹੁੰਦੇ ਆ ਉਹਨਾਂ ਤੋਂ ਤੁਹਾਨੂੰ ਬਹੁਤੀ ਸਪੋਰਟ ਨਹੀਂ ਮਿਲਦੀ। ਫਾਇਦਾ ਇਹ ਆ ਕਿ ਤੁਹਾਡੇ ਆਪਣੇ ਧਰਮ ਤੋਂ ਤੁਹਾਨੂੰ ਫੁੱਲ ਸਪੋਰਟ ਮਿਲਦੀ ਆ। ਇਹ ਕੁਝ ਫਾਇਦੇ ਨੁਕਸਾਨ ਜਿਹੜੇ ਆ ਉਹ ਇੱਕ ਧਾਰਮਿਕ ਪਾਰਟੀ ਹੋਣ ਦੇ ਵੀ ਹੁੰਦੇ ਆ ਤੁਹਾਨੂੰ। ਅਕਾਲੀ ਦਲ 1967 'ਚ ਸੱਤਾ 'ਚ ਆ ਗਿਆ। ਜਸਟਿਸ ਗੁਰਨਾਮ ਸਿੰਘ, ਲਕਸ਼ਮਣ ਸਿੰਘ ਗਿੱਲ ਤੇ ਪ੍ਰਕਾਸ਼ ਸਿੰਘ ਬਾਦਲ ਤਿੰਨੇ ਮੁੱਖ ਮੰਤਰੀ ਜਿਹੜੇ ਆ ਉਹਨਾਂ ਨੇ ਵਾਰੀ-ਵਾਰੀ ਉਹਨਾਂ 5 ਸਾਲਾਂ ਦੇ ਵਿੱਚ ਹੀ ਕਦੀ ਇੱਕ ਲੱਗ ਗਿਆ, ਕਦੀ ਦੂਜਾ, ਕਦੀ ਤੀਸਰਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਨਾ, ਉਸ ਟਾਈਮ ਦਿੱਲੀ 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਤੇ ਇਹ ਉਹ ਸਮਾਂ ਸੀ ਜਦੋਂ ਇੰਦਰਾ ਗਾਂਧੀ ਤੇ ਬਹੁਤ ਵੱਡੀ ਵਿਪਤਾ ਪੈਦਾ ਹੋ ਗਈ ਸੀ। ਗੱਲ 1969 ਦੀ ਆ। ਛੋਟਾ ਜਿਹਾ ਕਿੱਸਾ ਹੈ ਤਾਂ ਕਿ ਤੁਹਾਨੂੰ ਸੁਣਾਵਾਂ ਅਕਾਲੀ ਦਲ ਦੀ ਸਮਝ ਕਿਵੇਂ ਦੀ ਆ, ਜਾਂ ਅਕਾਲੀ ਦਲ ਪ੍ਰਤੀ ਤੁਹਾਡੀ ਸਮਝ ਵੀ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ। 1969 ਦਾ ਸਮਾਂ ਸੀ। ਇੰਦਰਾ ਗਾਂਧੀ ਦੀ ਆਪਣੀ ਹੀ ਕਾਂਗਰਸ ਪਾਰਟੀ ਦੇ ਵਿੱਚ ਇਮੇਜ ਬਹੁਤ ਖਰਾਬ ਹੋ ਗਈ ਸੀ। ਇਮੇਜ ਖਰਾਬ ਨਹੀਂ ਕਹਿ ਸਕਦੇ, ਆਪਣੀ ਹੀ ਪਾਰਟੀ 'ਚ ਬਹੁਤ ਦੁਸ਼ਮਣ ਬਣ ਗਏ ਸੀ। ਇੰਦਰਾ ਗਾਂਧੀ ਨੂੰ ਆਪਣੀ ਹੀ ਪਾਰਟੀ ਕਾਂਗਰਸ 'ਚੋਂ ਕੱਢਣ ਦੀਆਂ ਸਲਾਹਾਂ ਚੱਲ ਗਈਆਂ। ਇੰਦਰਾ ਗਾਂਧੀ ਨੂੰ ਆਪਣੀ ਪਾਰਟੀ 'ਚੋਂ ਕੱਢੇ ਹੀ ਜਾਣਾ ਸੀ। ਉਸ ਤੋਂ ਪਹਿਲਾਂ ਹੀ ਇੰਦਰਾ ਗਾਂਧੀ ਇੱਕ ਬਹੁਤ ਵੱਡੀ ਚਾਲ ਚੱਲ ਗਈ। ਇੰਦਰਾ ਗਾਂਧੀ ਨੇ 14 ਪ੍ਰਾਈਵੇਟ ਬੈਂਕ ਸਰਕਾਰੀ ਕਰਤੇ ਤੇ ਲੋਕਾਂ 'ਚ ਮੈਸੇਜ ਕਨਵੇ ਕਰਤਾ ਕਿ ਬੈਂਕ ਮੈਂ ਸਰਕਾਰੀ ਲੋਕਾਂ ਦੇ ਭਲੇ ਲਈ ਕੀਤੇ ਆ। ਇਸੇ ਦੌਰਾਨ ਇੰਦਰਾ ਗਾਂਧੀ ਦੀ ਪਾਰਟੀ ਦੇ ਲੀਡਰਾਂ ਨੇ ਇੰਦਰਾ ਗਾਂਧੀ ਨੂੰ ਪਾਰਟੀ 'ਚੋਂ ਕੱਢਤਾ। ਜਦੋਂ ਤੁਹਾਨੂੰ ਪਾਰਟੀ 'ਚੋਂ ਕੱਢ ਦੇਣ, ਤੁਸੀਂ ਬੇਸ਼ੱਕ ਪ੍ਰਧਾਨ ਮੰਤਰੀ ਹੋ, ਕੀ ਤੁਹਾਡੇ ਨਾਲ ਉਨੇ ਐਮਪੀ ਥੋੜਾ ਰਹਿਣਗੇ? ਜਿੰਨੇ ਐਮਪੀ ਇੰਦਰਾ ਗਾਂਧੀ ਦਾ ਸਾਥ ਦੇਣ, ਇੰਦਰਾ ਗਾਂਧੀ ਦੇ ਨਾਲ ਗਏ, ਲੋਕ ਸਭਾ 'ਚ ਉਹਨਾਂ ਦੀ ਗਿਣਤੀ 272 ਨਹੀਂ ਸੀ। ਤੇ ਤੁਹਾਨੂੰ ਪਤਾ ਹੀ ਆ ਕਿ 272 ਜਾਂ ਅੱਧ ਤੋਂ ਵੱਧ ਨਹੀਂ ਸੀ ਤਾਂ ਇੰਦਰਾ ਗਾਂਧੀ ਦੀ ਸਰਕਾਰ ਡਿੱਗ ਸਕਦੀ ਸੀ। ਉਸ ਟਾਈਮ ਜੇ ਇੰਦਰਾ ਗਾਂਧੀ ਦੀ ਸਰਕਾਰ ਡਿੱਗ ਜਾਂਦੀ ਤਾਂ ਇੰਦਰਾ ਗਾਂਧੀ ਸ਼ਾਇਦ ਦੁਬਾਰਾ ਪ੍ਰਧਾਨ ਮੰਤਰੀ ਨਾ ਬਣਦੀ। ਉਹਨੂੰ 6 ਮਹੀਨੇ 8 ਮਹੀਨੇ ਚਾਹੀਦੇ ਸੀ ਆਪਣੇ ਆਪ ਨੂੰ ਸੈੱਟ ਕਰਨ ਵਾਸਤੇ। ਇੰਦਰਾ ਗਾਂਧੀ ਨੂੰ ਉਸ ਟਾਈਮ ਦੂਜੀਆਂ ਪਾਰਟੀਆਂ ਦੀ ਸਪੋਰਟ ਦੀ ਲੋੜ ਸੀ। ਇੰਦਰਾ ਗਾਂਧੀ ਨੇ ਲੋਕ ਸਭਾ 'ਚ ਆਪਣਾ ਬਹੁਮਤ ਸਾਬਤ ਕਰਨਾ ਸੀ ਤੇ ਪੰਜਾਬ 'ਚੋਂ ਅਕਾਲੀ ਦਲ ਨੇ ਉਸ ਸਮੇਂ ਇੰਦਰਾ ਗਾਂਧੀ ਨੂੰ ਸਪੋਰਟ ਕੀਤੀ ਤੇ ਇੰਦਰਾ ਗਾਂਧੀ ਦੀ ਸਰਕਾਰ ਬਚੀ। ਇੰਦਰਾ ਗਾਂਧੀ ਨੂੰ 5-6 ਮਹੀਨੇ ਮਿਲੇ। ਇੰਦਰਾ ਗਾਂਧੀ ਨੇ ਆਪਣਾ ਸਿਸਟਮ ਸੈੱਟ ਕੀਤਾ, ਫਿਰ ਆਪ ਹੀ ਅਸਤੀਫਾ ਦੇਤਾ ਕਿ ਮੈਂ 5 ਸਰਕਾਰ ਨਹੀਂ ਚਲਾ ਸਕਦੀ। ਨਵੇਂ ਸਿਰਿਓਂ ਚੋਣਾਂ ਕਰਾਈਆਂ, ਚੋਣਾਂ ਕਰਾ ਕੇ ਫਿਰ ਨਵੇਂ ਸਿਰਿਓਂ ਪ੍ਰਧਾਨ ਮੰਤਰੀ ਬਣੀ 70 'ਚ। ਤੇ ਜਦੋਂ ਪ੍ਰਧਾਨ ਮੰਤਰੀ ਬਣੀ ਫਿਰ ਉਹਨੇ ਜਿੱਥੇ ਜਿਹੜੇ ਸੂਬੇ 'ਚ ਜਿਹੜੀ ਸਟੇਟ 'ਚ ਕਾਂਗਰਸ ਦੀ ਸਰਕਾਰ ਨਹੀਂ ਸੀ ਉਹਨਾਂ ਸਾਰੀਆਂ ਸਰਕਾਰਾਂ ਨੂੰ ਬਰਖਾਸਤ ਕਰਤਾ ਤੇ ਜਿਨ੍ਹਾਂ ਦੀ ਸਪੋਰਟ ਨਾਲ ਬਣੀ ਸੀ ਉਸੇ ਅਕਾਲੀ ਦਲ ਨੂੰ ਵੀ ਬਰਖਾਸਤ ਕਰਤਾ। ਤੇ ਪੰਜਾਬ 'ਚ 5 ਸਾਲ ਦੀ ਜਿਹੜੀ ਸਰਕਾਰ ਚੁਣੀ ਜਾਣੀ ਸੀ 67 ਤੋਂ ਲੈ ਕੇ 72 ਤੱਕ 5 ਸਾਲ ਚੱਲਣ ਵਾਲੀ ਸਰਕਾਰ ਉਹ 3.5 ਸਾਲ ਹੀ ਚੱਲੀ ਤੇ ਨਵੇਂ ਸਿਰਿਓਂ ਪੰਜਾਬ 'ਚ ਚੋਣਾਂ ਕਰਾਈਆਂ। 70-71 ਦੀਆਂ ਚੋਣਾਂ ਕਿਹਾ ਜਾਂਦਾ ਉਹਨਾਂ ਨੂੰ। ਉਹਨਾਂ 'ਚ ਗਿਆਨੀ ਜੈਲ ਸਿੰਘ ਨੂੰ ਨਵੇਂ ਸਿਰਿਓਂ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਤਾਂ ਜਿਹੜੀ ਅਕਾਲੀ ਦਲ 5 ਸਾਲ ਦਾ ਸੁਪਨਾ ਲੈ ਕੇ ਆਈ ਸੀ ਉਹ 3.5 ਪੌਣੇ 4 ਸਾਲ ਬਾਅਦ ਹੀ ਉਹਨਾਂ ਦਾ ਸੁਪਨਾ ਢਹਿ ਢੇਰੀ ਹੋ ਗਿਆ ਤੇ ਨਵੇਂ ਸਿਰਿਓਂ 71 'ਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਦੁਬਾਰਾ ਆ ਗਈ। ਸਟੋਰੀ ਸਮਝ ਆ ਗਈ ਕਿ ਇੰਦਰਾ ਗਾਂਧੀ ਨੇ ਕਿਵੇਂ, ਇੰਦਰਾ ਗਾਂਧੀ ਜਿਹਨੂੰ ਸਪੋਰਟ ਮਿਲੀ ਸੀ ਸਾਡੇ ਵੱਲੋਂ ਉਹ ਸਾਡੇ ਹੀ ਖਿਲਾਫ ਹੋ ਭੁਗਤੀ। ਖੈਰ 1971 ਤੱਕ ਦੀ ਤੁਹਾਨੂੰ ਸਮਝ ਆ ਗਈ ਕਿ ਪੰਜਾਬ 'ਚ ਅਕਾਲੀ ਦਲ ਜਿਹੜਾ ਕਿ 3.5 ਪੌਣੇ 4 ਸਾਲ ਲਈ ਸੱਤਾ 'ਚ ਆਇਆ ਸੀ ਉਹ ਹੁਣ ਦੁਬਾਰਾ ਫਿਰ ਵਿਰੋਧੀ ਧਿਰ 'ਚ ਚਲੇ ਗਿਆ। ਤੇ ਅਕਾਲੀ ਦਲ ਦੀ ਇੱਕ ਖਾਸੀਅਤ ਆ, ਹੁਣ ਦਾ ਤਾਂ ਪਤਾ ਨਹੀਂ ਮੈਨੂੰ ਕਿ ਹੁਣ ਦੀ ਅਕਾਲੀ ਦਲ ਦੀ ਇਹ ਖਾਸੀਅਤ ਹੈ ਕਿ ਨਹੀਂ, ਇਹ ਸੱਤਾ 'ਚ ਆਇਆ ਬਹੁਤ ਤਾਕਤਵਰ ਹੁੰਦਾ ਹੈ ਤੇ ਸੱਤਾ 'ਚੋਂ ਬਾਹਰ ਗਿਆ ਹੋਰ ਵੀ ਖਤਰਨਾਕ ਹੁੰਦਾ ਹੈ। ਇਹਦੀ ਤਾਜੀ ਸਭ ਤੋਂ ਜੀਂਦੀ ਜਾਗਦੀ ਉਦਾਹਰਨ ਆ 1971 ਤੋਂ ਬਾਅਦ ਅਕਾਲੀ ਦਲ ਦਾ ਰਵੱਈਆ। 1971 ਤੋਂ ਬਾਅਦ ਅਕਾਲੀ ਦਲ ਨੂੰ ਇੱਕ ਗੱਲ ਸਮਝ ਆ ਗਈ ਕਿ ਪੰਜਾਬ 'ਚ ਜੇ ਸਿਆਸਤ ਕਰਨੀ ਆ ਤਾਂ ਸਿਰਫ ਧਰਮ ਦੀ ਸਿਆਸਤ ਕਰਾਂਗੇ ਅਸੀਂ ਤੇ ਸਿੱਖੀ ਬਚਾਉਣ ਦੀ ਗੱਲ ਕਰਾਂਗੇ, ਸਿੱਖਾਂ ਲਈ ਲੜਨ ਦੀ ਗੱਲ ਕਰਾਂਗੇ, ਸਿੱਖਾਂ ਵਾਸਤੇ ਸਭ ਕੁਝ ਹੋਊਗਾ। ਤਾਂ ਅਕਾਲੀ ਦਲ ਇੱਕ ਏਜੰਡਾ ਲੈ ਕੇ ਆਉਂਦੀ ਆ, ਉਸ ਏਜੰਡੇ ਨੂੰ ਤਿਆਰ ਕਰਦੇ ਆ, ਉਹਦੀ ਡਰਾਫਟਿੰਗ, ਉਹਦਾ ਢਾਂਚਾ ਤਿਆਰ ਕਰਦੇ ਆ ਸਰਦਾਰ ਕਪੂਰ ਸਿੰਘ, ਜਿਹੜੇ ਕਿ ਉਸ ਟਾਈਮ ਦੇ ਬੜੇ ਮਸ਼ਹੂਰ ਸਿੱਖ ਲੀਡਰ ਸੀ। ਕਿਸੇ ਟਾਈਮ ਉਹ ICS ਅਫਸਰ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨਾਲ ਹੋਇਆ ਟਕਰਾਵ ਕਰਕੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ।
ਉਹ ਅਕਾਲੀ ਦਲ ਜੁਆਇਨ ਕਰਦੇ ਆ, ਸਰਦਾਰ ਕਪੂਰ ਸਿੰਘ। ਤੇ ਉਸ ਤੋਂ ਬਾਅਦ ਉਹ ਅਕਾਲੀ ਦਲ 'ਚ ਆ ਕੇ ਅਕਾਲੀ ਦਲ ਵਾਸਤੇ ਸਿੱਖਾਂ ਦਾ ਸਭ ਤੋਂ ਮਸ਼ਹੂਰ ਕਿਹਾ ਜਾਣ ਵਾਲਾ ਆਨੰਦਪੁਰ ਦਾ ਮਤਾ ਤਿਆਰ ਕਰਦੇ ਆ। ਹੁਣ ਅਕਸਰ ਅਸੀਂ ਇਹ ਸ਼ਬਦ ਵਰਤਿਆ ਜ਼ਰੂਰ ਆ ਤੇ ਸੁਣਿਆ ਵੀ ਬਹੁਤ ਵਾਰ ਆ, ਆਨੰਦਪੁਰ ਦਾ ਮਤਾ। ਉਹ ਇਹ ਆਨੰਦਪੁਰ ਦਾ ਮਤਾ ਹੈ ਕੀ ਆ ਜੇ ਅਸੀਂ ਇਹਦੀ ਗੱਲ ਕਰੀਏ? ਦੇਖੋ, ਆਨੰਦਪੁਰ ਦੇ ਮਤੇ ਨੂੰ ਸਮਝਣ ਵਾਸਤੇ ਤੁਹਾਨੂੰ ਮੈਂ 5 ਮਿੰਟ ਇੱਕ ਐਗਜ਼ਾਮਪਲ ਦਿੰਦਾ, ਤੁਹਾਨੂੰ ਤਾਂ ਸਮਝ ਆਊਗੀ ਕਿ ਇਹ ਆਨੰਦਪੁਰ ਦਾ ਮਤਾ ਹੈ ਕੀ ਆ, ਇਹਦਾ ਕਰਕਸ ਕੀ ਆ। ਸਾਨੂੰ ਬੜੀ ਵਾਰ ਹੁਣ ਵੀ ਇੱਕ ਦੋ ਲੀਡਰ ਸੀਗੇ ਪੰਜਾਬ ਦੇ, ਠੀਕ ਆ, ਸਿਮਰਨਜੀਤ ਸਿੰਘ ਮਾਨ ਤੋਂ ਲੈ ਕੇ ਉਹਨਾਂ ਦੇ ਨਾਲ ਸਹਿਮਤੀ ਰੱਖਣ ਵਾਲੇ, ਚਾਹੇ ਉਹ ਦੀਪ ਸਿੱਧੂ ਨੇ, ਚਾਹੇ ਹੋਰ ਵੀ ਕਈ ਲੋਕ ਸੀਗੇ, ਉਹ ਅਕਸਰ ਇਹ ਆਨੰਦਪੁਰ ਦੇ ਮਤੇ ਦੀ ਗੱਲ ਕਰਦੇ ਆ। ਸਹੀ ਜਾਂ ਗਲਤ ਤਾਂ ਅਸੀਂ ਇਹਨੂੰ ਬਿਲਕੁਲ ਨਹੀਂ ਕਵਾਂਗੇ, ਪਰ ਇਹ ਜ਼ਰੂਰ ਦੱਸੂਗਾ ਮੈਂ ਕਿ ਆਨੰਦਪੁਰ ਦਾ ਮਤਾ ਹੈ ਕੀ ਆ। ਦੇਖੋ, ਇੱਕ ਬੜਾ ਸਿੰਪਲ ਜਿਹਾ ਕਿੱਸਾ ਹੈ। ਸਾਡੇ ਦੇਸ਼ 'ਚ ਸਾਡਾ ਦੇਸ਼ 28 29 30 ਸਟੇਟਾਂ ਤੋਂ ਮਿਲ ਕੇ ਬਣਿਆ ਹੈ। ਜਦੋਂ ਸੰਵਿਧਾਨ ਬਣਾਇਆ ਸੀ ਉਸ ਟਾਈਮ ਇੱਕ ਵਾਅਦਾ ਸੀਗਾ ਜਾਂ ਸੰਵਿਧਾਨ ਦੀ ਇੱਕ ਨਿਚੋੜ ਸੀਗਾ ਕਿ ਸੂਬਿਆਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣਗੇ। ਸੂਬਿਆਂ ਨੂੰ ਮੁੱਖ ਮੰਤਰੀ ਤੇ ਦੇਸ਼ ਨੂੰ ਪ੍ਰਧਾਨ ਮੰਤਰੀ ਚਲਾਊਗਾ ਤੇ ਦੋਵੇਂ ਮਿਲ ਕੇ ਆਪਸ 'ਚ ਇੱਕ ਸੰਘ ਦੇ ਤੌਰ ਤੇ, ਸੰਘ ਦੀ ਇੰਗਲਿਸ਼ ਹੁੰਦੀ ਆ ਫੈਡਰਲਿਜ਼ਮ, ਸੰਘ ਦੇ ਤੌਰ ਤੇ ਮਿਲ ਕੇ ਕੰਮ ਕਰਨਗੇ। ਠੀਕ ਆ, ਇਹ ਉਸ ਟਾਈਮ ਦਾ ਵਾਅਦਾ ਸੀ, ਸੰਵਿਧਾਨ ਦੇ ਬਣਨ ਦੇ ਵੇਲੇ ਸੰਵਿਧਾਨ ਬਣਾਉਣ ਵਾਲਿਆਂ ਦਾ ਵਾਅਦਾ ਸੀ। ਪਰ ਮਾਈਂਡ ਨਾ ਕਰਨ ਉਹ ਲੋਕ ਜਿਹੜੇ ਨਹਿਰੂ ਨੂੰ ਕੰਪਲੀਟ ਗ੍ਰੇਟ ਪੀਐਮ ਕਹਿੰਦੇ ਆ। ਨਹਿਰੂ ਹੀ ਸੀਗੇ ਜਿਨ੍ਹਾਂ ਨੇ ਸੰਵਿਧਾਨ ਬਣਾਉਣ 'ਚ ਬੜਾ ਤਗੜਾ ਰੋਲ ਅਦਾ ਕੀਤਾ ਸੀ, ਤੇ ਨਹਿਰੂ ਹੀ ਉਹ ਸੀਗੇ ਜਿਨ੍ਹਾਂ ਨੇ ਇਸ ਸੰਘਵਾਦ ਦਾ, ਫੈਡਰਲਿਜ਼ਮ ਨੂੰ ਚੋਟ ਪਹੁੰਚਾਈ ਸੀ। ਸ਼ੁਰੂ 'ਚ 1947 ਤੋਂ ਲੈ ਕੇ 63 ਤੱਕ ਜਿੰਨਾ ਚਿਰ ਉਹ ਰਹੇ ਆ, ਉਹਨਾਂ ਨੇ ਇਹੋ ਜਿਹੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਸੈਂਟਰ ਦੇ ਲੈਵਲ ਤੇ, ਜਿਨ੍ਹਾਂ ਨੇ ਸੂਬਿਆਂ ਤੋਂ, ਸਟੇਟਸ ਤੋਂ ਉਹਨਾਂ ਦੀਆਂ ਪਾਵਰਾਂ ਖੋਹੀਆਂ। ਉਹਨਾਂ ਦਾ ਤਰਕ ਇਹ ਸੀ ਕਿ ਸੂਬਿਆਂ ਦੇ ਮੁੱਖ ਮੰਤਰੀਆਂ ਕੋਲ ਇੰਨਾ ਐਕਸਪੀਰੀਅੰਸ ਨਹੀਂ ਹੈਗਾ, ਇਸ ਕਰਕੇ ਸਰਕਾਰ ਸੈਂਟਰ ਤੋਂ ਚਲਾਉਣੀ ਜ਼ਰੂਰੀ ਹੈ। ਤੇ ਸੂਬਿਆਂ ਦਾ ਆਰੋਪ ਇਹ ਸੀਗਾ ਕਿ ਕੇਂਦਰ ਬਰਦਾਸ਼ਤ ਨਹੀਂ ਕਰ ਪਾ ਰਿਹਾ ਕਿ ਸੂਬਿਆਂ 'ਚ ਹੋਰ ਪਾਰਟੀਆਂ ਦੀਆਂ ਸਰਕਾਰਾਂ ਹੈ। ਸੈਂਟਰ ਤੇ ਸਟੇਟਾਂ ਦੀ ਇਹ ਟਸਲ ਲਗਾਤਾਰ ਵੱਧਦੀ ਗਈ। ਤੇ ਮੈਂ ਇਹ ਗੱਲ ਕਲੀਅਰ ਕਰਦਾ, ਸਭ ਤੋਂ ਪਹਿਲਾ ਆਕਰੋਸ਼ ਜਾਰੀ ਕੀਤਾ ਤਾਮਿਲਨਾਡੂ ਨੇ। ਤਾਮਿਲਨਾਡੂ ਨੇ ਇੱਕ ਰਾਜ ਮਨਾਰ ਮੈਮੋਰੈਂਡਮ ਭੇਜਿਆ, ਜਿਹੜਾ ਕਿ ਰਾਜ ਮਨਾਰ ਸਾਹਿਬ ਤਾਮਿਲਨਾਡੂ ਦੇ ਇੱਕ ਰਿਟਾਇਰਡ ਅਫਸਰ ਸੀਗੇ, ਉਹਨਾਂ ਨੇ ਤਿਆਰ ਕੀਤਾ ਸੀ ਤਾਮਿਲਨਾਡੂ ਦੀ ਸਰਕਾਰ ਦੇ ਕਹਿਣ ਤੇ। ਐਵੇਂ ਹੀ ਇੱਕ ਮੈਮੋਰੈਂਡਮ ਵੈਸਟ ਬੰਗਾਲ ਨੇ ਭੇਜਿਆ ਸੈਂਟਰ ਨੂੰ, ਉਹਨੂੰ ਕਹਿੰਦੇ ਆ ਵੈਸਟ ਬੰਗਾਲ ਮੈਮੋਰੈਂਡਮ। ਐਵੇਂ ਦਾ ਹੀ ਇੱਕ ਮੈਮੋਰੈਂਡਮ ਪੰਜਾਬ ਦੀ ਅਕਾਲੀ ਦਲ ਨੇ ਭੇਜਿਆ ਕੇਂਦਰ ਨੂੰ, ਜਿਹਦੇ 'ਚ ਪੰਜਾਬ ਦੇ ਹੱਕਾਂ ਦੀ ਜਾਂ ਸੂਬਿਆਂ ਦੇ ਹੱਕਾਂ ਦੀ ਗੱਲ ਕੀਤੀ ਗਈ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਸੈਂਟਰ ਢਾਹ ਲਾ ਰਿਹਾ ਸੀ, ਖੋਰਾ ਲਾ ਰਿਹਾ ਸੀ। ਉਸ ਮਤੇ ਨੂੰ ਕਿਹਾ ਗਿਆ ਆਨੰਦਪੁਰ ਦਾ ਮਤਾ। ਇਹ ਕੋਈ ਗਲਤ ਨਹੀਂ, ਬਾਕੀ ਸਟੇਟਾਂ ਵਾਂਗ ਪੰਜਾਬ ਦਾ ਵੀ ਇੱਕ ਇਹੋ ਜਿਹਾ ਮਤਾ ਸੀ ਜਿਹਦੇ 'ਚ ਪੰਜਾਬ ਨੂੰ ਮੇਨ ਤੌਰ ਤੇ ਸੂਬਿਆਂ ਨੂੰ ਆਮ ਤੌਰ ਤੇ ਕਿ ਸਾਡੇ ਹੱਕ ਕਿੱਥੇ ਆ। ਜੋ ਸੰਵਿਧਾਨ ਦਾ ਕਰਕਸ ਆ, ਨਿਚੋੜ ਆ, ਜੋ ਤੁਸੀਂ ਉਹਦੀ ਗਰਿਮਾ ਹੈ, ਤੁਸੀਂ ਉਹਨੂੰ ਦਾਅ ਤੇ ਲਾ ਕੇ ਕਿਉਂ ਸਟੇਟਾਂ ਦੇ ਹੱਕ ਖੋਹ ਰਹੇ ਹੋ? ਤਾਂ ਇਹ ਇੱਥੋਂ ਵੀ ਦਿਸਦਾ ਸਾਫ਼ ਕਿ ਆਨੰਦਪੁਰ ਦਾ ਮਤਾ ਕੀ ਸੀਗਾ। 1966 'ਚ ਜਦੋਂ ਭਾਸ਼ਾ ਦੇ ਆਧਾਰ ਤੇ ਪੰਜਾਬ ਨੂੰ ਅੱਡ ਕੀਤਾ ਗਿਆ, ਠੀਕ ਆ, ਉਸ ਟਾਈਮ ਪੰਜਾਬ ਨਾਲ ਕੁਝ ਵਾਅਦੇ ਕੀਤੇ ਗਏ ਜਿਹੜੇ ਪੰਜਾਬੀਆਂ ਜਾਂ ਪੰਜਾਬ ਦੀ ਅਕਾਲੀ ਦਲ ਮੁਤਾਬਕ ਪੂਰੇ ਨਹੀਂ ਕੀਤੇ ਗਏ। ਪੰਜਾਬ ਨੂੰ ਪਾਣੀ, ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਗਿਆ, ਉਹ ਵੀ ਕੁਝ ਇਸ ਤਰੀਕੇ ਨਾਲ ਵੰਡਿਆ ਗਿਆ, ਠੀਕ ਆ, ਜਿਹੜਾ ਕਿ ਜਿਹਦੇ ਤੇ ਕਿ ਪੂਰੇ ਰਾਈਪੇਰੀਅਨ ਲਾਅ ਨਹੀਂ ਲਾਏ ਗਏ। ਹੁਣ ਤੁਸੀਂ ਕਹੋਗੇ ਇੱਕ ਸ਼ਬਦ ਆ ਗਿਆ ਰਾਈਪੇਰੀਅਨ ਲਾਅ, ਯਾਦ ਰੱਖਿਓ, ਰਾਈਪੇਰੀਅਨ ਦਾ ਮਤਲਬ ਆ ਪਾਣੀ ਨਾਲ ਸੰਬੰਧਿਤ ਕਾਨੂੰਨ। ਇੱਕ ਬੜਾ ਸਿੰਪਲ ਜਿਹਾ ਕਿੱਸਾ ਹੁੰਦਾ ਹੈ। ਜਦੋਂ ਇੱਕ ਨਦੀ ਵਗਦੀ ਆ ਨਾ, ਜਿੱਥੋਂ ਨਦੀ ਆਉਂਦੀ ਆ ਤੇ ਜਿੱਧਰ ਨਦੀ ਲੰਘਦੀ ਆ, ਜਿਹੜੀ ਸਟੇਟ 'ਚ ਜਾਂਦੀ ਆ, ਉਹਦੇ ਵਾਸਤੇ ਕਿਹੜੇ ਸੂਬੇ ਨੂੰ ਕਿੰਨੇ ਪ੍ਰਤੀਸ਼ਤ ਪਾਣੀ ਮਿਲਣਾ ਚਾਹੀਦਾ ਹੈ, ਇਹ ਪੂਰੇ ਇੰਟਰਨੈਸ਼ਨਲੀ ਰਿਕੋਗਨਾਈਜ਼ਡ ਕਾਨੂੰਨ ਨੇ। ਉਹਨਾਂ ਨੂੰ ਕਹਿੰਦੇ ਆ ਗਲੋਬਲੀ ਐਕਸੈਪਟਡ ਰਾਈਪੇਰੀਅਨ ਲਾਅ, ਕਿ ਪੂਰੇ ਸੰਸਾਰਕ ਤੌਰ ਤੇ ਪ੍ਰਮਾਣਿਤ ਪਾਣੀ ਦੇ ਕਾਨੂੰਨ। ਪੰਜਾਬ ਦਾ ਇਹ ਆਰੋਪ ਆ ਕਿ ਜਿਹੜੇ ਪੂਰੇ ਸੰਸਾਰ ਤੌਰ ਤੇ ਪਾਣੀ ਦੇ ਕਾਨੂੰਨ ਜਿਨ੍ਹਾਂ ਦੇ ਮੋਹਰ ਲੱਗੀ ਹੋਈ ਆ, ਪੰਜਾਬ ਦਾ ਪਾਣੀ ਉਹਦੇ ਮੁਤਾਬਕ ਨਹੀਂ ਵੰਡਿਆ ਗਿਆ। ਪੰਜਾਬ ਦਾ ਪਾਣੀ ਇਸ ਪ੍ਰਕਾਰ ਵੰਡਿਆ ਗਿਆ ਹੈ ਕਿ ਪੰਜਾਬ ਦੇ ਹਿੱਸੇ ਦਾ ਨਜਾਇਜ਼ ਪਾਣੀ ਹਰਿਆਣੇ ਨੂੰ, ਤੇ ਉਹਦੇ ਚੋਂ ਵੀ ਇੱਕ ਬਹੁਤ ਵੱਡਾ ਹਿੱਸਾ ਰਾਜਸਥਾਨ ਨੂੰ, ਤੇ ਇੱਕ ਮੋਣਕ ਨਹਿਰ ਜਾਂ ਹੋਰ ਨਹਿਰਾਂ ਬਣਾ ਕੇ ਇੱਕ ਹਿੱਸਾ ਦਿੱਲੀ ਨੂੰ ਵੀ ਦਿੱਤਾ ਗਿਆ ਹੈ। ਤੇ ਉਸ ਮੁਤਾਬਕ ਪੰਜਾਬ ਨੂੰ ਮਿਲਣ ਵਾਲਾ ਪਾਣੀ ਪੰਜਾਬ ਦੇ ਹੱਕਾਂ ਦੇ ਮੁਤਾਬਕ ਬਹੁਤ ਥੋੜਾ ਹੈ।
ਪੰਜਾਬ ਦਾ ਪਾਣੀ ਜੇ ਹਰਿਆਣੇ ਨੂੰ ਦੇਣਾ ਸੀ, ਕਿਉਂਕਿ ਪੰਜਾਬ ਚੋਂ ਹਰਿਆਣਾ ਨਿਕਲਿਆ ਹੈ, ਤਾਂ ਦਿੱਲੀ ਵਾਸਤੇ ਪਾਣੀ ਕਿਸੇ ਹੋਰ ਨਦੀ ਚੋਂ ਵੀ ਪ੍ਰਬੰਧ ਕੀਤਾ ਜਾ ਸਕਦਾ ਸੀ ਜਾਂ ਹੋਰ ਕੁਝ ਕੀਤਾ ਜਾ ਸਕਦਾ ਹੈ। ਤਾਂ ਪੰਜਾਬ ਨੂੰ ਆਪਾਂ ਨੂੰ ਕਿ ਪੰਜਾਬ ਵਾਸਤੇ ਇਹ ਕਨਸੈਪਟ ਜਿਹੜਾ ਸੀਗਾ ਕਿ ਪੰਜਾਬ ਨੂੰ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਹਰਿਆਣੇ ਦੀ ਯਮੁਨਾ ਜਿਹੜੀ ਆ ਉਹਨੂੰ ਨੇਪਾਲ ਵਾਲੇ ਪਾਸਿਓਂ ਆ ਰਹੀ ਸ਼ਾਰਦਾ ਨਦੀ ਨਾਲ ਜੋੜਿਆ ਜਾਊਗਾ, ਤੇ ਉੱਥੋਂ ਜਿਹੜੀ ਸ਼ਾਰਦਾ ਜਦੋਂ ਯਮੁਨਾ ਨਾਲ ਜੁੜੂਗੀ ਉਹਨੂੰ ਕਿਹਾ ਜਾਊਗਾ SY ਲਿੰਕ, ਮਤਲਬ ਸ਼ਾਰਦਾ ਯਮੁਨਾ ਲਿੰਕ। ਪਰ ਦੂਜੇ ਪਾਸੇ ਉਹਦੇ ਤੇ ਧਿਆਨ ਨਾ ਦੇ ਕੇ ਜਿਹੜੀ ਨਦੀ 'ਚ ਪਾਣੀ ਬਹੁਤ ਸੀਗਾ ਇਧਰਲੇ ਪਾਸਿਓਂ ਜੋੜਨ ਦੀ ਗੱਲ ਸ਼ੁਰੂ ਕਰਤੀ। ਇਧਰਲੇ ਪਾਸਿਓਂ S4 ਕੀ ਆ ਗਿਆ, ਸਤਲੁਜ, ਕਿ ਤੁਸੀਂ ਜੇ ਉਧਰ ਪਾਣੀ ਵਾਧੂ ਆ ਉਹਨੂੰ ਵੀ ਤਾਂ ਜੋੜ ਸਕਦੇ ਸੀ। ਤਾਂ ਪੰਜਾਬੀਆਂ ਦੇ ਬਹੁਤ ਸਾਰੇ ਇਤਰਾਜ਼ ਸੀਗੇ ਇਸ ਚੀਜ਼ ਨੂੰ ਲੈ ਕੇ ਕਿ ਜੋ ਤੁਸੀਂ ਕਰ ਸਕਦੇ ਸੀ ਜੇ ਤੁਸੀਂ ਉਹ ਉਵੇਂ ਕਰਦੇ ਤਾਂ ਸ਼ਾਇਦ ਇਹ ਲੜਾਈ ਇੰਨੀ ਵੱਧਦੀ ਨਾ। ਤਾਂ ਪੰਜਾਬੀਆਂ ਦੇ ਬਹੁਤ ਸਾਰੇ ਇਤਰਾਜ਼ ਜਾਇਜ਼ ਸੀ, ਬਟ ਕਈ ਵਾਰੀ ਜਦੋਂ ਜਾਇਜ਼ ਇਤਰਾਜ਼ ਤੁਹਾਡੇ ਨਾ ਮੰਨੇ ਜਾਣ ਤਾਂ ਫਿਰ ਕਈ ਵਾਰੀ ਕੀ ਹੁੰਦਾ, ਲੜਾਈ ਵਧਾਉਣ ਵਾਸਤੇ ਤੁਸੀਂ ਜਾਇਜ਼ ਦੇ ਨਾਲ ਨਜਾਇਜ਼ ਇਤਰਾਜ਼ ਵੀ ਜੋੜ ਲੈਂਦੇ ਹੋ। ਉਹ ਤਾਂ ਜੁੜਨਗੇ ਉਦੋਂ ਜਦੋਂ ਜਾਇਜ਼ ਇਤਰਾਜ਼ ਕਿਸੇ ਤਰੀਕੇ ਨਜ਼ਰਅੰਦਾਜ਼ ਹੋਣ। ਹੁਣ ਆਪਾਂ ਇਸ ਆਨੰਦਪੁਰ ਦੇ ਮਤੇ ਬਾਰੇ ਪੜ੍ਹਦੇ ਹਾਂ ਕਿ ਇਸ ਆਨੰਦਪੁਰ ਦੇ ਮਤੇ 'ਚ ਕਹਾਣੀ ਕੀ ਸੀਗੀ। ਠੀਕ ਆ, ਜਦੋਂ 1966 'ਚ ਪੰਜਾਬ ਨੂੰ ਪੁਨਰਗਠਿਤ ਕੀਤਾ ਗਿਆ ਤੇ ਅਕਾਲੀ ਦਲ ਸੱਤਾ 'ਚ ਆਇਆ ਤੇ ਸਭ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ। ਠੀਕ ਆ, ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਇਹਨਾਂ ਦੇ ਬਾਅਦ ਪੰਜਾਬ 'ਚ ਦੁਬਾਰਾ ਫਿਰ ਬਾਦਲ ਸਾਹਿਬ ਲక్ష్మణ ਸਿੰਘ ਗਿੱਲ ਬਾਦਲ ਸਾਹਿਬ 71 ਦੀਆਂ ਚੋਣਾਂ ਤੇ ਕਾਂਗਰਸ ਸੱਤਾ 'ਚ ਆ ਗਈ ਤੇ ਕਾਂਗਰਸ ਜਿਹੜਾ ਸੀਗਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀਗਾ ਉਹ ਖਤਮ ਹੋ ਗਈ ਉਹਨਾਂ ਦੀ ਸਰਕਾਰ ਤੇ ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਜਿਹੜੇ ਸੀਗੇ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ। ਠੀਕ ਆ, 71 ਜਾਂ 72 ਦੀ ਗੱਲ ਆ। ਤਾਂ ਜਦੋਂ ਜੈਲ ਸਿੰਘ ਮੁੱਖ ਮੰਤਰੀ ਬਣੇ ਅਕਾਲੀ ਦਲ ਵਿਰੋਧੀ ਧਿਰ 'ਚ, ਤੇ ਵਿਰੋਧੀ ਧਿਰ 'ਚ ਜਾ ਕੇ ਅਕਾਲੀ ਦਲ ਸਾਰੇ ਸਿੱਖਾਂ ਨੂੰ ਇਕੱਠਾ ਕਰਕੇ ਪੰਜਾਬੀਆਂ ਨੂੰ ਇਕੱਠਾ ਕਰਕੇ ਇਹ ਅਹਿਸਾਸ ਦਿਵਾਉਣ ਲੱਗ ਪਿਆ ਕਿ ਪੰਜਾਬੀਆਂ ਦੇ ਹੱਕ, ਸਿੱਖਾਂ ਦੇ ਹੱਕ ਖਤਰੇ 'ਚ। ਅਸਲ 'ਚ ਅਕਾਲੀ ਦਲ ਇੱਕ ਥੋੜ੍ਹਾ ਜਿਹਾ ਜਗ੍ਹਾ ਕਨਫਿਊਜ਼ ਹੋ ਗਿਆ। ਕਿਤੇ ਤਾਂ ਉਹ ਗੱਲਾਂ ਕਰਨ ਲੱਗ ਪਿਆ ਸਿੱਖਾਂ ਦੇ ਹੱਕਾਂ ਦੀਆਂ ਤੇ ਕਿਤੇ ਗੱਲਾਂ ਕਰਨ ਲੱਗ ਪਿਆ ਪੰਜਾਬ ਦੇ ਹੱਕਾਂ ਦੀਆਂ। ਉਹ ਪੰਜਾਬ ਤੇ ਸਿੱਖ ਕਨਫਿਊਜ਼ ਹੋ ਗਏ ਕਿਉਂਕਿ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਹਦੇ 'ਚ ਤਾਂ ਹਿੰਦੂ ਵੀ ਆਉਣਗੇ, ਸਿੱਖਾਂ ਦੀ ਗੱਲ ਕਰਾਂਗੇ ਤਾਂ ਸਿੱਖ ਬਰਾਦਰੀ ਆਊਗੀ। ਸੋ ਕਿਤੇ ਨਾ ਕਿਤੇ ਇਸ ਮਤੇ 'ਚ ਥੋੜੀ ਜਿਹੀ ਕਨਫਿਊਜ਼ਨ ਜ਼ਰੂਰ ਸੀ। ਪਰ ਜੇ ਕੋਈ ਮੈਨੂੰ ਇਹ ਕਵੇ ਕਿ ਇਹ ਮਤਾ ਆਪਣੇ ਆਪ 'ਚ ਬਿਲਕੁਲ ਨਿਰਾਰਥਕ ਸੀਗਾ, ਇਹਦਾ ਕੋਈ ਅਰਥ ਨਹੀਂ ਸੀਗਾ, ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਪਾਣੀ ਵੰਡਣ ਲੱਗੇ ਜੇ ਤਰੀਕੇ ਨਾਲ ਨਹਿਰਾਂ ਨੂੰ ਜੋੜਿਆ ਜਾਂਦਾ ਤਾਂ ਸ਼ਾਇਦ S4 ਸ਼ਾਰਦਾ ਯਮੁਨਾ ਨਾਲ ਜੁੜਦੀ, ਨਾ ਕਿ S4 ਸਤਲੁਜ ਨੂੰ ਜੋੜਨ ਦੀ ਲੋੜ ਪੈਂਦੀ। ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਇਲਾਜ ਤਾਂ ਹੋ ਜਾਣਾ ਸੀ। ਬਟ ਜੇ ਉਸ ਇਲਾਜ ਤੇ ਨੀਤ ਨਾਲ ਕੰਮ ਕੀਤਾ ਹੁੰਦਾ ਤਾਂ ਨੀਤਾਂ ਨੂੰ ਤਾਂ ਮੁਰਾਦਾਂ ਸੀਗੀਆਂ ਤੇ ਨਾਲੇ ਹਰਿਆਣੇ ਦਾ ਸਰਦਾ ਨਾਲੇ ਪੰਜਾਬ ਦਾ ਸਰਦਾ। 16 ਅਕਤੂਬਰ 1973 ਨੂੰ ਇਹ ਮਤਾ ਜਿਹੜਾ ਕਿ ਸਰਦਾਰ ਕਪੂਰ ਸਿੰਘ ਨੇ ਤਿਆਰ ਕੀਤਾ ਸੀ, ਰਿਟਾਇਰਡ ਨਹੀਂ ਐਕਸ ICS ਆਫੀਸਰ ਨੇ ਤਿਆਰ ਕੀਤਾ ਸੀ, ਉਹਨੂੰ ਅਕਾਲੀ ਦਲ ਨੇ ਆਨੰਦਪੁਰ 'ਚ ਪ੍ਰਮਾਣਿਤ ਕਰ ਲਿਆ ਤੇ ਇਸ ਮਤੇ ਨੂੰ ਕਾਂਗਰਸ ਸੈਂਟਰ ਸਰਕਾਰ ਕੋਲ ਭੇਜਿਆ ਗਿਆ। ਜੇ ਕੋਈ ਮੈਨੂੰ ਇਹ ਕਵੇ ਕਿ ਇਸ ਮਤੇ ਦੀਆਂ ਕੁਝ ਚੀਜ਼ਾਂ ਪੜ੍ਹ ਕੇ ਸੁਣਾਓ ਤੇ ਦੱਸੋ ਇਹਦੇ 'ਚ ਕੀ ਗੈਰ ਵਾਜਬ ਮੰਗ ਸੀਗੀ ਜਿਹੜੀ ਰੱਖੀ ਗਈ ਆ। ਠੀਕ ਆ, ਸਭ ਤੋਂ ਪਹਿਲੀ ਮੰਗ ਇਹਦੇ 'ਚ ਸੀਗੀ ਕਿ ਧਾਰਮਿਕ ਤੇ ਭਾਸ਼ਾਈ ਤੌਰ ਤੇ ਜਿਹੜੇ ਘੱਟ ਗਿਣਤੀ ਬਰਾਦਰੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜਿਵੇਂ ਸਿੱਖ ਧਾਰਮਿਕ ਤੌਰ ਤੇ ਘੱਟ ਗਿਣਤੀ ਆ ਤੇ ਜਿਹੜੇ ਲੋਕ ਧਾਰਮਿਕ ਤੌਰ ਤੇ ਜਾਂ ਭਾਸ਼ਾ ਦੇ ਤੌਰ ਤੇ ਘੱਟ ਗਿਣਤੀ ਆ ਉਹਨਾਂ ਦੇ ਹੱਕ ਜਿਹੜੇ ਆ ਉਹਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਤੇ ਕੇਂਦਰ ਤੇ ਰਾਜਾਂ ਦੇ ਜਿਹੜੇ ਸਬੰਧ ਆ, ਅਕਸਰ ਆਪਾਂ ਕਹਿੰਦੇ ਆ ਕਿ ਕੇਂਦਰ ਨੇ ਕੁਝ ਇਹੋ ਜਿਹੇ ਸੰਸਥਾਨ ਬਣਾ ਲਏ ਸੀ ਜਿਹੜੇ ਸੂਬਿਆਂ ਦੀ ਤਾਕਤ ਖੋਹਣ ਲੱਗ ਪਏ ਸੀ, ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਨਵੇਂ ਸਿਰੇ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਸਬੰਧ ਪਰਿਭਾਸ਼ਿਤ ਕੀਤੇ ਜਾਣ। ਮਤਲਬ ਕਿ ਕੇਂਦਰ ਤੇ ਸੂਬਿਆਂ ਦੇ ਵਿੱਚ ਕਿਵੇਂ ਦੀਆਂ ਸ਼ਕਤੀਆਂ ਦੀ ਵੰਡ ਹੋਊਗੀ ਇਹਨੂੰ ਫਿਕਸ ਕੀਤਾ ਜਾਵੇ। ਇਹ ਨਾ ਹੋਵੇ ਕਿ ਕੇਂਦਰ ਜਦੋਂ ਜੀ ਕਰੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾ ਕੇ ਉੱਥੋਂ ਦੀ ਸਰਕਾਰ ਭੰਗ ਕਰ ਦੇ। ਸੋ ਇਹਦੇ ਵਾਸਤੇ ਸਭ ਤੋਂ ਵੱਡਾ ਰੋਲ ਪਤਾ ਕਿਹਦਾ ਸੀ? ਅਦਾਲਤਾਂ ਦਾ। ਤੇ ਅਦਾਲਤਾਂ ਉਦੋਂ ਕੇਂਦਰ ਸਰਕਾਰ ਦੇ ਜਾਂ ਪਿੱਠੂ ਬਣੀਆਂ ਹੋਈਆਂ ਸੀ। ਨਹੀਂ ਤਾਂ ਮੈਨੂੰ ਇੱਕ ਗੱਲ ਦੱਸੋ, ਆ ਪਿੱਛੇ ਜੇ 2-4 ਸਾਲ ਪਹਿਲਾਂ ਜਦੋਂ 3-4 ਸਾਲ ਹੋ ਗਏ ਉੱਤਰਾਖੰਡ ਤੇ ਅਰੁਣਾਚਲ ਪ੍ਰਦੇਸ਼ 'ਚ ਮੋਦੀ ਸਰਕਾਰ ਨੇ ਉੱਥੇ ਰਾਸ਼ਟਰਪਤੀ ਸ਼ਾਸਨ ਲਾ ਕੇ ਉੱਥੋਂ ਦੀਆਂ ਸਰਕਾਰਾਂ ਭੰਗ ਕਰਤੀਆਂ। ਤੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਨੈਣੀਤਾਲ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਮੋਦੀ ਸਰਕਾਰ ਨੇ ਧੱਕਾ ਕੀਤਾ ਹੈ, ਸਰਕਾਰ ਨੂੰ ਦੁਬਾਰਾ ਫੇਰ ਲਿਆਂਦਾ ਜਾਵੇ। ਤਾਂ ਜੇ ਅਦਾਲਤਾਂ ਦੇ ਰੀੜ੍ਹ ਦੀ ਹੱਡੀ ਹੈਗੀ ਆ ਨਾ ਤਾਂ ਹੋ ਹੀ ਨਹੀਂ ਸਕਦਾ ਕਿ ਕੇਂਦਰ ਤੇ ਸੂਬੇ ਦੇ ਜਿਹੜੇ ਸਬੰਧ ਆ ਉਹਨਾਂ 'ਚ ਕੋਈ ਨੁਕਸਾਨ ਹੋ ਜੇ। ਅਦਾਲਤਾਂ ਦੀ ਜ਼ਿੰਮੇਵਾਰੀ ਬਣਦੀ ਆ। ਅਦਾਲਤਾਂ ਕੇਂਦਰ ਸਰਕਾਰ ਦੀਆਂ ਪਿੱਠੂ ਬਣ ਕੇ ਰਹਿ ਗਈਆਂ ਤੇ ਇਹ ਸਬੰਧ ਖਰਾਬ ਹੁੰਦੇ ਗਏ ਤੇ ਉਹ ਸੂਬਿਆਂ ਦੇ ਦਿਲਾਂ 'ਚ ਨਫ਼ਰਤ ਪੈਦਾ ਹੋ ਗਈ। ਉਹਦੇ 'ਚ ਤਾਂ ਨਿਕਲਿਆ ਮਤੇ, ਨਹੀਂ ਤੇ ਇਹੋ ਜਿਹੇ ਮਤੇ ਲੈ ਕੇ ਆਉਣ ਦੀ ਲੋੜ ਹੀ ਨਹੀਂ।
ਨੈਕਸਟ ਅਗਲੀ ਗੱਲ, ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਮਿਲਾਏ ਜਾਣ। ਇਹ ਮੈਂ ਤੁਹਾਨੂੰ ਦੱਸਿਆ ਸੀ ਕਿ 66 ਵੇਲੇ ਅੰਬਾਲਾ, ਪਹੇਵਾ ਵਰਗੇ ਸ਼ਹਿਰ ਜਿਹੜੇ ਸੀ ਪੰਜਾਬੀ ਬੋਲਣ ਵਾਲੇ, ਅੰਬਾਲੇ ਤੱਕ ਪੰਜਾਬੀ ਬੋਲਣ ਵਾਲੇ ਲੋਕ ਸੀ, ਉਹ ਹਰਿਆਣੇ ਪੰਜਾਬ ਨੂੰ ਦਿੱਤੇ ਜਾਣ, ਇਹ ਪੰਜਾਬੀਆਂ ਦੀ ਮੰਗ ਸੀ। ਚੰਡੀਗੜ੍ਹ ਪੰਜਾਬ 'ਚ ਮਿਲਾਇਆ ਜਾਵੇ, ਇਹ ਮੰਗ ਸੀ। ਲੁਧਿਆਣੇ ਵਿਖੇ ਸਟਾਕ ਐਕਸਚੇਂਜ ਖੋਲੀ ਜਾਵੇ, ਜਿਹੜੀ ਕਿ ਅੱਗੇ ਖੋਲੀ ਵੀ ਗਈ ਤੇ ਉਸ ਤੋਂ ਬਾਅਦ ਹੁਣ ਉਹ ਬੰਦ ਵੀ ਹੋ ਗਈ ਹੈ। ਠੀਕ ਹੈ, ਨਹੀਂ ਚੱਲ ਸਕੀ ਬਟ ਮੰਗ ਸੀਗੀ ਤੇ ਬਹੁਤ ਸਾਰੀਆਂ ਮੰਗਾਂ ਨੂੰ ਮੰਨਿਆ ਵੀ ਗਿਆ ਬਾਅਦ 'ਚ। ਠੀਕ ਆ, ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ, ਉਸ ਸਮੇਂ ਇੰਦਰਾ ਗਾਂਧੀ ਇੱਕ ਕਾਨੂੰਨ ਲੈ ਕੇ ਆਈ ਸੀ, ਫੇਮਾ, ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਜੇ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ, ਕਿ ਵਿਦੇਸ਼ੀ ਮੁਦਰਾ ਜਿਹੜੀ ਆ, ਠੀਕ ਆ, ਉਹ ਜਿੰਨੀ ਵੀ ਬਾਹਰੋਂ ਇੱਥੇ ਤੇ ਇੱਥੋਂ ਬਾਹਰ ਜਾਊਗੀ ਉਹ RBI ਦੀ ਨਿਗਰਾਨੀ 'ਚ ਜਾਊਗੀ। ਤੇ ਉਹਦੇ ਕਰਕੇ ਪੰਜਾਬ ਦਾ ਬਹੁਤ ਕੰਮ ਪ੍ਰਭਾਵਿਤ ਹੋਇਆ, ਕਿਉਂਕਿ ਬਹੁਤ ਸਾਡੇ ਪੰਜਾਬੀ ਬਾਹਰ ਗਏ ਹੋਏ ਸੀਗੇ ਤੇ ਪੰਜਾਬੀ ਇਸ ਕੰਮ ਤੋਂ ਇਸ ਕਾਨੂੰਨ ਤੋਂ ਜ਼ਿਆਦਾ ਦੁਖੀ ਸੀ। ਉਸ ਕਾਨੂੰਨ 'ਚ ਸੋਧ ਮੰਗੀ ਗਈ ਤੇ ਮੈਂ ਕਹਿੰਦਾ ਜਿਹੜਾ ਕਾਨੂੰਨ ਤੁਹਾਡੇ ਕੰਮਕਾਰ ਨੂੰ ਰੋਕੇ, ਤੁਹਾਡੇ ਉਸ ਕਾਨੂੰਨ 'ਚ ਸੋਧ ਮੰਗਣਾ ਤੁਹਾਡਾ ਹੱਕ ਆ, ਅਮੈਂਡਮੈਂਟ ਮੰਗਣੀ ਤੁਹਾਡਾ ਹੱਕ ਆ। ਤਾਂ ਪੰਜਾਬੀਆਂ ਦੀਆਂ ਮੰਗਾਂ ਨੂੰ ਗੈਰ ਵਾਜਬ ਤਾਂ ਕਿਹਾ ਹੀ ਨਹੀਂ ਜਾ ਸਕਦਾ, ਬਿਲਕੁਲ ਕਲੀਅਰ ਕੱਟ ਆ। ਸ਼ੂਗਰ ਮਿੱਲਾਂ ਦੀ ਮੰਗ ਸੀਗੀ। ਉਸ ਤੋਂ ਬਾਅਦ ਪੰਜਾਬੀ ਨੂੰ ਪੰਜਾਬ ਤੋਂ ਬਿਨਾਂ ਹਰਿਆਣੇ, ਯੂਪੀ, ਹਰਿਆਣਾ, ਹਿਮਾਚਲ, ਜੰਮੂ ਤੇ ਦਿੱਲੀ, ਇਹਦੇ 'ਚ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਗੱਲ ਵੀ ਕੀਤੀ ਗਈ ਕਿ ਪੰਜਾਬ 'ਚ ਇਹਦਾ ਪਹਿਲਾ ਦਰਜਾ ਹੈ ਤੇ ਬਾਕੀ ਨਾਲੇ ਗਵਾਂਢੀ ਸੂਬਿਆਂ 'ਚ ਇਹਦਾ ਦੂਜਾ ਦਰਜਾ ਦਿੱਤਾ ਜਾਵੇ। ਤੇ ਇਹ ਸਿੰਪਲ ਜੀਆਂ ਸਿੰਪਲ ਬਹੁਤ ਸਹੀ ਮੰਗਾਂ ਸੀਗੀਆਂ। ਟਰੈਕਟਰਾਂ ਤੋਂ ਐਕਸਾਈਜ਼ ਡਿਊਟੀ, ਬਈ ਇੱਕ ਗੱਲ ਦੱਸੋ, ਤੁਸੀਂ ਪੰਜਾਬ 'ਚ 1967-68 'ਚ ਹਰੀ ਕ੍ਰਾਂਤੀ ਲੈ ਕੇ ਆਏ ਹੋ। ਹਰੀ ਕ੍ਰਾਂਤੀ ਤੋਂ ਬਾਅਦ ਇੱਥੇ ਬੰਪਰ ਕ੍ਰੌਪ ਹੋ ਰਹੀ ਆ, ਖੇਤੀਬਾੜੀ ਬਹੁਤ ਵੱਡੇ ਲੈਵਲ ਤੇ ਹੋ ਰਹੀ ਆ, ਟਰੈਕਟਰਾਂ ਦੀ ਲੋੜ ਨਹੀਂ ਪਊਗੀ। ਤੇ ਤੁਸੀਂ ਟਰੈਕਟਰਾਂ ਤੇ ਇੰਨੀ ਐਕਸਾਈਜ਼ ਡਿਊਟੀ ਲਾਈ ਹੋਈ ਆ, ਤੁਸੀਂ ਟਰੈਕਟਰਾਂ ਤੇ ਇੰਨੀ ਜ਼ਿਆਦਾ ਐਕਸਾਈਜ਼ ਡਿਊਟੀ ਲਾਈ ਹੋਈ ਆ, ਤਾਂ ਤੁਸੀਂ ਇਹ ਉਮੀਦ ਕਿਵੇਂ ਕਰ ਸਕਦੇ ਹੋ ਕਿ ਬਈ ਸਾਡੇ ਪੰਜਾਬ 'ਚ ਲੋਕ ਟਰੈਕਟਰ ਖਰੀਦ ਸਕਣਗੇ? ਤਾਂ ਇਹੋ ਜਿਹੀਆਂ ਸਾਰੀਆਂ ਮੰਗਾਂ ਜਿਹੜੀਆਂ ਸੀਗੀਆਂ ਉਹ ਮੰਗੀਆਂ ਗਈਆਂ। ਹੁਣ ਮੈਂ ਇਹ ਵੀ ਗੱਲ ਕਲੀਅਰ ਕਰਦਾ ਕਿ ਕੁਝ ਮੰਗਾਂ ਤਾਂ ਇਸ ਤਰੀਕੇ ਦੀਆਂ ਸੀ ਜਿਹੜੀਆਂ ਪੰਜਾਬੀਆਂ ਦੇ ਦਿਲਾਂ ਨੂੰ ਛੂਹਦੀਆਂ ਸੀ, ਪਰ ਵਿੱਚ ਇੱਕ ਦੋ ਮੰਗਾਂ ਇਹੋ ਜਿਹੀਆਂ ਮੰਗ ਲਈਆਂ ਜਿਹੜੀਆਂ ਸਿੱਖਾਂ ਵਾਸਤੇ ਸੀ। ਕਿ ਜਿਵੇਂ ਸਭ ਤੋਂ ਵੱਡੀ ਮੰਗ ਸੀ ਕਿ ਅੰਮ੍ਰਿਤਸਰ ਤੋਂ ਜਿਹੜਾ ਸਾਡਾ ਪ੍ਰਸਾਰਣ ਹੁੰਦਾ ਹੈ ਉਹ ਰੇਡੀਓ ਤੇ ਸਾਨੂੰ ਬਿਲਕੁਲ ਇੱਕ ਡੈਡੀਕੇਟਡ ਪਲੇਟਫਾਰਮ ਦਿੱਤਾ ਜਾਵੇ ਤਾਂ ਜੋ ਅੰਮ੍ਰਿਤਸਰ ਦੀ ਗੁਰਬਾਣੀ ਜਿਹੜੀ ਆ ਘਰ ਘਰ ਤੱਕ ਪਹੁੰਚ ਸਕੇ, ਜਿਵੇਂ ਹੁਣ PTC ਜਾਂ ਹੋਰ ਚੈਨਲਾਂ ਦੇ ਥਰੂ ਪਹੁੰਚਦੀ ਆ। ਤਾਂ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਮੰਗਾਂ ਅਨੰਦਪੁਰ ਦੇ ਮਤੇ ਦੀਆਂ ਸੀਗੀਆਂ। ਇਹਨਾਂ 'ਚ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਸੀਗੀਆਂ, ਠੀਕ ਹੈ, ਜਿਹੜੀਆਂ ਉਸ ਟਾਈਮ ਮੰਗੀਆਂ ਗਈਆਂ। ਹੁਣ ਇਹ ਜਦੋਂ ਮੰਗਾਂ ਮੰਗੀਆਂ ਸੀਗੀਆਂ, ਇਹ ਗੱਲ ਆ 1973-74 ਦੀ। ਫੇਰ ਸਾਲ ਆਇਆ 1975। ਹੁਣ ਸਟੋਰੀ ਸੁਣਿਓ, ਸਾਲ ਆ ਗਿਆ 1975। ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ। ਇੰਦਰਾ ਗਾਂਧੀ ਨੇ 1975 'ਚ ਪੂਰੇ ਦੇਸ਼ 'ਚ ਐਮਰਜੈਂਸੀ ਲਾਤੀ। ਇੰਦਰਾ ਗਾਂਧੀ ਨੇ 1975 'ਚ ਐਮਰਜੈਂਸੀ ਲਾਤੀ। ਉਸ ਐਮਰਜੈਂਸੀ ਦੌਰਾਨ ਪੰਜਾਬ ਦੇ ਵਿੱਚ ਆਨੰਦਪੁਰ ਦੇ ਮਤੇ ਨੂੰ ਲੈ ਕੇ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਸੀ। ਉਹਨਾਂ ਪ੍ਰਦਰਸ਼ਨਾਂ ਨੂੰ ਇੰਦਰਾ ਗਾਂਧੀ ਨੇ ਬੜੇ ਖਤਰਨਾਕ ਤਰੀਕੇ ਨਾਲ ਦਬਾਤਾ ਤੇ ਸਭ ਤੋਂ ਵੱਧ ਅਸਰ ਹੋਇਆ ਅੰਮ੍ਰਿਤਸਰ ਤੇ ਤਰਨਤਾਰਨ, ਜਿੱਥੇ ਹਰਮੰਦਰ ਸਾਹਿਬ ਗੁਰਦੁਆਰੇ ਦੇ ਨੇੜੇ ਬਹੁਤ ਇਕੱਠ ਨੂੰ ਬੜੇ ਬੇਰਹਿਮੀ ਨਾਲ ਕੁਚਲਿਆ ਗਿਆ। ਐਮਰਜੈਂਸੀ ਸੀਗੀ, ਵਿਰੋਧੀ ਧਿਰ ਦੇ ਸਾਰੇ ਨੇਤਾ ਚੱਕ ਕੇ ਜੇਲ੍ਹਾਂ 'ਚ ਸੁੱਟਤੇ। 1975 ਤੋਂ ਲੈ ਕੇ 1976 ਦੇ ਦਸੰਬਰ ਤੱਕ ਕਿਸੇ ਦੀ ਸਾਰ ਨਹੀਂ ਲਈ। ਐਮਰਜੈਂਸੀ ਦੌਰਾਨ ਜੋ ਧੱਕਾ ਪੰਜਾਬ 'ਚ ਹੋਇਆ, ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, 1972 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਜਿਸ 'ਚ ਗਿਆਨੀ ਜੈਲ ਸਿੰਘ ਚੁਣੇ ਗਏ ਸੀਗੇ। 72 ਦੀਆਂ ਚੋਣਾਂ ਤੋਂ ਬਾਅਦ ਅਗਲੀਆਂ ਚੋਣਾਂ 77 'ਚ ਹੋਣੀਆਂ ਸੀ ਜਾ ਕੇ। ਤਾਂ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਦੇਸ਼ 'ਚ ਐਮਰਜੈਂਸੀ ਲੱਗੀ ਹੋਈ ਸੀ ਤੇ ਇਸ ਐਮਰਜੈਂਸੀ ਦੌਰਾਨ ਪੰਜਾਬੀਆਂ ਤੇ ਬਹੁਤ ਅਤਿਆਚਾਰ ਹੋਏ। ਇੰਦਰਾ ਗਾਂਧੀ ਨੂੰ ਗੁੱਸਾ ਸੀ ਇਹਨਾਂ ਦੇ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਦਾ ਕਿ ਕਿਸ ਤਰੀਕੇ ਨਾਲ ਇਹ ਮੰਗਾਂ ਮੰਨੀਆਂ ਜਾ ਰਹੀਆਂ। 1977 ਤੱਕ ਜਾਂਦੇ ਜਾਂਦੇ ਇੰਦਰਾ ਗਾਂਧੀ ਦਾ ਹੰਕਾਰ ਟੁੱਟਿਆ। ਇੰਦਰਾ ਗਾਂਧੀ ਨੇ ਐਮਰਜੈਂਸੀ ਵਾਲਾ ਫੈਸਲਾ ਵਾਪਸ ਲਿਆ। 77 'ਚ ਦੇਸ਼ 'ਚ ਚੋਣਾਂ ਹੋਈਆਂ। ਜਦੋਂ ਦੇਸ਼ ਦੀਆਂ ਚੋਣਾਂ ਹੋਈਆਂ ਤੇ ਇੰਦਰਾ ਗਾਂਧੀ ਖੁਦ ਸੱਤਾ 'ਚੋਂ ਬਾਹਰ ਹੋ ਗਈ ਤੇ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਭਾਰਤ 'ਚ ਚੁਣੀ ਗਈ। ਮੁਰਾਰਜੀ ਦੇਸਾਈ 1977 ਦੀ ਮਾਰਚ ਦੀ 23 ਤਰੀਕ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤੇ ਕੇਂਦਰ ਦੀ ਸਰਕਾਰ ਨੇ ਉਹੀ ਕੀਤਾ ਜੋ ਕਰਦੀਆਂ। ਜਿੱਥੇ ਜਿੱਥੇ ਗੈਰ ਕਾਂਗਰਸੀ ਸਰਕਾਰਾਂ ਸੀ ਉੱਥੇ ਰਾਸ਼ਟਰਪਤੀ ਸ਼ਾਸਨ ਲਾਤਾ ਤੇ ਉਸੇ ਹਿਸਾਬ ਨਾਲ ਪੰਜਾਬ 'ਚ ਵੀ ਲੱਗ ਗਿਆ। ਗਿਆਨੀ ਜੈਲ ਸਿੰਘ ਦੀ ਸਰਕਾਰ ਜਿਹੜੀ ਸੀ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਗਿਆਨੀ ਜੈਲ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ 'ਚ ਦੁਬਾਰਾ ਵੋਟਾਂ ਪਾਈਆਂ ਗਈਆਂ ਤੇ ਪੰਜਾਬ ਦੇ ਵਿੱਚ ਇੱਕ ਗਠਬੰਧਨ ਦੀ ਸਰਕਾਰ ਆਈ।
ਪੰਜਾਬ ਦੇ ਵਿੱਚ ਗਠਬੰਧਨ ਦੀ ਸਰਕਾਰ ਆਈ, ਜਿਹਦੇ 'ਚ ਅਕਾਲੀ ਦਲ ਤੇ ਜਨਤਾ ਪਾਰਟੀ। ਤੁਸੀਂ ਕਹੋਗੇ ਇਹ ਨਾਂ ਸੁਣਿਆ ਨਹੀਂ ਹੋਇਆ, ਭਾਰਤੀ ਜਨਤਾ ਪਾਰਟੀ ਸੁਣਿਆ ਹੋਇਆ ਹੈ। ਉਸ ਟਾਈਮ ਇੱਕ ਪਾਰਟੀ ਹੁੰਦੀ ਸੀ ਜਨਤਾ ਪਾਰਟੀ। ਜਨਤਾ ਪਾਰਟੀ ਦੀ ਤੇ ਅਕਾਲੀ ਦਲ ਦੀ ਮਿਲ ਕੇ ਸਰਕਾਰ ਆਈ ਤੇ ਪ੍ਰਕਾਸ਼ ਸਿੰਘ ਬਾਦਲ ਦੂਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਇਹ ਗੱਲ 77 ਦੀ ਆ, ਜਦੋਂ ਕੇਂਦਰ ਦੇ ਵਿੱਚ ਮੁਰਾਰਜੀ ਦੇਸਾਈ ਦੀ ਸਰਕਾਰ ਸੀ। 1977 ਤੋਂ ਲੈ ਕੇ 1980 ਤੱਕ 3 ਸਾਲ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਰਹੀ। ਤੁਸੀਂ ਕਹੋਗੇ ਵੋਟਾਂ ਪੈਣ ਤੋਂ ਬਾਅਦ ਤਾਂ ਸਰਕਾਰ 5 ਸਾਲ ਚੱਲਦੀ ਆ, ਫਿਰ 3 ਸਾਲ ਕਿਉਂ ਚੱਲੀ? ਇਹਦੇ ਪਿੱਛੇ ਵੀ ਇੱਕ ਕਹਾਣੀ ਆ। ਹੁਣ ਅਕਾਲੀ ਦਲ ਤੇ ਇੱਕ ਜ਼ਿੰਮੇਵਾਰੀ ਸੀ ਆਨੰਦਪੁਰ ਦੇ ਮਤੇ ਨੂੰ ਲਾਗੂ ਕਰਵਾਉਣ ਦੀ, ਕਿ ਹੁਣ ਤੁਸੀਂ ਕੇਂਦਰ ਤੇ ਦਬਾਅ ਪਾਓ। ਹੁਣ ਤਾਂ ਕੇਂਦਰ 'ਚ ਵੀ ਤੁਹਾਡੀ ਮਨਪਸੰਦ ਦੀ ਸਰਕਾਰ ਆ। ਉਦੋਂ ਤਾਂ ਤੁਸੀਂ ਹੱਕ ਮੰਗਦੇ ਸੀਗੇ ਆਪਣੇ, ਠੀਕ ਆ, ਹੁਣ ਤੁਹਾਡੇ ਹੱਕ ਕਿੱਥੇ ਗਏ ਆ? ਹੁਣ ਤੁਸੀਂ ਕਾਂਗਰਸ ਨੂੰ ਕਹਿੰਦੇ ਸੀ ਕਿ ਕੇਂਦਰ 'ਚ ਕਾਂਗਰਸ ਆ, ਇਸ ਕਰਕੇ ਆਨੰਦਪੁਰ ਦਾ ਮਤਾ ਪਾਸ ਨਹੀਂ ਹੋ ਸਕਦਾ। ਹੁਣ ਤਾਂ ਕੇਂਦਰ 'ਚ ਵੀ ਤੁਹਾਡੀ ਹੀ ਸਰਕਾਰ ਆ। ਹੁਣ ਅਸਲ 'ਚ ਕਾਂਗਰਸ ਬੈਕਫੁੱਟ ਤੇ ਸੀਗੀ। ਕਾਂਗਰਸ ਹਾਰੀ ਹੋਈ ਪਾਰਟੀ ਸੀ, ਹਾਰੀ ਹੋਈ ਇੰਦਰਾ ਗਾਂਧੀ, ਹਾਰਿਆ ਹੋਇਆ ਉਹਦਾ ਮੁੰਡਾ ਸੰਜੇ ਗਾਂਧੀ। ਇਹ ਦੋਵੇਂ ਪੋਲੀਟੀਕਲ ਲੀਡਰ ਸੀਗੇ, ਜਿਹੜੇ ਪੰਜਾਬ 'ਚ ਕੁਝ ਐਵੇਂ ਤਾਂ ਕਰਨਾ ਚਾਹੁੰਦੇ ਸੀ ਜਿਹਦੇ ਨਾਲ ਕੀ ਹੋਊਗਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕਾਟ ਲਾਈ ਜਾ ਸਕੇ। ਇਹੀ ਉਹ ਸਮਾਂ ਸੀ ਜਦੋਂ ਪੰਜਾਬ ਦੀ ਰਾਜਨੀਤੀ ਜਿਹੜੀ ਸੀ, ਧਾਰਮਿਕ ਰਾਜਨੀਤੀ, ਉਹ ਅੰਮ੍ਰਿਤਸਰ ਚੋਂ ਨਿਕਲ ਕੇ ਦਮਦਮਾ ਸਾਹਿਬ ਪਹੁੰਚ ਗਈ। ਕਿਉਂਕਿ ਇਸ ਟਾਈਮ ਦਮਦਮਾ ਸਾਹਿਬ ਦੇ ਮੁਖੀ ਸੀ ਜਿਹੜੇ, ਠੀਕ ਆ, ਉਹ ਇਹਨਾਂ ਦਿਨਾਂ 'ਚ ਹੀ ਬਣਦੇ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 14ਵੇਂ ਮੁਖੀ ਸੀਗੇ, ਠੀਕ ਆ। ਤਾਂ ਉਹਨਾਂ ਤੋਂ ਪਹਿਲਾਂ ਵਾਲੇ ਮੁਖੀ ਦੀ ਅਚਾਨਕ ਡੈਥ ਹੋਣ ਕਰਕੇ, ਸਿਰ 'ਚ ਸੱਟ ਲੱਗਣ ਕਰਕੇ ਉਹਨਾਂ ਦੀ ਡੈਥ ਹੋਈ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਦਮਦਮੀ ਟਕਸਾਲ ਦੇ ਮੁਖੀ ਦੇ ਤੌਰ ਤੇ ਬਣਾਇਆ ਗਿਆ। ਇਹ ਗੱਲ 1976-77 ਦੀ ਹੀ ਆ। ਉਸ ਟਾਈਮ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਆ ਗਈ। ਤੇ ਬੜੀ ਹੈਰਾਨੀ ਵਾਲੀ ਗੱਲ ਆ ਕਿ ਪੰਜਾਬ ਦੀ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ, ਉਹ ਇਕੱਲੀ ਅਕਾਲੀ ਦਲ ਦੀ ਸਰਕਾਰ ਨਹੀਂ, ਸਿਆਸਤ ਤੁਹਾਨੂੰ ਕਿਵੇਂ ਵਰਤਦੀ ਆ, ਇਹਦੀ ਸਭ ਤੋਂ ਜੀਂਦੀ ਜਾਗਦੀ ਐਗਜ਼ਾਮਪਲ ਪਤਾ ਕੀ ਆ? ਅਕਾਲੀ ਦਲ ਨੂੰ ਸਪੋਰਟ ਸੀ ਸਿੱਖਾਂ ਦੀ, ਤੇ ਜਨਤਾ ਦਲ ਨੂੰ ਸਪੋਰਟ ਸੀ ਪੰਜਾਬ 'ਚ ਇੱਕ ਹੋਰ ਧਾਰਮਿਕ ਬਰਾਦਰੀ ਆ, ਨਿਰੰਕਾਰੀ ਸਮਾਜ। ਸੁਣਿਆ ਹੋਣਾ ਤੁਸੀਂ, ਨਿਰੰਕਾਰੀ ਸਮਾਜ ਨੂੰ ਸਪੋਰਟ ਕਰਦਾ ਸੀ ਜਨਤਾ ਪਾਰਟੀ ਨੂੰ, ਤੇ ਸਿੱਖ ਸਪੋਰਟ ਕਰਦੇ ਸੀ ਅਕਾਲੀ ਦਲ ਨੂੰ। ਇਹਨਾਂ ਨੇ ਆਪਣੀ ਸਰਕਾਰ ਪੰਜਾਬ 'ਚ ਬਣਾਈ ਹੋਈ ਆ, ਤੇ ਸਿੱਖਾਂ ਤੇ ਨਿਰੰਕਾਰੀਆਂ ਦੀ ਆਪਸ 'ਚ ਨਹੀਂ ਸੀ ਬਣਦੀ। ਕੁਝ ਧਾਰਮਿਕ ਮਤਭੇਦ ਸੀਗੇ ਇਹਨਾਂ 'ਚ, ਸਿੱਖ ਗੁਰਬਾਣੀ ਨੂੰ ਲੈ ਕੇ, ਜਾਂ ਬਾਣੀ ਦੇ ਕੰਠ ਨੂੰ ਲੈ ਕੇ, ਜਾਂ ਗ੍ਰੰਥ ਨੂੰ ਲੈ ਕੇ। ਜਿਹੜਾ ਗ੍ਰੰਥ ਨਿਰੰਕਾਰੀ ਸਮਾਜ ਵੱਲੋਂ ਤਿਆਰ ਕੀਤਾ ਗਿਆ ਸੀ, ਉਹਨੂੰ ਲੈ ਕੇ ਸਿੱਖ ਧਰਮ ਨੂੰ ਇਤਰਾਜ਼ ਸੀ। ਉਸ ਤੋਂ ਵੱਧ 5 ਪਿਆਰਿਆਂ ਦੀ ਜਗ੍ਹਾ ਜਿਹੜੇ 7 ਸਿਤਾਰੇ ਨਿਰੰਕਾਰੀ ਸਮਾਜ ਵੱਲੋਂ ਬਣਾਏ ਗਏ ਸੀਗੇ, ਉਹਦੇ ਤੇ ਸਿੱਖ ਧਰਮ ਨੂੰ ਬੜਾ ਇਤਰਾਜ਼ ਸੀ। ਬਾਬਾ ਅਵਤਾਰ ਸਿੰਘ ਨੇ ਇਹ ਸਾਰਾ ਕੁਝ ਕੀਤਾ ਸੀ। ਉਸ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਅਗਲੇ ਮੁਖੀ ਬਣਦੇ ਆ ਨਿਰੰਕਾਰੀ ਸਮਾਜ ਦੇ, ਠੀਕ ਆ। ਤਾਂ ਇਹ ਨਿਰੰਕਾਰੀ ਸਮਾਜ ਦੇ ਜਦੋਂ ਬਾਬਾ ਗੁਰਬਚਨ ਸਿੰਘ ਮੁਖੀ ਬਣਦੇ ਆ, ਉਸ ਟਾਈਮ ਤੱਕ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਆ ਚੁੱਕੀ ਸੀ। 77 ਤੋਂ 80 ਦਾ ਦੌਰ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਦਮਦਮੀ ਟਕਸਾਲ ਨੂੰ ਚਲਾ ਰਹੇ ਸੀ, ਉਹ ਬੜੇ ਅਗਰੈਸਿਵ ਸੀਗੇ ਨਿਰੰਕਾਰੀਆਂ ਨੂੰ ਲੈ ਕੇ। ਹੁਣ ਇੱਕ ਗੱਲ ਬੜੀ ਕਲੀਅਰ ਸੀ, ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਨੂੰ ਲੈ ਕੇ, ਨਿਰੰਕਾਰੀਆਂ ਨੂੰ ਲੈ ਕੇ ਗੁੱਸੇ 'ਚ ਸੀ, ਨਿਰੰਕਾਰੀਆਂ ਨੂੰ ਸਪੋਰਟ ਕਿਹਦੀ ਹਾਸਲ ਸੀ? ਜਨਤਾ ਪਾਰਟੀ ਦੀ। ਤੇ ਜਨਤਾ ਪਾਰਟੀ ਕਿਹਦੇ ਨਾਲ ਮਿਲ ਕੇ ਸਰਕਾਰ ਚਲਾ ਰਹੀ ਸੀ? ਅਕਾਲੀ ਦਲ ਨਾਲ। ਇਟ ਮੀਨਸ ਕਿਸੇ ਨਾ ਕਿਸੇ ਤਰੀਕੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਟਾਈਮ ਦੇ ਮੁੱਖ ਮੰਤਰੀ ਸੀ, ਉਹਨਾਂ ਦੀ ਇਕੁਏਸ਼ਨ ਕਿਸੇ ਵੀ ਤਰੀਕੇ ਨਾਲ ਦਮਦਮੀ ਟਕਸਾਲ ਨਾਲ ਮੈਚ ਨਹੀਂ ਸੀ ਕਰ ਰਹੀ। ਸਾਫ਼ ਦਿਸ ਹੀ ਰਿਹਾ ਆਪਾਂ ਨੂੰ। ਤੇ ਤੁਹਾਨੂੰ ਪਤਾ ਹੈ ਕਿ ਸਿਆਸਤ 'ਚ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਜਦੋਂ ਕਾਂਗਰਸ ਨੂੰ ਇਹ ਗੱਲ ਸਮਝ ਆਈ ਤਾਂ ਕਾਂਗਰਸ ਦਮਦਮੀ ਟਕਸਾਲ ਨੂੰ ਸਪੋਰਟ ਕਰਨ ਲੱਗ ਪਈ। ਦਮਦਮੀ ਟਕਸਾਲ ਨੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਾਂਗਰਸ ਦੀ ਸਪੋਰਟ ਲਈ ਕਿ ਨਹੀਂ, ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਬਟ ਇੰਨਾ ਜ਼ਰੂਰ ਆ ਕਿ ਕਾਂਗਰਸ ਉਹਨਾਂ ਨੂੰ ਸਪੋਰਟ ਕਰ ਰਹੀ ਸੀ, ਕਿਉਂਕਿ ਉਹਨਾਂ ਦੀ ਸਪੋਰਟ 'ਤੇ ਇਹਨਾਂ ਨੂੰ ਫਾਇਦਾ ਦਿਸਦਾ ਸੀਗਾ। ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਇਹੋ ਜਿਹੇ ਸਿੱਖ ਲੀਡਰ ਨੇ ਜਿਹੜੇ ਅਕਾਲੀ ਦਲ ਨੂੰ ਕੱਟ ਸਕਦੇ ਆ, ਜਿਹੜੇ ਅਕਾਲੀ ਦਲ ਨੂੰ, ਧਾਰਮਿਕ ਪਾਰਟੀ ਨੂੰ ਵੀ ਡੀਫੇਮ ਕਰਵਾ ਸਕਦੇ ਆ। ਕਿਉਂਕਿ ਉਹ ਇੱਕ ਧਾਰਮਿਕ ਲੀਡਰ ਨੇ ਤੇ ਉਹ ਇਹ ਸਾਬਤ ਕਰ ਸਕਦੇ ਆ ਕਿ ਅਕਾਲੀ ਦਲ ਝੂਠਾ ਹੈ, ਤੇ ਉਹਨਾਂ ਦੇ ਮੋਢੇ ਤੇ ਸਵਾਰ ਹੋ ਕੇ ਅਸੀਂ ਦੁਬਾਰਾ ਸੱਤਾ 'ਚ ਆ ਜਾਵਾਂਗੇ।
ਸੋ ਇਹ ਇੱਕ ਪੋਲੀਟੀਕਲ ਸੋਚ ਪੋਲੀਟੀਕਲ ਲੀਡਰਾਂ ਦੀ ਹੁੰਦੀ ਆ। ਕਿਸੇ ਵੀ ਡੇਰੇ ਨੂੰ ਕਿਵੇਂ ਸਿਆਸਤ 'ਚ ਵਰਤਿਆ ਜਾ ਸਕਦਾ ਹੈ, ਕਿਸੇ ਧਾਰਮਿਕ ਸੰਸਥਾ ਨੂੰ, ਕਿਸੇ ਗੁਰਦੁਆਰੇ ਨੂੰ ਸਿਆਸਤ 'ਚ ਕਿਵੇਂ ਵਰਤਿਆ ਜਾ ਸਕਦਾ ਹੈ, ਇਹ ਲੀਡਰਾਂ ਤੋਂ ਬਿਨਾਂ ਹੋਰ ਕੋਈ ਨਹੀਂ ਦੱਸ ਸਕਦਾ ਤੁਹਾਨੂੰ। ਕਿਸੇ ਵੀ ਪਾਰਟੀ ਦੇ ਹੋਣ, ਚਾਹੇ ਉਹ ਪਹਿਲੀ ਪਾਰਟੀ ਪੰਜਾਬ 'ਚ ਰਾਜ ਕਰਦੀ ਹੈ, ਚਾਹੇ ਦੂਜੀ, ਚਾਹੇ ਤੀਜੀ, ਚਾਹੇ ਚੌਥੀ, ਹਰ ਪਾਰਟੀ ਜਿਹੜੀ ਆ ਉਹ ਧਾਰਮਿਕ ਲੀਡਰਾਂ ਨੂੰ ਵਰਤ ਲੈਂਦੀ ਆ। ਜ਼ਰੂਰੀ ਨਹੀਂ ਕਿ ਉਹਨਾਂ ਧਾਰਮਿਕ ਲੀਡਰਾਂ ਦਾ ਵਰਤੇ ਜਾਣ ਦਾ ਆਪਣੀ ਕੋਈ ਇੰਟੈਂਸ਼ਨ ਹੈਗੀ ਹੈ ਕਿ ਨਹੀਂ ਵੀ ਹੋਵੇ, ਉਹ ਤਾਂ ਵੀ ਵਰਤੇ ਜਾ ਜਾਂਦੇ ਆ ਕਈ ਵਾਰ। ਤਾਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 'ਚ ਪਾੜ ਨੂੰ ਵਧਾਇਆ ਗਿਆ ਤੇ ਇਹ ਪਾੜ ਵਧੀ ਗਿਆ ਤੇ 1980 ਤੱਕ ਜਾਂਦੇ ਜਾਂਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਸ਼ਾਇਦ ਕਾਂਗਰਸ ਜਿਹੜੀ ਮੇਰੀ ਸਪੋਰਟ ਕਰ ਰਹੀ ਆ ਉਹਦੇ ਪਿੱਛੇ ਉਹਨਾਂ ਦੀ ਸ਼ਾਇਦ ਇੰਟੈਂਸ਼ਨਸ ਚੰਗੀਆਂ ਹੀ ਨੇ। 1980 ਤੱਕ ਜਾਂਦੇ ਜਿਹੜੀ ਕੇਂਦਰ ਦੀ ਮੁਰਾਰਜੀ ਦੇਸਾਈ ਦੀ ਸਰਕਾਰ ਸੀ ਉਹਦੇ 'ਚ ਵੀ ਪਾੜ ਪੈਣਾ ਸ਼ੁਰੂ ਹੋ ਗਿਆ। ਮੁਰਾਰਜੀ ਦੇਸਾਈ ਦੀ ਜਗ੍ਹਾ ਤੇ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣੇ। 2 ਸਾਲ ਇੱਕ ਨੇ ਕੱਟੇ, 1 ਸਾਲ ਕੇ 6 ਮਹੀਨੇ ਇੱਕ ਨੇ ਕੱਟੇ, 3 ਸਾਲ ਦੇ ਅੰਦਰ ਕੇਂਦਰ ਸਰਕਾਰ ਦਾ ਭੋਗ ਪੈ ਗਿਆ ਤੇ 1977 ਦੀ ਬਜਾਏ ਤੋਂ ਬਾਅਦ ਕੇਂਦਰ ਦੀਆਂ ਵੋਟਾਂ 1980 'ਚ ਫੇਰ ਦੁਬਾਰਾ ਆ ਗਈਆਂ ਤੇ ਜਿਹੜੀ ਇੰਦਰਾ ਗਾਂਧੀ ਨੂੰ ਅਸੀਂ 1977 'ਚ ਭਜਾਇਆ ਸੀ, 1980 'ਚ ਉਸੇ ਇੰਦਰਾ ਗਾਂਧੀ ਨੂੰ ਲੋਕਾਂ ਨੇ ਫੁੱਲ ਮੈਜੋਰਟੀ ਨਾਲ ਦੁਬਾਰਾ ਫੇਰ ਪ੍ਰਧਾਨ ਮੰਤਰੀ ਲਾਤਾ ਤੇ ਇੰਦਰਾ ਗਾਂਧੀ ਨੇ ਆਪਣਾ ਫਰਜ਼ ਫੇਰ ਅਦਾ ਕੀਤਾ। ਪ੍ਰਧਾਨ ਮੰਤਰੀ ਬਣਦੇ ਸਾਰ ਹੀ ਉਹਨਾਂ ਨੇ ਸਾਰੀਆਂ ਗੈਰ ਕਾਂਗਰਸੀ ਸਰਕਾਰਾਂ ਨੂੰ ਭੰਗ ਕਰਤਾ ਤੇ ਉਹਦੇ 'ਚ ਬਾਦਲ ਸਾਹਿਬ ਦੀ ਸਰਕਾਰ ਵੀ ਸੀ ਪੰਜਾਬ ਵਾਲੀ ਤੇ ਨਵੇਂ ਸਿਰਿਓਂ ਵੋਟਾਂ ਪਵਾਈਆਂ ਤੇ ਪੰਜਾਬ 'ਚ ਦੁਬਾਰਾ ਫਿਰ ਕਾਂਗਰਸ ਦੀ ਸਰਕਾਰ ਬਣਾਤੀ, ਜਿਹਨੂੰ ਕਿਹਾ ਦਰਬਾਰਾ ਸਿੰਘ ਦੀ ਸਰਕਾਰ। ਪੰਜਾਬ 'ਚ ਅਗਲੇ ਮੁੱਖ ਮੰਤਰੀ ਆ ਗਏ ਦਰਬਾਰਾ ਸਿੰਘ। ਹੁਣ 1980 ਤੋਂ ਲੈ ਕੇ 85 ਤੱਕ ਪੰਜਾਬ 'ਚ ਦਰਬਾਰਾ ਸਿੰਘ ਮੁੱਖ ਮੰਤਰੀ ਹੋਣਗੇ। ਅਕਾਲੀ ਦਲ ਫੇਰ ਵਿਹਲਾ ਬੈਕਫੁੱਟ ਤੇ ਮੈਂ ਦੱਸਿਆ ਹੀ ਆ, ਸੱਤਾ 'ਚ ਬਹੁਤ ਅਗਰੈਸਿਵ ਆ ਤੇ ਜੋ ਸੱਤਾ 'ਚੋਂ ਬਾਹਰ ਨਿਕਲ ਜੇ ਫਿਰ ਹੋਰ ਖਤਰਨਾਕ। ਤਾਂ ਹੁਣ ਅਕਾਲੀ ਦਲ ਬੈਕਫੁੱਟ ਤੇ ਆ। ਹੁਣ ਉਹਨਾਂ ਨੂੰ ਫੇਰ ਯਾਦ ਆਈ ਇੱਕ ਗੱਲ, ਓਹੋ ਅਨੰਦਪੁਰ ਦਾ ਮਤਾ ਜਿਹੜਾ ਕਿ 3 ਸਾਲ ਭੁੱਲਿਆ ਬੈਠਿਆ ਸੀ, ਉਹ ਅਨੰਦਪੁਰ ਦਾ ਮਤਾ ਯਾਦ ਆ ਗਿਆ। ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਉਹਨਾਂ ਦੀ ਦੂਰੀ ਸੀ, ਹੁਣ ਉਹਨਾਂ ਦੇ ਨਾਲ ਨੇੜਤਾ ਵਧਾਉਣ ਲੱਗ ਪਏ ਕਿਉਂਕਿ ਸੱਤਾ 'ਚ ਆਈਆਂ ਪਾਰਟੀਆਂ ਨੂੰ ਤੁਹਾਡੀ ਉਦੋਂ ਤੱਕ ਲੋੜ ਹੁੰਦੀ ਆ ਜਦੋਂ ਤੱਕ ਤੁਸੀਂ ਸੱਤਾ 'ਚ ਨਹੀਂ। ਸੱਤਾ 'ਚ ਆਉਣ ਤੋਂ ਬਾਅਦ 80 'ਚ ਇੰਦਰਾ ਗਾਂਧੀ ਨੇ ਪੰਜਾਬ ਦੇ ਜਿੰਨੇ ਵੀ ਗੁਰਦੁਆਰੇ ਸੀ ਜਾਂ ਟਕਸਾਲ ਸੀ ਉਹਦੇ ਤੋਂ ਆਪਣੀ ਦੂਰੀ ਕਿਸੇ ਨਾ ਕਿਸੇ ਕਾਰਨ ਵਧਾਉਣੀ ਸ਼ੁਰੂ ਕਰਤੀ ਤੇ ਇਹ ਗੱਲ ਟਕਸਾਲ ਨੂੰ ਵੀ ਬਰਦਾਸ਼ਤ ਨਹੀਂ ਸੀ। ਤਾਂ ਹੌਲੀ ਹੌਲੀ ਉਹ ਦੂਰੀ ਇੰਨੀ ਵੱਧ ਗਈ, ਜਿੰਨੀ ਉਹ ਦੂਰੀ ਵੱਧਦੀ ਗਈ ਅਕਾਲੀ ਦਲ ਦਮਦਮੀ ਟਕਸਾਲ ਦੇ ਨੇੜੇ ਹੁੰਦਾ ਗਿਆ। 1982 ਤੱਕ ਜਾਂਦੇ ਅਕਾਲੀ ਦਲ ਤੇ ਦਮਦਮੀ ਟਕਸਾਲ ਦੀ ਇਕੁਏਸ਼ਨ ਬਿਲਕੁਲ ਬਰਾਬਰ ਹੋ ਗਈ ਤੇ ਦੋਵਾਂ ਨੇ ਮਿਲ ਕੇ ਆਨੰਦਪੁਰ ਦੇ ਮਤੇ ਨੂੰ ਪਾਸ ਕਰਾਉਣ ਵਾਸਤੇ ਇੱਕ ਮੋਰਚਾ ਸ਼ੁਰੂ ਕੀਤਾ ਜਿਹਨੂੰ ਕਿਹਾ ਜਾਂਦਾ ਹੈ ਧਰਮ ਯੁੱਧ ਮੋਰਚਾ। 1982 'ਚ ਜਾ ਕੇ ਇਹ ਧਰਮ ਯੁੱਧ ਮੋਰਚਾ ਜਿਹੜਾ ਸੀਗਾ ਉਹ ਪੂਰੇ ਪੀਕ ਤੇ ਇਹ ਉਹੀ ਸਮਾਂ ਸੀਗਾ ਜਦੋਂ ਪੰਜਾਬ ਦੇ ਵਿੱਚ ਇੰਦਰਾ ਗਾਂਧੀ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਹੱਕਾਂ ਨੂੰ ਖੋਹਣ ਦੀ ਗੱਲ ਕਰ ਰਹੀ ਸੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਉਸ ਟਾਈਮ ਦੇ ਲੋਕਾਂ ਨੂੰ ਲੱਗਦਾ ਸੀ। ਜਿਵੇਂ ਉਦਾਹਰਨ ਦੇ ਤੌਰ ਤੇ ਇੰਦਰਾ ਗਾਂਧੀ ਖੁਦ ਕਪੂਰੀ ਪਿੰਡ ਆਏ, ਉਹਨਾਂ ਨੇ ਆ ਕੇ ਉੱਥੇ ਟੋਆ ਪੱਟ ਕੇ SYL ਦਾ ਉਦਘਾਟਨ ਕੀਤਾ। ਇਹ ਗੱਲ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਸੀ। ਇਹਨਾਂ ਨੇ ਇਸੇ ਗੱਲ ਤੋਂ ਖਫਾ ਹੋ ਕੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਤੇ ਜੇਲਾਂ ਭਰਨ ਦਾ ਇੱਕ ਕਨਸੈਪਟ ਚਲਾਇਆ। ਪਟਿਆਲਾ ਤੇ ਹੋਰ ਕਈ ਸ਼ਹਿਰਾਂ ਦੀਆਂ ਜੇਲਾਂ ਜਿਹੜੀਆਂ ਸੀ ਉਹਨਾਂ ਨੂੰ ਭਰਿਆ ਗਿਆ, ਮਤਲਬ ਕਿ ਜਿਹਨਾਂ ਨੂੰ ਆਪਾਂ ਕਹਿੰਦੇ ਗ੍ਰਿਫਤਾਰੀਆਂ ਦੇਣਾ। ਅਕਾਲੀ ਦਲ 1920-22 ਤੋਂ ਬਾਅਦ ਹੁਣ ਦੁਬਾਰਾ ਫੇਰ ਗ੍ਰਿਫਤਾਰੀਆਂ ਦੇ ਰਿਹਾ ਤੇ ਇਹ ਸਰਕਾਰ ਵਾਸਤੇ ਬਹੁਤ ਔਖਾ ਟਾਈਮ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਟਕਸਾਲ ਲਗਾਤਾਰ ਮਜ਼ਬੂਤ ਹੋ ਰਹੀ ਸੀ। ਕਾਂਗਰਸ ਵਾਸਤੇ ਇਹ ਬਹੁਤ ਵੱਡਾ ਖਤਰਾ ਸੀ ਤੇ ਇਹ ਮਿਸਅੰਡਰਸਟੈਂਡਿੰਗ ਵੱਧਦੀ ਇੰਨੀ ਵੱਧ ਗਈ ਕਿ 1983 ਤੱਕ ਜਾਂਦੇ ਜਦੋਂ 1983 ਦੇ ਦਸੰਬਰ 'ਚ ਇੱਕ IG ਰੈਂਕ ਦੇ DIG ਰੈਂਕ ਤੱਕ ਦੇ ਆਫੀਸਰ ਦਾ ਜਦੋਂ ਅੰਮ੍ਰਿਤਸਰ ਦੀ ਪਰਿਕਰਮਾ 'ਚ ਕਤਲ ਹੋ ਜਾਂਦਾ ਹੈ, ਉਸ ਤੋਂ ਬਾਅਦ ਕੇਂਦਰ ਸਰਕਾਰ ਤੇ ਟਕਸਾਲ ਦੇ ਵਿੱਚ ਦੂਰੀ ਹੋਰ ਵੱਧ ਜਾਂਦੀ ਹੈ ਤੇ ਕੇਂਦਰ ਸਰਕਾਰ ਨੂੰ ਐਂ ਲੱਗਦਾ ਕਿ ਪੰਜਾਬ ਦੇ ਦਰਬਾਰਾ ਸਿੰਘ ਤੋਂ ਹੁਣ ਪੰਜਾਬ ਦੀ ਸਰਕਾਰ ਚਲਾਈ ਨਹੀਂ ਜਾਣੀ। ਤਾਂ ਉਹ ਪੰਜਾਬ ਦੀ ਇਸ ਸਰਕਾਰ ਨੂੰ ਭੰਗ ਕਰ ਦਿੰਦੇ ਆ ਤੇ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਜਾਂਦਾ ਹੈ। ਇਹ ਗੱਲ ਆ ਦਸੰਬਰ 1983 ਦੀ। ਫੇਰ ਆਉਂਦਾ 84 ਤੇ 84 ਦਾ ਸਾਲ ਜਿਹੜਾ ਸੀਗਾ ਉਹ ਸਾਰਾ ਮਿਸਅੰਡਰਸਟੈਂਡਿੰਗਸ, ਜਦੋਂ ਪੰਜਾਬ ਦਾ ਮੁੱਖ ਮੰਤਰੀ ਹੀ ਨਹੀਂ ਰਿਹਾ,
ਜਦੋਂ ਪੰਜਾਬ ਦਾ ਮੁੱਖ ਮੰਤਰੀ ਹੀ ਨਹੀਂ ਰਿਹਾ ਤਾਂ ਇੱਕ ਕਮਿਊਨੀਕੇਸ਼ਨ ਸੀ ਜਿਹੜਾ ਪੰਜਾਬ ਦੇ ਖਾੜਕੂ ਲੀਡਰਾਂ ਨਾਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਜਾਂ ਟਕਸਾਲ ਨਾਲ, ਉਹ ਕਮਿਊਨੀਕੇਸ਼ਨ ਟੁੱਟ ਜਾਂਦਾ ਹੈ ਤੇ ਫਿਰ ਇੱਕ ਦੂਜੇ ਵਾਸਤੇ ਬਾਰੇ ਅਫਵਾਹਾਂ ਫੈਲਦੀਆਂ ਹੈ ਕਿ ਉਹਨਾਂ ਨੇ ਆਹ ਕਰਤਾ, ਉਹਨਾਂ ਨੂੰ ਐ ਲੱਗਦਾ ਉਹਨਾਂ ਨੇ ਆਹ ਕਰਤਾ। ਉਹ ਮਿਸਅੰਡਰਸਟੈਂਡਿੰਗ ਮਈ ਤੱਕ ਇੰਨੀ ਵੱਧ ਜਾਂਦੀ ਹੈ ਕਿ ਜੂਨ 'ਚ ਇੰਦਰਾ ਗਾਂਧੀ ਦੀ ਸਰਕਾਰ ਪੰਜਾਬ ਤੇ ਆਪਰੇਸ਼ਨ ਬਲੂ ਸਟਾਰ ਦੇ ਤਹਿਤ ਇੱਕ ਹਮਲਾ ਕਰਦੀ ਆ। ਉਹ ਹਮਲਾ ਜਿਹੜਾ ਸੀਗਾ ਉਹ ਬਿਲਕੁਲ ਇੱਕ ਧਾਰਮਿਕ ਸਥਾਨ ਤੇ ਕੀਤਾ ਗਿਆ ਹਮਲਾ ਸੀ, ਜਿਹਨੂੰ ਕਿ ਇੱਕ ਬਰਦਾਸ਼ਤ ਦੇ ਤੌਰ ਤੇ ਨਹੀਂ ਦੇਖਿਆ ਜਾਂਦਾ। ਅਕਤੂਬਰ ਦੀ 31 ਤਰੀਕ ਨੂੰ ਇਹਦੇ ਬਦਲੇ 'ਚ ਇੰਦਰਾ ਗਾਂਧੀ ਨੂੰ ਉਹਨਾਂ ਦੇ ਹੀ 2 ਸਿੱਖ ਬਾਡੀਗਾਰਡਸ ਦੁਆਰਾ ਅਸੈਸੀਨੇਟ ਕਰ ਦਿੱਤਾ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ। 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਇਹਦੇ ਬਦਲੇ 'ਚ ਦਿੱਲੀ ਤੇ ਹੋਰ ਗੈਰ ਪੰਜਾਬ ਦੇ ਸ਼ਹਿਰ, ਪੰਜਾਬ ਤੋਂ ਬਾਹਰ ਦੇ ਸ਼ਹਿਰਾਂ 'ਚ ਕਾਨਪੁਰ, ਲਖਨਊ, ਦਿੱਲੀ ਤੇ ਹੋਰ ਕੁਝ ਸ਼ਹਿਰ, ਜਿਵੇਂ ਆਪਾਂ ਹਰਿਆਣੇ ਦਾ ਮੈਨੂੰ ਸ਼ਹਿਰ ਦਾ ਨਾਮ ਭੁੱਲ ਗਿਆ, ਦਿੱਲੀ ਦੇ ਨੇੜੇ ਨਾਲ ਹੀ ਇਹ ਸ਼ਹਿਰ ਇੱਕ, ਠੀਕ ਆ, ਪਾਣੀਪਤ, ਇਹਨਾਂ ਸ਼ਹਿਰਾਂ 'ਚ ਜ਼ਬਰਦਸਤ ਦੰਗੇ ਹੁੰਦੇ ਆ ਤੇ ਸਿੱਖਾਂ ਨੂੰ ਲੱਭ ਕੇ ਮਾਰਿਆ ਜਾਂਦਾ ਹੈ। ਤਾਂ ਇਹ ਦੰਗਿਆਂ 'ਚ ਬਹੁਤ ਸਾਰੇ ਸਿੱਖਾਂ ਦਾ ਕਤਲ ਹੋਇਆ। ਤਾਂ ਕੁੱਲ ਮਿਲਾ ਕੇ ਸਿਆਸਤ ਸੀ ਜਿਹੜੀ ਉਹ ਕਿਵੇਂ ਮਤਲਬ ਕਿ ਲੀਡਰਾਂ ਨੂੰ ਵਰਤ ਗਈ। ਹੁਣ ਇੱਥੇ ਬਹੁਤ ਸਾਰੇ ਆਰੋਪ ਲੱਗਦੇ ਆ ਕਿ ਉਸ ਸਮੇਂ ਅਕਾਲੀ ਦਲ ਨੇ ਆਪਣੇ ਹੱਥ ਪਿੱਛੇ ਖਿੱਚ ਲਏ, ਨਹੀਂ ਤਾਂ ਅਕਾਲੀ ਦਲ ਬੜੀ ਵਧੀਆ ਗੱਲਬਾਤ ਕਰਾ ਸਕਦਾ ਸੀਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤੇ ਕੇਂਦਰ ਸਰਕਾਰ ਦੀ, ਜਿਹੜੀ ਕਿ ਉਹਨਾਂ ਨੇ ਨਹੀਂ ਕਰਾਈ। ਉਹ ਗਦਾਰ ਸੀ, ਉਹ ਝੂਠੇ ਸੀ। ਦੇਖੋ ਇਹ ਸਾਰੇ ਆਰੋਪ ਨੇ ਜਿਹੜੇ ਕਿ ਜਿਹੜੇ ਉਸ ਸੋਚ ਨਾਲ ਰਹਿੰਦੇ ਆ ਉਹਨਾਂ ਨੂੰ ਲੱਗਦਾ ਹੋਊਗਾ ਕਿ ਇਹ ਆਰੋਪ ਸੱਚੇ ਆ। ਜਿਹੜੇ ਬਾਦਲ ਸਾਹਿਬ ਦੇ ਨਾਲ ਹੋਣਗੇ ਉਹਨਾਂ ਨੂੰ ਲੱਗਦਾ ਕਿ ਇਹ ਆਰੋਪ ਉਹਨਾਂ ਦੇ ਬਿਲਕੁਲ ਗਲਤ ਲਾਏ ਆ। ਮੈਂ ਕਿਸੇ ਵੀ ਚੀਜ਼ ਦੀ ਗਵਾਹੀ ਨਹੀਂ ਭਰ ਸਕਦਾ ਕਿਉਂਕਿ ਫੈਕਟ ਇਹੀ ਆ ਕਿ ਹੋਇਆ ਆਏ। ਹੁਣ ਇਹਦੇ ਮਗਰ ਗਲਤੀ ਕਿਹਦੀ ਆ ਇਹ ਤਾਂ ਹੁਣ ਜਿਹੜੇ ਉਸ ਟਾਈਮ ਦੇ ਲੋਕ ਆ ਸਿਰਫ ਉਹੀ ਜਾਣ ਸਕਦੇ ਹੋਣਗੇ। ਮੇਰਾ ਮਕਸਦ ਸੀ ਦੱਸਣਾ ਕਿ 84 ਤੋਂ ਪਹਿਲਾਂ ਧਰਮ ਯੁੱਧ ਮੋਰਚਾ ਲੱਗਦਾ ਹੈ, ਉਸ ਤੋਂ ਪਹਿਲਾਂ ਆ ਸਾਰਾ ਕੁਝ ਹੁੰਦਾ ਹੈ। ਹੁਣ 1984 ਤੋਂ ਬਾਅਦ ਇਹ ਤਾਂ ਭੁੱਲ ਜਾਓ ਕਿ ਪੰਜਾਬ 'ਚ ਕੋਈ ਮੁੱਖ ਮੰਤਰੀ ਬਣੂਗਾ। ਹੁਣ 1984 ਤੋਂ ਬਾਅਦ ਪੰਜਾਬ 'ਚ ਇੱਕ ਬਹੁਤ ਵੱਡੇ ਲੈਵਲ ਤੇ ਖਾੜਕੂਵਾਦ ਜਨਮ ਲੈ ਲੈਂਦਾ ਹੈ। ਤੇ ਮੈਂ ਤੁਹਾਨੂੰ ਦੱਸਦਾ, ਤੁਸੀਂ ਅੱਜ ਸੁਣਦੇ ਹੋਵੋਗੇ ਕਿ ਪੰਜਾਬ 'ਚ ਟੌਪ ਲੈਵਲ ਦਾ ਜਿਹੜਾ ਅਫਸਰ ਆ ਉਹਨੂੰ ਡੀਜੀਪੀ ਕਹਿੰਦੇ ਆ, ਡਾਇਰੈਕਟਰ ਜਨਰਲ ਆਫ ਪੁਲਿਸ। ਉਸ ਟਾਈਮ ਪੰਜਾਬ 'ਚ ਹਾਈਐਸਟ ਰੈਂਕ ਪੁਲਿਸ ਦਾ ਆਈਜੀ ਹੁੰਦਾ ਸੀਗਾ। ਹੁਣ ਲੋੜ ਪਈ ਪੰਜਾਬ ਦੇ ਪੁਲਿਸ ਤੰਤਰ ਨੂੰ ਵੱਡਾ ਕਰਨ ਦੀ। ਲੋੜ ਪਊਗੀ ਕਿਉਂ ਨਹੀਂ, ਕਿਉਂਕਿ ਹੁਣ ਪੰਜਾਬ 'ਚ ਖਾੜਕੂਵਾਦ ਬਹੁਤ ਸਪੀਡ ਨਾਲ ਵੱਧ ਗਿਆ। ਉਹਨੂੰ ਰੋਕਣ ਵਾਸਤੇ ਪੰਜਾਬ ਦੀ ਪੁਲਿਸ ਦੀ ਰੀਸਟਰਕਚਰਿੰਗ ਕੀਤੀ ਗਈ ਤੇ ਆਈਜੀ ਰੈਂਕ ਤੋਂ ਪੰਜਾਬ ਨੂੰ ਪੁਲਿਸ ਦੇ ਵਿੱਚ ਡੀਜੀਪੀ ਰੈਂਕ ਤੱਕ ਦਿੱਤਾ ਗਿਆ ਤੇ ਬੜੇ ਰੇਂਜ ਬਣਾਈਆਂ ਗਈਆਂ। ਕੱਲੀ ਰੇਂਜ ਦਾ ਆਈਜੀ ਲਾਇਆ ਗਿਆ। ਆਈਜੀ ਰਿਪੋਰਟ ਕਰਨ ਲੱਗ ਪਿਆ ਡੀਜੀਪੀ ਨੂੰ। ਤੇ ਪੰਜਾਬ 'ਚ ਰਬੈਰੋ ਸਾਹਿਬ ਤੋਂ ਬਾਅਦ KPS ਗਿੱਲ, 2 ਪੰਜਾਬ ਨੂੰ ਇਹੋ ਜਿਹੇ ਡੀਜੀਪੀ ਦਿੱਤੇ ਗਏ ਜਿਹੜੇ ਬੜੇ ਵਿਵਾਦਿਤ ਡੀਜੀਪੀ ਆ। ਇੱਕ ਧੜਾ ਇਹ ਕਹਿੰਦਾ ਹੈ ਕਿ ਜੇ ਇਹ ਨਾ ਹੁੰਦੇ ਤਾਂ ਪੰਜਾਬ 'ਚ ਖਾੜਕੂਵਾਦ ਖਤਮ ਨਹੀਂ ਸੀ ਹੋ ਸਕਦਾ, ਤੇ ਦੂਜਾ ਧੜਾ ਇਹ ਕਹਿੰਦਾ ਕਿ ਇਹ ਉਹ 2 ਡੀਜੀਪੀ ਆ ਜਿਨ੍ਹਾਂ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਬੁਰੇ ਤਰੀਕੇ ਨਾਲ ਮਾਰਿਆ। ਦੋਵਾਂ ਤਰੀਕਿਆਂ ਨਾਲ ਸੁਣਿਆ ਜਾ ਸਕਦਾ, ਦੇਖਿਆ ਜਾ ਸਕਦਾ, ਸਮਝਿਆ ਜਾ ਸਕਦਾ ਹੈ। ਬਟ ਹੁਣ ਪੰਜਾਬ ਦੇ ਉਹ ਟਾਈਮ ਸ਼ੁਰੂ ਹੋ ਗਿਆ ਜਿਹਨੂੰ ਆਪਾਂ ਪੰਜਾਬ ਦਾ ਸਭ ਤੋਂ ਮਾੜਾ ਟਾਈਮ ਕਵਾਂਗੇ। ਇਹ ਟਾਈਮ ਸੀ 1985 ਤੋਂ ਲੈ ਕੇ 1993 ਤੱਕ ਦਾ, ਜਿਹਨੂੰ ਮੈਂ ਐਕਸਟ੍ਰੀਮ ਲੈਵਲ ਦਾ ਮਾੜਾ ਟਾਈਮ ਕਹੂੰਗਾ ਕਿਉਂਕਿ ਪੰਜਾਬ ਦੇ ਵਿੱਚ ਖਾੜਕੂਵਾਦ ਪੀਕ ਤੇ ਪੰਜਾਬ ਦੇ ਵਿੱਚ ਹੁਣ ਪੰਜਾਬ ਦੀ ਪੁਲਿਸ ਤੋਂ ਬਿਨਾਂ ਸੈਂਟਰ ਦੀ ਰਿਜ਼ਰਵ ਪੁਲਿਸ ਵੀ ਬੁਲਾ ਲਈ ਗਈ ਤੇ ਪੰਜਾਬ ਨੂੰ ਆਰਮੀ ਦੇ ਕੰਟਰੋਲ 'ਚ ਕਰ ਦਿੱਤਾ ਗਿਆ। ਤੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਲਾਗੂ ਕਰਤਾ ਜਿਹੜਾ ਉਹਨਾਂ ਇਲਾਕਿਆਂ 'ਚ ਲਾਗੂ ਕੀਤਾ ਜਾਂਦਾ ਹੈ ਜਿਹੜੇ ਇਲਾਕਿਆਂ ਦੇ ਹਾਲਾਤ ਬੜੇ ਖਰਾਬ ਹੋਣ, ਜਿਹਨੂੰ ਆਪਾਂ ਕਹਿੰਦੇ ਆ AFSPA, ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ, ਜਿਹੜਾ ਕਿ ਭਾਰਤ ਦੀ ਸਰਕਾਰ ਨੇ 1958 'ਚ ਬਣਾਇਆ ਸੀਗਾ। ਤੇ ਉਹ ਉਹਨਾਂ ਇਲਾਕਿਆਂ 'ਚ, ਉਹਨਾਂ ਸੂਬਿਆਂ 'ਚ ਲਾਇਆ ਜਾਂਦਾ ਹੈ ਜਿੱਥੇ ਕੰਮ ਕਰਨ ਵਾਲੀ ਪੁਲਿਸ, ਰਿਜ਼ਰਵ ਫੋਰਸ ਜਾਂ ਮਿਲਟਰੀ ਨੂੰ ਇਹ ਸ਼ਕਤੀ ਦੇ ਦਿੱਤੀ ਜਾਂਦੀ ਹੈ ਕਿ ਬਿਨਾਂ ਵਾਰੰਟ ਜਿਹਨੂੰ ਮਰਜ਼ੀ ਚੱਕ ਲਓ। ਉਹ ਕਾਨੂੰਨ ਹੁਣ ਪੰਜਾਬ 'ਚ ਲਾਗੂ ਕਰ ਦਿੱਤਾ ਗਿਆ। ਪੰਜਾਬ ਤੇ ਚੰਡੀਗੜ੍ਹ 2 ਇਲਾਕਿਆਂ 'ਚ ਉਹ ਇਕੱਠੇ ਤੌਰ ਤੇ ਲਾਗੂ ਕੀਤਾ ਗਿਆ। ਹੁਣ ਇਹ ਪੰਜਾਬੀਆਂ ਵਾਸਤੇ ਬਹੁਤ ਵੱਡਾ ਖਤਰਾ ਸੀ। ਮਾਹੌਲ ਪੰਜਾਬ ਦਾ ਪੂਰਾ ਖਰਾਬ ਹੋ ਗਿਆ। 1985 ਤੋਂ ਲੈ ਕੇ 86 ਤੱਕ ਪੰਜਾਬ ਦੇ ਵਿੱਚ ਇੰਨੇ ਕੁ ਮਿਸਅੰਡਰਸਟੈਂਡਿੰਗ ਦੇ ਕਿੱਸੇ ਹੋਣ ਲੱਗ ਪਏ ਕਿ ਹੁਣ ਸੈਂਟਰ 'ਚ ਬੈਠੇ ਰਾਜੀਵ ਗਾਂਧੀ ਜਿਹੜੇ ਹੁਣ ਪ੍ਰਧਾਨ ਮੰਤਰੀ ਸੀ ਨੂੰ ਅਹਿਸਾਸ ਹੋਇਆ ਕਿ ਕਿਉਂ ਨਾ ਪੰਜਾਬੀਆਂ ਨਾਲ ਇੱਕ ਵਾਰੀ ਗੱਲਬਾਤ ਤੋਰੀ ਜਾਵੇ। ਤੇ ਫਿਰ ਗੱਲਬਾਤ ਸ਼ੁਰੂ ਕੀਤੀ ਗਈ ਉਸ ਟਾਈਮ ਦੇ ਅਕਾਲੀ ਦਲ ਦੇ ਲੀਡਰ ਸੰਤ ਲੌਂਗੋਵਾਲ ਸਾਹਿਬ ਨਾਲ।
ਹੁਣ ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਆਪਸ 'ਚ ਇੱਕ ਸਮਝੌਤੇ ਨੂੰ ਲੈ ਕੇ ਕਿਸੇ ਡਰਾਫਟਿੰਗ ਕਰਨ ਲੱਗ ਪਏ ਕਿ ਕਿਸੇ ਨਾ ਕਿਸੇ ਸਮਝੌਤੇ ਤੇ ਕਿਸੇ ਨਤੀਜੇ ਤੇ ਪਹੁੰਚਿਆ ਜਾਵੇ ਤੇ ਇਸ ਕਤਲੇਆਮ ਨੂੰ ਰੋਕਿਆ ਜਾਵੇ, ਖਤਮ ਕੀਤਾ ਜਾਵੇ। ਤਾਂ ਹੁਣ ਸੰਤ ਲੌਂਗੋਵਾਲ, ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਰਾਜੀਵ ਗਾਂਧੀ ਮਿਲ ਕੇ ਬਹਿਸ ਕਰਦੇ ਆ। ਤੇ ਸਭ ਤੋਂ ਵੱਡਾ ਮਸਲਾ ਇਹ ਸੀਗਾ ਕਿ ਪੰਜਾਬੀ ਤਾਂ ਕਿਸੇ ਸੈਟਲਮੈਂਟ ਤੇ ਆਉਣਗੇ ਜੇ ਤੁਸੀਂ ਅਨੰਦਪੁਰ ਦੇ ਮਤੇ ਚੋਂ ਗੱਲਾਂ ਨੂੰ ਪਾਸ ਕਰੋਗੇ। ਤਾਂ ਹੁਣ ਦੁਬਾਰਾ ਫੇਰ ਨਵੇਂ ਸਿਰਿਓਂ ਅਨੰਦਪੁਰ ਦਾ ਮਤਾ ਜਿਹੜਾ ਸੀਗਾ, ਠੀਕ ਆ, ਉਹਨੂੰ ਰਿਵਾਈਵ ਕਰਨ ਦੀਆਂ ਕਿਸੇ ਨਾ ਕਿਸੇ ਤਰੀਕੇ ਗੱਲਾਂ ਚੱਲ ਪਈਆਂ ਕਿ ਅਨੰਦਪੁਰ ਦੇ ਮਤੇ ਨੂੰ ਕਿਸੇ ਨਾ ਕਿਸੇ ਤਰੀਕੇ ਰਿਵਾਈਵ ਕੀਤਾ ਜਾਵੇ, ਇਸ ਮਤੇ ਨੂੰ ਕਿਸੇ ਨਾ ਕਿਸੇ ਤਰੀਕੇ। ਖੈਰ, ਅਨੰਦਪੁਰ ਦੇ ਮਤੇ ਨੂੰ ਹੁਣ ਆਪਾਂ ਇੱਥੋਂ ਅੱਗੇ ਪਹੁੰਚਦੇ ਹਾਂ। 82 ਦਾ ਜ਼ਿਕਰ ਕੀਤਾ ਮੈਂ, ਉਸ ਤੋਂ ਬਾਅਦ ਆ ਸਾਰੀ ਸਟੋਰੀ ਮੈਂ ਤੁਹਾਨੂੰ ਇੱਕ ਵਾਰੀ ਸਮਝਾਤੀ ਕਿ ਕੀ ਕਹਾਣੀ ਸੀਗੀ। ਤਾਂ 24 ਅਗਸਤ ਦੀ ਗੱਲ ਹੈ, ਸ਼ਾਇਦ 24 ਕਿ 25 ਅਗਸਤ 1985 ਨੂੰ, ਠੀਕ ਆ, ਇੱਥੇ ਲਿਖਿਆ ਹੋਊਗਾ, ਮੈਂ ਚੈੱਕ ਕਰ ਲੈਣਾ। ਤਾਂ 1985 ਚ ਇਸ ਮਤੇ ਤੇ ਰਾਜੀਵ ਲੌਂਗੋਵਾਲ ਸਮਝੌਤੇ ਤੇ ਸਾਈਨ ਹੋਏ। ਇਹਨਾਂ ਸਾਈਨਾਂ ਦੇ ਮੁਤਾਬਕ ਇਹ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ। ਚੰਡੀਗੜ੍ਹ ਦੇ ਜਿਹੜੇ ਪੰਜਾਬ ਦੇ ਪੰਜਾਬੀ ਬੋਲਦੇ ਸੂਬੇ ਜਿਹੜੇ ਹਰਿਆਣੇ ਕੋਲ ਆ, ਉਹ ਪੰਜਾਬ ਨੂੰ ਦਿੱਤੇ ਜਾਣਗੇ। ਉਹਦੇ ਬਦਲੇ ਹਰਿਆਣੇ ਦੇ ਇਲਾਕੇ ਜਿਹੜੇ ਪੰਜਾਬ ਦੇ ਹਿੰਦੀ ਬੋਲਦੇ ਇਲਾਕੇ ਆ, ਡੱਬਵਾਲੀ ਵਾਲੇ, ਉਹ ਹਰਿਆਣੇ ਨੂੰ ਦਿੱਤੇ ਜਾਣਗੇ। ਤੇ ਇਸ ਤੋਂ ਬਿਨਾਂ ਬਹੁਤ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ, ਬਟ ਕੁਝ ਧਾਰਮਿਕ ਮੰਗਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਜਿਵੇਂ ਅੰਮ੍ਰਿਤਸਰ ਵਾਲੀ ਮੰਗ ਸੀਗੀ, ਠੀਕ ਆ, ਸਮੁੱਚੀ ਗੁਰਦੁਆਰਾ ਕਮੇਟੀ ਦੀ ਮੰਗ ਸੀਗੀ। ਉਹ ਕੁਝ ਮੰਗਾਂ ਇਹੋ ਜਿਹੀਆਂ ਸੀ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਮਤਲਬ ਕਿ ਨਹੀਂ ਮੰਨਿਆ ਗਿਆ। ਤੇ ਜਦੋਂ ਲੌਂਗੋਵਾਲ ਸਾਹਿਬ ਇਸ ਸਮਝੌਤਾ ਕਰਕੇ ਵਾਪਸ ਆਏ ਤਾਂ ਇਸ ਸਮਝੌਤੇ 'ਚ ਇੱਕ ਗੱਲ ਇਹ ਵੀ ਸੀ ਕਿ ਪੰਜਾਬ 'ਚ ਵੋਟਾਂ ਪਵਾਈਆਂ ਜਾਣਗੀਆਂ। ਤੇ ਉਹੀ ਗੱਲ ਹੋਈ, ਪੰਜਾਬ 'ਚ ਵੋਟਾਂ ਪਵਾਈਆਂ ਗਈਆਂ ਤੇ ਪੰਜਾਬ 'ਚ ਵੋਟਾਂ ਪਵਾ ਕੇ ਇਹ ਫੈਸਲਾ ਕੀਤਾ, ਪੰਜਾਬ 'ਚ ਵੋਟਾਂ ਪਵਾ ਕੇ ਪੰਜਾਬ 'ਚ ਇੱਕ ਸਰਕਾਰ ਚੁਣੀ ਗਈ। ਪੰਜਾਬ 'ਚ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ, ਪੰਜਾਬ 'ਚ ਵੋਟਾਂ ਪਵਾਈਆਂ ਗਈਆਂ ਤੇ ਨਵੀਂ ਸਰਕਾਰ ਚੁਣੀ ਗਈ ਤੇ ਪੰਜਾਬ 'ਚ ਆਈ ਸਰਜੀਤ ਸਿੰਘ ਬਰਨਾਲਾ ਸਰਕਾਰ। ਹੁਣ ਇਹ ਇੱਕ ਬੜੀ ਇੰਟਰਸਟਿੰਗ ਸਰਕਾਰ ਸੀਗੀ ਕਿਉਂਕਿ ਇਹ ਸਰਕਾਰ, ਸਰਜੀਤ ਸਿੰਘ ਬਰਨਾਲਾ ਦੀ ਜਿਹੜੀ ਸਰਕਾਰ ਆਈ ਸੀ, ਇਹ ਰਾਜੀਵ ਲੌਂਗੋਵਾਲ ਸਮਝੌਤੇ ਦੇ ਤਹਿਤ ਆਈ ਸੀ। ਤੇ ਇਸ ਸਰਕਾਰ ਦੀ ਸਭ ਤੋਂ ਵੱਡੀ ਵਚਨਬੱਧਤਾ ਸੀ ਕਿ ਕਿਸੇ ਤਰੀਕੇ ਰਾਜੀਵ ਲੌਂਗੋਵਾਲ ਸਮਝੌਤਾ ਜਿਹੜਾ ਹੈ ਉਹਨੂੰ ਕਿਸੇ ਤਰੀਕੇ ਲਾਗੂ ਕਰਵਾਉਣਾ। ਹੁਣ ਹੋਇਆ ਇਹ ਕਿ ਸਰਕਾਰ ਆ ਗਈ, ਪਰ ਪੰਜਾਬ ਦੇ ਜਿਹੜੇ ਖਾੜਕੂ ਵਰਗ ਸੀ, ਉਹਨਾਂ ਨੂੰ ਸ਼ਾਇਦ ਇਹ ਸਮਝੌਤਾ ਪਸੰਦ ਨਹੀਂ ਆਇਆ ਤੇ ਇਹਦੇ ਨਤੀਜੇ ਵੱਲੋਂ ਉਹਨਾਂ ਨੇ ਲੌਂਗੋਵਾਲ ਸਾਹਿਬ ਨੂੰ ਅਸੈਸੀਨੇਟ ਕਰਤਾ, ਮਾਰਤਾ। ਤੇ ਜਦੋਂ ਲੌਂਗੋਵਾਲ ਸਾਹਿਬ ਦੀ ਮੌਤ ਹੋ ਗਈ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ 'ਚ ਇਹ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ। ਤੇ ਇਸੇ ਸਮੇਂ ਦੌਰਾਨ ਇੱਕ ਹੋਰ ਬੜੀ ਖਤਰਨਾਕ ਘਟਨਾ ਪੰਜਾਬ 'ਚ ਹੁੰਦੀ ਹੈ। ਮੈਂ ਪਹਿਲਾਂ ਹੀ ਇੱਕ ਗੱਲ ਤੁਹਾਨੂੰ ਦੱਸ ਚੁੱਕਿਆ ਪਿਛਲੇ ਲੈਕਚਰ 'ਚ ਕਿ 1963 'ਚ ਭਾਰਤ 'ਚ ਇੱਕ ਬਹੁਤ ਤਗੜਾ ਪ੍ਰੋਜੈਕਟ ਤਿਆਰ ਹੋਇਆ ਸੀਗਾ ਜਿਹਦਾ ਨਾਮ ਸੀ ਭਾਖੜਾ ਨੰਗਲ ਪ੍ਰੋਜੈਕਟ। ਤੇ ਉਸ ਤੋਂ ਬਾਅਦ ਜਦੋਂ ਬਿਆਸ ਨਦੀ ਦੇ ਉੱਪਰ ਪ੍ਰੋਜੈਕਟ ਤਿਆਰ ਹੋਏ 1976-77 'ਚ ਜਾ ਕੇ, ਤਾਂ ਜਿਹੜਾ ਭਾਖੜਾ ਨੰਗਲ ਪ੍ਰੋਜੈਕਟ ਸੀਗਾ ਉਹਦਾ ਨਾਮ ਬਦਲ ਕੇ ਰੱਖਤਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਸੀ ਇਹ 1963 'ਚ ਇਸ ਕਰਕੇ ਬਣਾਇਆ ਗਿਆ ਸੀ ਕਿ ਜਿੰਨੇ ਵੀ ਭਾਖੜਾ ਤੇ ਬਿਆਸ ਨਦੀ ਤੇ ਪ੍ਰੋਜੈਕਟ ਆ, ਉਹਨਾਂ ਸਾਰਿਆਂ ਨੂੰ ਮੈਨੇਜ ਕਰਨ ਵਾਸਤੇ ਇੱਕ ਬੋਰਡ ਬਣਾਇਆ ਜਾਵੇ ਜਿਹਦਾ ਇੱਕ ਚੇਅਰਮੈਨ ਹੁੰਦਾ ਸੀ ਤੇ 8 ਮੈਂਬਰ ਹੁੰਦੇ ਸੀ। ਉਹਨਾਂ 8 ਮੈਂਬਰਾਂ 'ਚੋਂ ਇੱਕ ਮੈਂਬਰ ਜਿਹੜਾ ਕਿ ਪਾਵਰ ਮਿਨਿਸਟਰੀ ਦਾ ਹੁੰਦਾ ਸੀ, ਉਹ ਪੰਜਾਬ ਵੱਲੋਂ, ਤੇ ਇੱਕ ਮੈਂਬਰ ਇਰੀਗੇਸ਼ਨ ਵਾਲਾ ਹਰਿਆਣੇ 'ਚ ਚੁਣਿਆ ਜਾਂਦਾ ਸੀ। ਹੁਣ ਤੁਸੀਂ ਕਹੋਗੇ ਕਿ 88 ਦੀਆਂ ਚੋਣਾਂ 'ਚ ਆਹ ਕਿੱਸਾ ਕਿੱਥੋਂ ਲੈ ਕੇ ਆ ਗਿਆ ਮੈਂ? ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਸੀਗਾ, ਇਹਨੇ 1988 'ਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਕਰਿਆ ਕਿਉਂਕਿ ਉਦੋਂ
25 ਸਾਲ ਪੂਰੇ ਹੋ ਗਏ ਸੀਗੇ ਭਾਖੜਾ ਪ੍ਰੋਜੈਕਟ ਨੂੰ ਬਣੇ ਨੂੰ, ਤੇ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸੀ। ਇਹਨਾਂ ਨੇ ਕਿਹਾ ਕਿ ਰਾਜੀਵ ਗਾਂਧੀ ਨੂੰ ਅਸੀਂ ਇੱਕ ਗਿਫਟ ਦਿੰਦੇ ਆ ਕਿ ਅਸੀਂ ਇਸ ਭਾਖੜਾ ਦਾ ਜਿਹੜਾ ਭਾਖੜਾ ਡੈਮ ਦਾ ਜਿਹੜਾ ਲੈਵਲ ਆ ਨਾ ਉਹਨੂੰ ਪੀਕ ਤੇ ਲਿਜਾ ਕੇ ਉਹਨਾਂ ਨੂੰ ਸ਼ੋਅ ਕਰਾਂਗੇ, ਤੇ 25 ਸਾਲਾਂ ਨੂੰ ਮਨਾਉਣ ਦੀ ਖੁਸ਼ੀ 'ਚ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਭਾਖੜਾ 'ਚ ਕਿੰਨਾ ਪਾਣੀ ਇਕੱਠਾ ਹੋ ਸਕਦਾ ਹੈ। ਤੇ ਨਵੰਬਰ ਦੇ ਵਿੱਚ ਜਦੋਂ ਇਹ ਸਮਾਗਮ ਹੋਣਾ ਸੀ, ਨਵੰਬਰ 1988 'ਚ, ਉਸ ਤੋਂ ਪਹਿਲਾਂ ਲਗਾਤਾਰ ਭਾਖੜਾ ਦਾ ਪਾਣੀ ਜਿਹੜਾ ਸੀਗਾ ਉਹਨੂੰ ਵਧਾਇਆ ਜਾ ਰਿਹਾ ਸੀਗਾ। ਇਹ 1987-88 ਦੀ ਗੱਲ ਆ ਗਈ। ਜਿਹੜੇ ਟਾਈਮ 'ਚ ਸਤੰਬਰ ਅਕਤੂਬਰ 'ਚ ਪਾਣੀ ਨੂੰ ਪੀਕ ਲੈਵਲ ਤੇ ਲਿਜਾਇਆ ਗਿਆ, ਉਧਰੋਂ ਕਿਸਮਤ ਨੇ ਇਹੋ ਜਿਹਾ ਮੰਨ ਲਓ ਕਿ ਨੁਕਸਾਨ ਕਰਿਆ ਕਿ ਹਿਮਾਚਲ ਵਾਲੇ ਪਾਸੇ ਬੱਦਲ ਫਟ ਗਏ ਤੇ ਉਹਦਾ ਪਾਣੀ ਵੀ ਭਾਖੜਾ ਦੇ ਉਸ ਡੈਮ 'ਚ ਆ ਕੇ ਇਕੱਠਾ ਹੋ ਗਿਆ, ਤੇ ਮਜਬੂਰੀ 'ਚ ਅਕਤੂਬਰ ਦੇ ਵਿੱਚ ਗੇਟ ਖੋਲ੍ਹਣੇ ਪੈ ਗਏ। ਤੁਸੀਂ ਪਹਿਲਾਂ ਪਾਣੀ ਉੱਪਰਲੇ ਲੈਵਲ ਤੱਕ ਲੈ ਗਏ, ਉੱਪਰੋਂ ਪਾਣੀ ਹੋਰ ਵੱਧ ਗਿਆ, ਤਾਂ ਅਚਾਨਕ ਗੇਟ ਖੋਲਣ ਕਰਕੇ ਜਦੋਂ ਪੰਜਾਬ 'ਚ ਸਾਰੇ 'ਚ ਹੜ੍ਹ ਆ ਗਏ ਤਾਂ ਤੁਸੀਂ ਮੰਨ ਕੇ ਚੱਲੋ ਘੱਟੋ ਘੱਟ 1000 ਕਰੋੜ ਦੇ ਕਰੀਬ ਉਸ ਟਾਈਮ ਪੰਜਾਬ ਦਾ ਨੁਕਸਾਨ ਹੋਇਆ। ਹਜ਼ਾਰਾਂ ਲੋਕਾਂ ਦੀ ਮੌਤ ਹੋਈ। ਪੰਜਾਬ ਦੇ ਲੁਧਿਆਣੇ ਹਰ ਸ਼ਹਿਰ ਤੱਕ ਪੰਜਾਬ 'ਚ ਪਾਣੀ ਪਹੁੰਚ ਗਿਆ। ਸ਼ਹਿਰਾਂ ਪਿੰਡਾਂ ਦੇ ਪਿੰਡ ਡੁੱਬਣੇ ਸ਼ੁਰੂ ਹੋ ਗਏ। ਇਹ ਘਟਨਾ ਵੀ 1987-88 ਦੀ ਸੀ। ਖਾੜਕੂ ਬਾਅਦ ਆਪਣੀ ਪੀਕ ਤੇ ਲੌਂਗੋਵਾਲ ਸਾਹਿਬ ਨੂੰ ਅਸੈਸੀਨੇਟ ਕਰ ਚੁੱਕੇ ਆ, ਤੇ ਉਧਰੋਂ ਜਦੋਂ ਇਹ ਖਬਰਾਂ ਨਸ਼ਰ ਹੋਈਆਂ ਸਾਹਮਣੇ ਟੀਵੀ ਤੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਬੇਵਕੂਫੀ ਕਰਕੇ, ਉਹਨਾਂ ਦੀ ਗਲਤੀ ਕਰਕੇ ਪੰਜਾਬ 'ਚ ਹੜ੍ਹ ਆਏ ਆ, ਤਾਂ ਇਹਨਾਂ ਨੇ ਇੱਕ ਸਟੈਪ ਹੋਰ ਚੱਕ ਲਿਆ, ਇਸ BBMB ਦੇ ਚੇਅਰਮੈਨ ਨੂੰ ਅਸੈਸੀਨੇਟ ਕਰਤਾ। ਦੂਸਰੇ ਪਾਸੇ ਇਹੀ ਉਹ ਸਮਾਂ ਸੀਗਾ ਜਿਹੜੀ SYL ਦੀ ਮੈਂ ਗੱਲ ਕੀਤੀ ਹੈ ਤੁਹਾਡੇ ਸਾਹਮਣੇ। ਹੁਣ SYL ਜਿਹੜੀ ਕਿ 214-15 ਕਿਲੋਮੀਟਰ ਨਦੀ ਲੰਮੀ ਉਹ ਸੀਗੀ, ਇੱਕ ਨਹਿਰ ਸੀ ਜਿਹੜੀ ਸਤਲੁਜ ਨੂੰ ਯਮੁਨਾ ਨਾਲ ਜੋੜਨ ਵਾਸਤੇ ਪੰਜਾਬ ਦੇ ਰੋਪੜ ਤੋਂ ਲੈ ਕੇ ਹਰਿਆਣੇ ਤੱਕ ਬਣਨੀ ਸੀ। ਉਸ ਨਹਿਰ ਨੂੰ ਬਣਾਉਣ ਵਾਲੇ ਇੰਜੀਨੀਅਰ ਜਿਹੜੇ ਸੀਗੇ, ਉਹਨਾਂ ਦੇ ਸੁਪਰੀਡੈਂਟੈਂਟ ਇੰਜੀਨੀਅਰ ਨੂੰ ਵੀ ਇਹਨਾਂ ਦਿਨਾਂ 'ਚ ਹੀ ਅਸੈਸੀਨੇਟ ਕਰ ਦਿੱਤਾ ਗਿਆ। ਹੁਣ ਤੁਸੀਂ ਇੱਕ ਗੱਲ ਦੱਸੋ, ਬਰਨਾਲਾ ਸਰਕਾਰ 86 'ਚ ਬਣਦੀ ਹੈ ਵੋਟਾਂ 'ਚ, ਉਸ ਸਰਕਾਰ ਨੂੰ 1 ਸਾਲ ਬਾਅਦ ਹੀ ਭੰਗ ਕਰਨਾ ਪੈ ਗਿਆ ਕਿਉਂਕਿ ਉਹਦੇ ਬਣਨ ਤੋਂ ਬਾਅਦ ਪੰਜਾਬ ਦੇ ਹਾਲਾਤ ਸੁਧਰੇ ਨਹੀਂ ਸਗੋਂ ਵਿਗੜ ਗਏ। ਸੰਤ ਲੌਂਗੋਵਾਲ ਦੀ ਮੌਤ ਹੋ ਜਾਂਦੀ ਹੈ, ਠੀਕ ਆ। ਉਧਰੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਦੀ ਖਾੜਕੂਆਂ ਨਾਲ ਸਿੰਪਥੀ ਹੋਰ ਵੱਧ ਗਈ। ਵਧਣ ਦਾ ਕਾਰਨ ਵੀ ਸਮਝ ਆ ਰਿਹਾ ਸਾਨੂੰ। ਵਧਣ ਦਾ ਮੇਨ ਕਾਰਨ ਕੀ ਸੀਗਾ? ਕਿਉਂਕਿ ਲੋਕਾਂ ਨੂੰ ਲੱਗਦਾ ਕਿ ਜਿਹੜੇ ਹੜ੍ਹ ਆਏ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ, ਸਾਰੀ ਸਰਕਾਰ ਦੀ ਬੇਵਕੂਫੀ ਕਰਕੇ ਆਏ ਆ। ਲੌਂਗੋਵਾਲ ਸਾਹਿਬ ਦੀ ਮੌਤ ਹੋ ਗਈ ਕਿਉਂਕਿ ਲੌਂਗੋਵਾਲ ਸਾਹਿਬ ਜਿਹੜਾ ਸਮਝੌਤਾ ਕਰਕੇ ਆਏ ਆ ਉਹਦੇ 'ਚ ਪੰਜਾਬ ਦੇ ਹੱਕ ਮਾਰੇ ਗਏ। ਪੰਜਾਬ 'ਚ ਲੋਕਾਂ ਵੱਲੋਂ ਖਾੜਕੂਆਂ ਨੂੰ ਅਨਡਿਊ ਸਪੋਰਟ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਰੋਟੀ ਖਾਣੀ ਆ ਸਾਡੇ ਵੱਲੋਂ ਖਾਓ, ਅਸੀਂ ਤੁਹਾਡੇ ਕਰਕੇ ਖੜੇ ਆ। ਪੰਜਾਬ ਦੇ ਪਿੰਡਾਂ 'ਚ ਖਾੜਕੂਆਂ ਨੂੰ ਬਹੁਤ ਵੱਡੇ ਲੈਵਲ ਤੇ ਸਮਰਥਨ ਜਿਹੜਾ ਮਿਲਣਾ ਸ਼ੁਰੂ ਹੋਇਆ ਉਹ 87-88 ਤੋਂ ਬਾਅਦ, ਹੜ੍ਹਾਂ ਤੋਂ ਬਾਅਦ ਸ਼ੁਰੂ ਹੋਇਆ। ਤੇ ਇਸੇ ਸਮੇਂ ਦੌਰਾਨ ਕੇਂਦਰ 'ਚ ਇੱਕ ਹੋਰ ਬੜਾ ਤਗੜਾ ਪਲਟਾ ਵੱਜਦਾ ਹੈ। 1999 'ਚ ਰਾਜੀਵ ਗਾਂਧੀ ਦੇ ਖਿਲਾਫ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਹੀ ਡਿਫੈਂਸ ਮਿਨਿਸਟਰ ਵਿਸ਼ਵਨਾਥ ਪ੍ਰਤਾਪ ਸਿੰਘ ਬਗਾਵਤ ਕਰ ਦਿੰਦਾ ਹੈ ਤੇ ਸਰਕਾਰ ਡੇਗ ਦਿੰਦਾ ਹੈ, ਤੇ ਨਵੇਂ ਸਿਰਿਓਂ ਕੇਂਦਰ ਦੀਆਂ ਵੋਟਾਂ ਪੈਂਦੀਆਂ। ਜਦੋਂ ਕੇਂਦਰ ਦੀਆਂ ਨਵੇਂ ਸਿਰਿਓਂ ਵੋਟਾਂ ਪੈਣਗੀਆਂ ਤਾਂ ਉਸ ਟਾਈਮ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀਆਂ ਵੋਟਾਂ ਵੀ ਤਾਂ ਪੈਣੀਆਂ ਹੀ ਆ। ਇਸ 13 ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਸੀ ਪੰਜਾਬ ਦੀਆਂ 1999 ਵਾਲੀਆਂ, ਉਹਦੇ ਨਤੀਜੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੰਦੇ ਆ ਕਿਉਂਕਿ 1999 ਦੀਆਂ ਜਿਹੜੀਆਂ ਵੋਟਾਂ ਪਈਆਂ ਆ ਉਹਨਾਂ ਦੇ ਨਤੀਜਿਆਂ ਦਾ ਰਿਜ਼ਲਟ ਆ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਆ ਦੇਖੋ, ਆ 1999 ਦੀਆਂ ਸੀਟਾਂ ਸੀਗੀਆਂ ਜਿਹਦੇ 'ਚ ਸਭ ਤੋਂ ਵੱਧ 6 ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਿੱਤ ਕੇ ਆਏ ਸੀ ਤੇ 3 ਕੈਂਡੀਡੇਟ ਆਜ਼ਾਦ ਜਿੱਤ ਕੇ ਆਏ ਸੀਗੇ। 6 ਤੇ 3 9, ਉਹ ਜਿਹੜੇ 3 ਆਜ਼ਾਦ ਜਿੱਤੇ ਸੀ ਉਹਨਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਸਮਰਥਨ ਹਾਸਲ ਸੀ। ਖਾੜਕੂਆਂ ਨੂੰ ਲੋਕਾਂ ਨੇ ਇੰਨੀ ਵੋਟ ਕਿਉਂ ਪਾਈ? ਸ਼੍ਰੋਮਣੀ ਅਕਾਲੀ ਦਲ ਮਾਨ ਜਿਹੜਾ ਕਿ ਖਾੜਕੂਆਂ ਦੇ ਸਮਰਥਨ ਕਰਕੇ ਸੱਤਾ 'ਚ ਆ ਰਿਹਾ ਸੀ, ਉਹਨਾਂ ਨੂੰ ਇੰਨੀ ਵੋਟ ਪੈਣ ਦਾ ਕਾਰਨ ਉਹੀ ਸੀਗਾ ਜੋ ਮੈਂ ਤੁਹਾਨੂੰ ਸਮਝਾਇਆ ਕਿ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ। 1999 ਦੀਆਂ ਇਹਨਾਂ ਵੋਟਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਿਹੜੇ ਮੇਨ ਲੀਡਰ ਸੀ ਸਿਮਰਨਜੀਤ ਸਿੰਘ ਮਾਨ, ਉਹਨਾਂ ਦਾ ਲੋਕ ਸਭਾ 'ਚ ਕਿਸੇ ਤਲਵਾਰ ਨੂੰ ਲੈ ਕੇ ਜਾਂ ਐਂਟਰੀ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਵਿਵਾਦ ਹੋਇਆ। 1990 ਤੱਕ ਜਾਂਦੇ ਜਾਂਦੇ ਇਹ ਵੀ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਕਿ ਜਿਹੜੀ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਸਰਕਾਰ ਸੀਗੀ ਉਹ ਕੋਈ ਬਹੁਤਾ ਚਿਰ ਚੱਲੀ ਨਹੀਂ ਸਰਕਾਰ। 1991 'ਚ ਦੁਬਾਰਾ ਫਿਰ ਵੋਟਾਂ ਪਾਉਣੀਆਂ ਪੈ ਗਈਆਂ ਤਾਂ ਜਿਹੜੇ ਇਹ MP ਸੀਗੇ, ਜਿਹੜੇ ਇਹ ਬਣੇ ਸੀਗੇ, ਇਹ MP ਕੋਈ ਬਹੁਤਾ ਚਿਰ ਚੱਲ ਨਹੀਂ ਸਕੇ, ਠੀਕ ਆ। ਤਾਂ ਇਹ MP ਜਿਹੜੇ ਸੀਗੇ ਇਹ
MP 1.5 ਸਾਲ MP ਰਹੇ। ਇਹਨਾਂ ਚੋਂ ਇੱਕ MP ਜਿਹੜੇ ਸੀਗੇ ਉਹਨਾਂ ਨੂੰ ਉਹਨਾਂ ਸਮਿਆਂ 'ਚ ਅਸੈਸੀਨੇਟ ਵੀ ਕਰ ਦਿੱਤਾ ਗਿਆ। ਅਸੈਸੀਨੇਟ ਨਹੀਂ, ਹੁਣ ਉਹਨਾਂ ਨੇ ਖੁਦਕੁਸ਼ੀ ਕੀਤੀ ਆ ਜਾਂ ਉਹ ਅਸੈਸੀਨੇਟ ਹੋਏ ਸੀਗੇ ਜਾਂ ਕੀ ਸੀਗਾ, ਇਹਦੇ ਤੇ ਅੱਜ ਤੱਕ ਕੁਝ ਨਹੀਂ ਪਤਾ। ਹਿੰਟ ਦੇ ਸਕਦਾ ਕਿ ਉਹ MP ਕੌਣ ਸੀਗੇ। ਉਹ ਇਸੇ ਖਾੜਕੂ ਲਹਿਰ ਤੋਂ ਪ੍ਰਭਾਵਿਤ MP ਸੀਗੇ, ਠੀਕ ਆ। ਉਹਨਾਂ ਦੇ ਬੇਟਾ ਹੁਣ ਇਸ ਟਾਈਮ ਆਮ ਆਦਮੀ ਪਾਰਟੀ ਵੱਲੋਂ ਲੰਬੀ ਤੋਂ MLA ਨੇ। ਤਾਂ ਇਸ ਮਤਲਬ ਕਿ ਇਲੈਕਸ਼ਨਸ ਦੇ ਵਿੱਚ ਜਿਹੜੇ 1999 ਦੇ ਇਲੈਕਸ਼ਨ ਸੀਗੇ, ਇਹਦੇ 'ਚ ਖਾੜਕੂਆਂ ਨੂੰ ਪੂਰੀ ਸਪੋਰਟ ਮਿਲੀ। ਪਰ ਅਕਸਰ ਲੋਕ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਉਦੋਂ ਵੋਟਾਂ ਪਾਈਆਂ ਹੋਣਗੀਆਂ, ਸ਼ਾਇਦ ਇੱਕ ਤਾਂ ਇਹਨਾਂ ਨੂੰ ਮਿਲਿਆ 1.5 ਸਾਲ, ਕਿਉਂਕਿ 1.5 ਸਾਲ ਬਾਅਦ ਕੇਂਦਰ ਦੀਆਂ ਵੋਟਾਂ ਦੁਬਾਰਾ ਪੈ ਗਈਆਂ। ਤਾਂ ਇਹਨਾਂ ਨੂੰ ਐਂ ਲੱਗਿਆ ਕਿ ਉਹਨਾਂ 1.5 ਸਾਲਾਂ 'ਚ ਇਹ MP ਉਹ ਪਰਫਾਰਮੈਂਸ ਨਹੀਂ ਦੇ ਸਕੇ ਜਿਹੜੀ ਪਰਫਾਰਮੈਂਸ ਦੀ ਸਾਨੂੰ ਇਹਨਾਂ ਤੋਂ ਉਮੀਦ ਸੀ। ਕਿਸ ਕਰਕੇ ਕਿਉਂ ਨਹੀਂ ਦੇ ਸਕੇ, ਉਹ ਕਾਰਨ ਕੀ ਸੀ? ਇੱਕ ਕਾਰਨ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ, 1.5 ਸਾਲ। ਦੂਜੀ ਗੱਲ, ਜਿਹੜੇ ਖਾੜਕੂ ਲਹਿਰ ਤੋਂ ਪ੍ਰਭਾਵਿਤ MP ਸੀ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕੇਂਦਰ ਉਹਨਾਂ ਨੂੰ ਸਪੋਰਟ ਕਰੂਗਾ? ਸ਼ਾਇਦ ਉਹ ਵੀ ਇੱਕ ਕਾਰਨ ਰਿਹਾ ਹੋਊਗਾ। ਤਾਂ ਬਹੁਤ ਕਾਰਨ ਇਹੋ ਜਿਹੇ ਸੀ। ਕੁਝ ਇਹਨਾਂ ਦੇ ਐਕਸਪੀਰੀਅੰਸ ਨਾ ਹੋਣ ਦਾ ਵੀ ਇੱਕ ਕਾਰਨ ਹੋ ਸਕਦਾ ਹੈ। ਤਾਂ ਲੋਕਾਂ ਦਾ ਇਹਨਾਂ ਤੋਂ ਵੀ 1.5 ਸਾਲ ਬਾਅਦ ਮੋਹ ਭੰਗ ਹੋ ਗਿਆ ਤੇ 1991 ਦੀਆਂ ਵੋਟਾਂ 'ਚ ਬਿਲਕੁਲ ਵੀ ਇਹਨਾਂ ਨੂੰ ਸਪੋਰਟ ਨਹੀਂ ਮਿਲੀ ਤੇ ਦੁਬਾਰਾ ਫਿਰ ਪੰਜਾਬ 'ਚੋਂ ਕਾਂਗਰਸ ਦੇ ਹੀ MP ਚੁਣ ਕੇ ਦੁਬਾਰਾ ਆਏ। 1991 'ਚ ਕੇਂਦਰ ਦੀ ਵੋਟ ਦੁਬਾਰਾ ਪਈ, ਪਰ ਪੰਜਾਬ ਦੇ ਵਿੱਚ ਹਜੇ ਵੀ ਰਾਸ਼ਟਰਪਤੀ ਸ਼ਾਸਨ ਹੀ ਲੱਗਾ ਹੋਇਆ ਸੀ। ਪੰਜਾਬ ਦੇ ਵਿੱਚ 83 ਦੇ ਦਸੰਬਰ 'ਚ ਰਾਸ਼ਟਰਪਤੀ ਸ਼ਾਸਨ ਲੱਗਿਆ, ਇੱਕ ਵਾਰੀ 85 'ਚ ਹਟਾਇਆ ਗਿਆ, ਬਰਨਾਲਾ ਸਾਹਿਬ ਦੀ ਸਰਕਾਰ ਬਣੀ। ਫਿਰ ਰਾਜੀਵ ਲੌਂਗੋਵਾਲ ਦੀ ਮੌਤ ਤੋਂ ਬਾਅਦ ਤੇ BBMB ਦੇ ਚੇਅਰਮੈਨ ਦੀ ਮੌਤ ਤੋਂ ਬਾਅਦ ਤੇ SYL ਨਹਿਰ ਬਣਾਉਣ ਵਾਲੇ ਸੁਪਰੀਡੈਂਟ ਇੰਜੀਨੀਅਰ ਦੀ ਮੌਤ ਤੋਂ ਬਾਅਦ ਦੁਬਾਰਾ ਫਿਰ ਪੰਜਾਬ 'ਚ 87 'ਚ ਰਾਸ਼ਟਰਪਤੀ ਸ਼ਾਸਨ ਲਾਤਾ ਤੇ ਉਹ ਰਾਸ਼ਟਰਪਤੀ ਸ਼ਾਸਨ ਲੱਗਿਆ 91 ਤੱਕ ਲਈ। 91 'ਚ ਫੈਸਲਾ ਕੀਤਾ ਗਿਆ ਕਿ ਹੁਣ ਲੋਕ ਸਭਾ ਦੀਆਂ ਵੋਟਾਂ ਪੈ ਗਈਆਂ, ਕੇਂਦਰ 'ਚ ਨਰਸਿਮਹਾ ਰਾਓ ਦੀ ਸਰਕਾਰ ਆ ਗਈ ਆ, ਹੁਣ ਇਦਾਂ ਕਰਦੇ ਆ ਪੰਜਾਬ ਦੇ ਵਿੱਚ ਦੁਬਾਰਾ ਵੋਟਾਂ ਪਵਾ ਕੇ ਪੰਜਾਬ 'ਚ ਸਰਕਾਰ ਚੁਣ ਲੈਂਦੇ ਆ। ਪਰ 91 'ਚ ਇਹ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਕਿਉਂਕਿ ਸ਼ਾਇਦ ਇਹ ਖਤਰਾ ਸੀ ਕਿ ਹਜੇ ਪੰਜਾਬ ਦੇ ਹਾਲਾਤ ਠੀਕ ਨਹੀਂ। ਇੱਕ ਸਾਲ ਰੋਕਿਆ ਗਿਆ ਤੇ 1992 'ਚ ਪੰਜਾਬ ਦੇ ਵਿੱਚ ਵੋਟਾਂ ਪਵਾਈਆਂ ਗਈਆਂ, 1992 ਵਾਲੀਆਂ ਵੋਟਾਂ। ਪੰਜਾਬ 'ਚ ਇੰਨੇ ਮੁੱਖ ਮੰਤਰੀ ਬਦਲ ਗਏ, ਹੁਣ 92 ਦਾ ਸਾਲ ਆ ਗਿਆ ਤੇ 92 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਲਗਾਤਾਰ ਇਹਨਾਂ ਵੋਟਾਂ ਨੂੰ ਵਿਰੋਧ ਕਰ ਰਿਹਾ ਸੀ। ਉਹਨਾਂ ਦਾ ਆਰੋਪ ਇਹ ਸੀ ਕਿ ਸਾਡੀ 1999 'ਚ ਸਾਡੇ 9 MP ਚੁਣੇ ਗਏ, ਇਹ ਕਿਵੇਂ ਹੋ ਸਕਦਾ ਕਿ 1991 'ਚ ਸਾਡਾ ਇੱਕ ਵੀ MP ਨਹੀਂ ਚੁਣਿਆ ਗਿਆ ਹੋਵੇ। ਉਹ ਇਹ ਕਹਿ ਰਿਹਾ ਸੀ ਕਿ ਇਹਨਾਂ ਵੋਟਾਂ 'ਚ ਧੱਕੇਸ਼ਾਹੀ ਹੋਈ ਆ। ਹੁਣ ਸਿਮਰਨਜੀਤ ਸਿੰਘ ਮਾਨ ਦੇ ਇਹ ਦਾਅਵੇ ਜਿਹੜੇ ਸੀ ਇਹ ਕਿੰਨੇ ਕੁ ਸੱਚੇ ਸੀ, ਇਹਦੀ ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ। 1987 'ਚ 86-87 'ਚ ਜੰਮੂ ਕਸ਼ਮੀਰ 'ਚ ਵੋਟਾਂ ਪਈਆਂ ਵਿਧਾਨ ਸਭਾ ਦੀਆਂ। ਜਿਹੜੇ ਲੋਕ ਉਹਨਾਂ ਵਿਧਾਨ ਸਭਾ ਦੀਆਂ ਚੋਣਾਂ 'ਚ ਖੜੇ ਸੀ, ਉਹ ਲੋਕਾਂ ਨੂੰ ਜਿੱਤੇ ਜਿਤਾਇਆਂ ਨੂੰ ਉਸ ਟਾਈਮ ਦੀ ਭਾਰਤ ਸਰਕਾਰ ਦੇ ਰਾਜੀਵ ਗਾਂਧੀ ਦੀ ਸਰਕਾਰ ਨੇ ਹਰਾਤਾ। ਇਹਦੇ ਸਬੂਤ ਵੀ ਹੈ ਸਾਰਿਆਂ ਕੋਲ। ਇੱਥੋਂ ਤੱਕ ਕਿ ਉਹ ਲੋਕ ਜਿਹੜੇ ਸੀਗੇ ਜਿਨ੍ਹਾਂ ਨੂੰ ਸੱਤਾ 'ਚ ਆਉਣ ਤੋਂ ਰੋਕਿਆ ਗਿਆ, ਉਹਨਾਂ ਸਭ ਨੇ ਹਥਿਆਰ ਚੱਕ ਲਏ ਤੇ ਜੰਮੂ ਕਸ਼ਮੀਰ 'ਚ ਖਾੜਕੂਵਾਦ ਲੈ ਕੇ ਆਉਣ 'ਚ ਹੋਰ ਕੋਈ ਨਹੀਂ ਜ਼ਿੰਮੇਵਾਰ, ਕੇਂਦਰ ਦਾ 1987 ਵਾਲਾ ਇਲੈਕਸ਼ਨ ਜ਼ਿੰਮੇਵਾਰ ਆ। ਇੱਥੋਂ ਤੱਕ ਕਿ ਇੱਕ ਵਾਰੀ ਚੱਲਦੇ ਮੈਚ 'ਚ ਲਾਈਵ ਇੱਕ ਮੈਚ ਦੂਰਦਰਸ਼ਨ ਤੇ ਚੱਲ ਰਿਹਾ ਸੀ, ਕਸ਼ਮੀਰ 'ਚ ਹੋ ਰਿਹਾ ਸੀ। ਉਸ ਚੱਲ ਰਹੇ ਮੈਚ 'ਚ ਇੰਡੀਆ ਦੇ ਖਿਲਾਫ ਹੂਟਿੰਗ ਹੋਈ ਤੇ ਚੱਲਦੇ ਮੈਚ ਨੂੰ ਲਾਈਵ ਬੰਦ ਕਰਨਾ ਪੈ ਗਿਆ ਸੀਗਾ। ਇਟ ਮੀਨਸ ਲੋਕਾਂ ਦਾ ਗੁੱਸਾ ਭਾਰਤ ਨਾਲ ਨਹੀਂ ਸੀ, ਉਸ ਟਾਈਮ ਦੀ ਭਾਰਤ ਦੀ ਸਰਕਾਰ ਨਾਲ ਲੋਕਾਂ ਦਾ ਗੁੱਸਾ ਸੀਗਾ, ਜਿਹੜੀ ਸਰਕਾਰ ਨੇ ਇਸ ਤਰੀਕੇ ਦੀ ਹਰਕਤ ਕੀਤੀ ਸੀ ਤੇ ਕਸ਼ਮੀਰ 'ਚ ਅੱਤਵਾਦ ਲੈ ਕੇ ਆਉਣ ਵਾਸਤੇ ਉਹ ਸਰਕਾਰ ਜ਼ਿੰਮੇਵਾਰ ਸੀ। 91 ਵਾਲੀਆਂ ਚੋਣਾਂ 'ਚ ਪੰਜਾਬ 'ਚ ਵੀ ਐਵੇਂ ਹੋਇਆ। ਇਹਦੇ ਬਾਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ, ਕੋਈ ਸਬੂਤ ਨਹੀਂ, ਪਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਹੋਰ ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਆਂ ਸੀ, ਉਹਨਾਂ ਦੇ ਆਰੋਪ ਸੀ ਕਿ 92 ਵਾਲੀਆਂ ਇਲੈਕਸ਼ਨਾਂ 'ਚ ਧੱਕਾ ਹੋਊਗਾ, ਇਸ ਕਰਕੇ ਅਸੀਂ ਇਹਨਾਂ ਇਲੈਕਸ਼ਨਾਂ ਦਾ ਬਾਈਕਾਟ ਕਰਦੇ ਹਾਂ। ਤੇ ਇਲੈਕਸ਼ਨਾਂ ਦਾ ਬਾਈਕਾਟ ਹੋਇਆ ਵੀ, ਪਰ ਇੱਕੋ ਪਾਰਟੀ ਜਿਹੜੀ ਸੀ ਉਹਨੇ ਇਲੈਕਸ਼ਨਾਂ ਨੂੰ ਲੜਨ ਦਾ ਫੈਸਲਾ ਕੀਤਾ ਤੇ ਪਾਰਟੀ ਦਾ ਨਾਮ ਸੀ ਕਾਂਗਰਸ। ਤੇ ਆਹ ਦੇਖੋ 92 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਫੈਕਟ ਆਏ। ਕਹਿੰਦੇ ਜੀ ਫਿਰੋਜ਼ਪੁਰ, ਪਟਿਆਲਾ, ਕਿਹੜੇ ਜ਼ਿਲ੍ਹੇ 'ਚ ਕਿੰਨੇ % ਵੋਟਾਂ ਪਈਆਂ, ਸਾਫ਼ ਦਿਸ ਰਿਹਾ 13%, 24%, 13%। ਤੇ ਨਤੀਜੇ ਕੀ ਆਏ? ਕਾਂਗਰਸ ਨੂੰ ਮਿਲੀਆਂ 87 ਸੀਟਾਂ। ਬਾਕੀ ਪਾਰਟੀਆਂ ਲੜੀਆਂ ਹੀ ਨਹੀਂ ਚੰਗੇ ਤਰੀਕੇ ਨਾਲ, ਤੇ ਜੇ ਲੜੀਆਂ ਹੀ ਨਹੀਂ ਹੋਣਗੀਆਂ ਤਾਂ ਉਹਨਾਂ ਦੇ MLA ਕਿੱਥੋਂ ਜਿੱਤਣਗੇ? ਤਾਂ ਬਿਨਾਂ ਸ਼ਰਤ ਕਾਂਗਰਸ ਇਹ ਇਲੈਕਸ਼ਨ ਜਿੱਤ ਜਾਂਦੀ ਆ। ਹਜੇ ਪੰਜਾਬ ਦਾ ਮਾਹੌਲ ਸਹੀ ਨਹੀਂ ਹੋਇਆ। ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਤੇ ਬੇਅੰਤ ਸਿੰਘ ਉਹੀ ਸ਼ਖਸ ਸੀਗਾ ਜਿਹਦੇ ਤੇ 1987 ਤੋਂ ਲੈ ਕੇ 92 ਤੱਕ ਇਹ ਆਰੋਪ ਲਿਆ ਕਿ ਬੇਸ਼ੱਕ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਸੀ, ਪਰ ਪੰਜਾਬ ਦੇ ਉਸ ਟਾਈਮ ਦੇ DGP KPS ਗਿੱਲ
ਤੇ ਉਸ ਟਾਈਮ ਦੇ ਪੰਜਾਬ ਦੇ ਜਿਹੜੇ ਵੀ ਗਵਰਨਰ ਆਏ ਸਭ ਨਾਲ ਮਿਲ ਕੇ ਪੰਜਾਬ 'ਚ ਖਾੜਕੂਆਂ ਦੇ ਨਾਮ ਤੇ ਬਹੁਤ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਮਾਰਿਆ ਗਿਆ। ਤੇ ਇਹਦੇ ਸਬੂਤ ਜਿਹੜੇ ਮਿਲਦੇ ਆ ਉਹ ਮਿਲਦੇ ਆ ਉੱਥੋਂ ਜਦੋਂ ਇੱਕ ਇਹੋ ਜਿਹੇ ਬੈਂਕ ਮੈਨੇਜਰ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਜਿਹੜਾ ਖੁਦ ਖਾੜਕੂ ਨਹੀਂ ਸੀ, ਸਿਰਫ ਉਹਨਾਂ ਖਾੜਕੂਆਂ ਦੀ ਪਹਿਚਾਣ ਕਰਕੇ ਸ਼ਮਸ਼ਾਨ ਘਾਟਾਂ ਚੋਂ ਪਹਿਚਾਣ ਕਰਕੇ ਉਹਨਾਂ ਦੇ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਸਿਰਫ ਇਹੀ ਦੱਸ ਰਿਹਾ ਸੀਗਾ ਕਿ ਤੁਹਾਡਾ ਮੁੰਡਾ ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਮਤਲਬ ਹਿਊਮਨ ਰਾਈਟ ਐਕਟਿਵਿਸਟ 1 2 3 ਅਣਗਿਣਤ ਹਿਊਮਨ ਰਾਈਟ ਐਕਟਿਵਿਸਟ ਜਿਹੜੇ ਸੀ ਪੁਲਿਸ ਨੇ ਚੱਕ ਕੇ ਮਾਰਤੇ, ਸਿਰਫ ਇਸ ਕਰਕੇ ਕਿ ਉਹ ਲੋਕਾਂ ਤੱਕ ਇਹ ਨਾ ਦੱਸ ਸਕਣ ਕਿ ਤੁਹਾਡੇ ਮੁੰਡੇ ਜੀਂਦੇ ਆ ਕਿ ਨਹੀਂ। ਸੋ ਇਹ ਉਸ ਟਾਈਮ ਦੇ ਹਾਲਾਤ ਸੀ। 92 ਤੋਂ ਲੈ ਕੇ 97 ਤੱਕ ਬੇਅੰਤ ਸਿੰਘ ਦੀ ਸਰਕਾਰ ਨੇ 5 ਸਾਲ ਚੱਲਣਾ ਸੀ, ਪਰ ਬੇਅੰਤ ਸਿੰਘ ਦੀ ਸਰਕਾਰ ਤਾਂ ਪੰਜਾਬ 'ਚ ਆ ਗਈ ਤਾਂ ਐਂ ਲੱਗਦਾ ਸੀ ਕਿ ਹੁਣ ਪੰਜਾਬ ਦੇ ਵਿੱਚ ਖਾੜਕੂਵਾਦ ਸ਼ਾਇਦ ਖਤਮ ਹੋ ਜਾਊਗਾ ਤੇ ਬੜੇ ਤਰੀਕੇ ਨਾਲ ਪੰਜਾਬ 'ਚ ਸ਼ਾਂਤੀ ਵਾਪਸ ਆ ਜਾਊਗੀ, ਬਟ ਐਵੇਂ ਦਾ ਕੁਝ ਹੁੰਦਾ ਦਿਸ ਨਹੀਂ ਸੀ ਰਿਹਾ। ਪਹਿਲਾਂ ਜੋ ਕੰਮ ਰਾਸ਼ਟਰਪਤੀ ਸ਼ਾਸਨ 'ਚ ਹੋ ਰਿਹਾ ਸੀ ਉਹ ਹੁਣ ਬੇਅੰਤ ਸਿੰਘ ਦੀ ਸਰਕਾਰ 'ਚ ਉਸੇ ਤਰ੍ਹਾਂ ਚੱਲਦਾ ਰਿਹਾ ਤੇ KPS ਗਿੱਲ ਲਗਾਤਾਰ ਪੰਜਾਬ 'ਚ ਐਕਸਟੈਂਸ਼ਨਾਂ ਲੈ ਕੇ DGP ਦੇ ਅਹੁਦੇ ਨੂੰ ਵਧਾਉਂਦੇ ਗਏ। ਉਮਰ ਲੰਘਣ ਤੋਂ ਬਾਅਦ ਵੀ ਉਹ ਪੰਜਾਬ 'ਚ DGP ਰਹੇ, ਸਿਰਫ ਆਪਣੀ ਕੇਂਦਰ ਸਰਕਾਰ ਦੇ ਨਾਲ ਆਪਣੀ ਸਾਂਝਗਾਂਠ ਹੋਣ ਦੇ ਕਾਰਨ। ਖੈਰ 1992 ਤੋਂ ਲੈ ਕੇ 1997 ਤੱਕ ਇਹਨਾਂ ਨੇ ਰਹਿਣਾ ਸੀ, ਪਰ 1995 'ਚ ਕੁਝ ਖਾੜਕੂ ਦਲਾਂ ਨੇ ਮਿਲ ਕੇ, 2 ਖਾੜਕੂ ਦਲਾਂ ਦੇ ਵਿੱਚ ਨਾਮ ਆਉਂਦੇ ਆ, ਉਹਨਾਂ ਨੇ ਮਿਲ ਕੇ ਬੇਅੰਤ ਸਿੰਘ ਨੂੰ ਸੈਕਟਰੀਏਟ ਚੰਡੀਗੜ੍ਹ 'ਚ ਅਸੈਸੀਨੇਟ ਕਰਤਾ, ਜਿਹਦੇ 'ਚ ਬਹੁਤ ਸਾਰੇ ਲੋਕ ਵੀ ਮਾਰੇ ਗਏ, ਜਿਹਦੇ 'ਚ ਨਾਮ ਮੋਟੇ ਤੌਰ ਤੇ ਜਿਹੜਾ ਨਾਮ ਸੀਗਾ ਉਹ ਰਾਜੋਆਣਾ ਸਾਹਿਬ ਦਾ ਤੇ ਉਹਨਾਂ ਦੇ ਨਾਲ ਇੱਕ ਹੋਰ ਉਹਨਾਂ ਦਾ ਸਾਥੀ ਸੀਗਾ, ਦੋਵਾਂ ਨੇ ਮਿਲ ਕੇ ਅਸੈਸੀਨੇਟ ਕੀਤਾ ਸੀਗਾ। ਇੱਕ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਤੇ ਦੂਸਰੇ ਨੂੰ ਬਾਅਦ 'ਚ ਪੁਲਿਸ ਜਲੰਧਰ ਦੇ ਬੱਸ ਸਟੈਂਡ ਤੋਂ ਅਰੈਸਟ ਕਰ ਲੈਂਦੀ ਹੈ। ਤਾਂ ਇਸ ਤਰੀਕੇ ਨਾਲ ਪੰਜਾਬ 'ਚ ਬੇਅੰਤ ਸਿੰਘ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਗਈ 95 'ਚ, ਪਰ ਰੂਲ ਇਹ ਕਹਿੰਦਾ ਹੈ ਕਿ 5 ਸਾਲ ਚੁਣੀ ਸਰਕਾਰ 5 ਸਾਲ ਹੀ ਚੱਲੂਗੀ। ਤਾਂ ਉਹਨਾਂ ਦੀ ਮੌਤ ਤੋਂ ਬਾਅਦ ਕਾਂਗਰਸ 'ਚੋਂ ਹੀ ਇੱਕ ਹੋਰ ਲੀਡਰ ਹਰਚਰਨ ਸਿੰਘ ਬਰਾੜ ਜਿਹੜੇ ਸੀ ਉਹਨਾਂ ਨੂੰ ਮੁੱਖ ਮੰਤਰੀ ਚੁਣ ਲਿਆ ਜਾਂਦਾ ਹੈ ਬਚੇ ਹੋਏ 1.5-2 ਸਾਲ ਵਾਸਤੇ। ਪਰ ਹਰਚਰਨ ਸਿੰਘ ਬਰਾੜ ਤੇ ਕਰਪਸ਼ਨ ਦੇ ਆਰੋਪ ਲੱਗਦੇ ਆ ਤੇ 8-9 ਮਹੀਨੇ ਰਹਿੰਦੇ ਹੋਏ ਉਹਨਾਂ ਨੂੰ ਵੀ ਸੱਤਾ ਤੋਂ ਹਟਾ ਦਿੰਦੀ ਹੈ ਕਾਂਗਰਸ ਤੇ ਉਹਨਾਂ ਦੀ ਜਗ੍ਹਾ ਤੇ ਲੈ ਕੇ ਆਉਂਦੇ ਆ ਰਜਿੰਦਰ ਕੌਰ ਭੱਠਲ ਨੂੰ, ਪੰਜਾਬ ਦੇ ਪਹਿਲੇ ਮਹਿਲਾ ਮੁੱਖ ਮੰਤਰੀ, ਤੇ ਬਚੇ ਹੋਏ 6 ਮਹੀਨੇ ਉਹ ਪੂਰੇ ਕਰਦੇ ਆ। 92 ਤੋਂ ਲੈ ਕੇ 97 ਤੱਕ ਦੀ ਕਾਂਗਰਸ ਦੀ ਸਰਕਾਰ 3 ਮੁੱਖ ਮੰਤਰੀ ਦਿਖਾਉਂਦੀ ਹੈ ਸਾਨੂੰ, ਤੇ ਉਸ ਤੋਂ ਬਾਅਦ ਸੱਤਾ 'ਚ ਦੁਬਾਰਾ ਫੇਰ ਪਰਿਵਰਤਨ ਹੁੰਦਾ ਹੈ ਤੇ ਪੰਜਾਬ 'ਚ ਅਕਾਲੀ ਦਲ ਸੱਤਾ 'ਚ ਆਉਂਦਾ ਹੈ ਤੇ ਤੀਸਰੀ ਵਾਰ ਅਕਾਲੀ ਦਲ ਸੱਤਾ 'ਚ ਆਇਆ ਤੇ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ। ਤੀਸਰੀ ਵਾਰ ਮੁੱਖ ਮੰਤਰੀ ਬਣਦੇ ਆ 97 ਤੋਂ ਲੈ ਕੇ 2002 ਤੱਕ। 2002 ਤੋਂ ਬਾਅਦ ਪੰਜਾਬ ਦੇ ਵਿੱਚ ਦੁਬਾਰਾ ਫੇਰ ਇਲੈਕਸ਼ਨ ਹੁੰਦੇ ਆ ਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਂਦੀ ਆ ਤੇ ਮੁੱਖ ਮੰਤਰੀ ਬਣਦੇ ਆ ਕੈਪਟਨ ਅਮਰਿੰਦਰ ਸਿੰਘ। 2002 ਤੋਂ ਲੈ ਕੇ 7 ਤੱਕ ਮੁੱਖ ਮੰਤਰੀ ਰਹਿੰਦੇ ਆ। 7 'ਚ ਸੱਤਾ ਪਰਿਵਰਤਨ ਹੁੰਦਾ ਹੈ ਤੇ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਪ੍ਰਕਾਸ਼ ਸਿੰਘ ਬਾਦਲ। 12 'ਚ ਉਹ ਆਪਣੀ ਹਾਰ ਖੁਦ ਪਲਾਨ ਕਰੀ ਬੈਠੇ ਸੀ, ਮਤਲਬ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਜਿੱਤਾਂਗੇ ਕਿ ਹਾਰਾਂਗੇ, ਜਾਂ ਇਹ ਕਹਿ ਲਓ ਕਿ ਉਹ ਸੋਚੀ ਬੈਠੇ ਸੀ ਕਿ ਹਾਰਾਂਗੇ, ਬਟ ਕਿਸਮਤ ਇਹੋ ਜਿਹੀ ਸੀ ਕਿ ਦੁਬਾਰਾ ਫੇਰ ਉਹਨਾਂ ਨੂੰ ਸੱਤਾ ਦਾ ਰਾਹ ਉਹਨਾਂ ਲਈ ਬਣਦਾ ਹੈ ਤੇ 2012 'ਚੋਂ 5ਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਤੇ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਆ। 2017 'ਚ ਕੈਪਟਨ ਦੇ ਨਾਂ ਤੇ ਸਰਕਾਰ ਦਾਲ ਆਉਂਦੀ ਆ ਤੇ ਉਸ ਟਾਈਮ ਤੱਕ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਵੀ ਉਦੈ ਹੋ ਚੁੱਕਿਆ ਹੁੰਦਾ ਹੈ। ਅਚਾਨਕ ਚੱਲਦੀ ਹੋਈ ਪੰਜਾਬ ਦੀ ਰਾਜਨੀਤੀ 'ਚ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਨਾ ਕਿਉਂ ਬਣਦਾ ਹੈ, ਇਹ ਤਾਂ ਦੇਖੋ ਹੁਣ ਆਪਾਂ ਨੂੰ ਕਲੀਅਰ ਪਤਾ ਕਿ ਪੰਜਾਬ 'ਚ ਇਹਦਾ ਜ਼ਿਕਰ ਕਰਨਾ ਇਸ ਕਰਕੇ ਬਣਦਾ ਕਿ ਇਸ ਟਾਈਮ ਸੱਤਾ 'ਚ ਆਮ ਆਦਮੀ ਪਾਰਟੀ ਆ। 2017 'ਚ ਇਹ ਆਮ ਆਦਮੀ ਪਾਰਟੀ ਦੂਜੇ ਨੰਬਰ ਦੀ ਪਾਰਟੀ ਬਣ ਕੇ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਦੀ ਆ, ਪਰ ਸੱਤਾ 'ਚ ਦਾ ਲੱਗਦਾ ਹੈ ਕੈਪਟਨ ਸਾਹਿਬ ਦਾ, ਕਿਉਂਕਿ ਕੈਪਟਨ ਦੇ ਨਾਂ ਤੇ ਵੋਟਾਂ ਮੰਗੀਆਂ ਜਾਂਦੀਆਂ ਤੇ ਕੈਪਟਨ ਦੇ ਨਾਂ ਤੇ ਹੀ ਲੋਕ ਪੰਜਾਬ ਦੇ ਪੰਜਾਬੀ ਕੈਪਟਨ ਕਾਂਗਰਸ ਨੂੰ ਵੋਟ ਪਾਉਂਦੇ ਆ। ਪਰ ਇਹਦਾ ਐਕਸਪੀਰੀਅੰਸ ਵੀ 5 ਸਾਲ ਦਾ ਬਾਹਲਾ ਚੰਗਾ ਨਹੀਂ ਰਹਿੰਦਾ। 6 ਮਹੀਨੇ ਪਹਿਲਾਂ ਹੀ ਕਾਂਗਰਸ ਆਪਣਾ ਮੁੱਖ ਮੰਤਰੀ ਬਦਲ ਦਿੰਦੀ ਆ ਤੇ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਤੇ 6 ਮਹੀਨੇ ਤੋਂ ਬਾਅਦ ਉਹਨਾਂ ਦੇ ਨਾਂ ਤੇ ਹੀ ਕਾਂਗਰਸ ਦੁਬਾਰਾ ਦਾਲ ਆਉਂਦੀ ਆ ਤੇ 2022 ਦੀਆਂ ਚੋਣਾਂ ਦੇ ਨਤੀਜੇ ਬਿਲਕੁਲ ਕਾਂਗਰਸ ਦੇ ਤੇ ਅਕਾਲੀ ਦਲ ਤੇ, ਜਿਹੜੀਆਂ ਕਿ ਪੰਜਾਬ ਦੀਆਂ ਟ੍ਰੈਡੀਸ਼ਨਲ ਕਨਵੈਨਸ਼ਨਲ ਜਾਂ ਰਵਾਇਤੀ ਪਾਰਟੀਆਂ ਸੀ, ਠੀਕ ਆ, ਜਿਨ੍ਹਾਂ ਦੀ ਸੱਤਾ ਆਪਸ 'ਚ ਇੱਕ ਦੂਜੇ ਦਾ ਅਦਲਾ ਬਦਲੀ ਰਹੀ ਆ, ਅਲਟਰਨੇਟ ਰਹੀ ਆ, ਠੀਕ ਆ, ਇਹਨਾਂ ਦੋਵਾਂ ਪਾਰਟੀਆਂ ਤੋਂ ਮੋਹ ਭੰਗ ਕਰਕੇ ਲੋਕ
92 ਸੀਟਾਂ 90 ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾਉਂਦੇ ਆ। ਹੁਣ ਤੁਸੀਂ ਇਹ ਹਿਸਾਬ ਲਾਓ ਕਿ ਹਰ ਇੱਕ ਪੰਜਾਬ 'ਚ ਹਰ ਕੋਈ ਫੈਸਲਾ ਜਿਹੜਾ ਕਿ ਕਿਸੇ ਵੀ ਪ੍ਰਕਾਰ ਦਾ ਬਹੁਮਤ ਹੁਣ ਪੰਜਾਬ 'ਚ ਜੇ ਉਹਨੂੰ ਚਾਹੀਦਾ ਹੋਵੇ ਆਮ ਆਦਮੀ ਨੂੰ ਤੇ ਉਹ ਅਵੇਲੇਬਲ ਆ ਤੇ ਕੋਈ ਵੀ ਕੰਮ ਉਹ ਕਰ ਸਕਦੇ ਆ। ਤੇ 16 ਮਾਰਚ 2022 ਯਾਨੀ ਕਿ ਅੱਜ ਦਾ ਹੀ ਦਿਨ, ਇਸ ਦਿਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਹੁੰ ਚੁੱਕਦੇ ਆ ਸਰਦਾਰ ਭਗਵੰਤ ਸਿੰਘ ਮਾਨ। ਤਾਂ ਇਹ ਪੰਜਾਬ ਦੀ ਸੱਤਾ 'ਚ ਜੇ ਅਸੀਂ ਗੱਲ ਕਰੀਏ, ਹੁਣ ਜੇ ਕੋਈ ਮੈਨੂੰ ਇਹ ਕਵੇ ਕਿ ਚਿਹਰਿਆਂ ਨੂੰ ਦੇਖਦੇ ਹੋਏ, ਸ਼ਕਲਾਂ ਨੂੰ ਦੇਖਦੇ ਹੋਏ, ਕਿ ਸ਼ਕਲਾਂ ਦੇ ਹਿਸਾਬ ਨਾਲ ਦੱਸਿਆ ਜਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਕਿੰਨਵੇਂ ਮੁੱਖ ਮੰਤਰੀ ਆ, ਤਾਂ ਜੇ ਤੁਸੀਂ ਚਿਹਰੇ ਗਿਣੋ ਜਿਵੇਂ ਕਿ ਗੋਪੀ ਚੰਦ ਭਾਰਗਵ, ਭੀਮ ਸਚਰ ਸੇਨ, ਇਹਨਾਂ ਨੂੰ ਇੱਕ ਇੱਕ ਕਰਕੇ ਗਿਣੋਗੇ ਤਾਂ ਭਗਵੰਤ ਸਿੰਘ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਇਹ ਗੱਲ ਯਾਦ ਰੱਖਿਓ, ਫੈਕਟ ਆ, ਇਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਪਰ ਜੇ ਇੱਕ ਮੁੱਖ ਮੰਤਰੀ ਜਿੰਨੀ ਵਾਰ ਬਣਿਆ ਉਹਨੂੰ ਉਨੀ ਵਾਰ ਗਿਣਿਆ ਜਾਵੇ, ਜੇ ਜਿਹੜਾ ਮੁੱਖ ਮੰਤਰੀ ਜਿੰਨੀ ਵਾਰ ਬਣਿਆ ਉਹਨੂੰ ਉਨੀ ਵਾਰ ਗਿਣਿਆ ਜਾਵੇ, ਫਿਰ ਭਗਵੰਤ ਸਿੰਘ ਮਾਨ ਪੰਜਾਬ ਦੇ 28ਵੇਂ ਮੁੱਖ ਮੰਤਰੀ ਹੋਣਗੇ। ਜਦੋਂ PPSC ਸਵਾਲ ਪੁੱਛੂਗੀ ਤਾਂ ਮੰਨ ਕੇ ਚੱਲਿਓ ਕਿ ਉੱਥੇ 26, 27, 28 ਤੇ 29 ਆਪਸ਼ਨ ਆਊਗਾ, ਉੱਥੇ ਆਹ ਆਪਸ਼ਨ ਨਹੀਂ ਆਉਣਾ। ਕਿਉਂਕਿ ਇੱਕ ਵਾਰ ਕੋਆਪਰੇਟਿਵ ਆਡਿਟ ਇੰਸਪੈਕਟਰ 2017 ਦਾ ਪੇਪਰ ਜਿਹੜਾ ਸੀਗਾ PPSC ਦਾ, ਉਹਦੇ 'ਚ ਪੁੱਛਿਆ ਗਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿੰਨਵੇਂ ਮੁੱਖ ਮੰਤਰੀ ਆ, ਤੇ ਉੱਥੇ ਆਪਸ਼ਨ ਸੀ 23, 24, 25 ਕਿ 26, ਜਿਹਦਾ ਸਹੀ ਜਵਾਬ 26 ਸੀਗਾ ਉਦੋਂ। ਕਿਉਂਕਿ ਉੱਥੇ ਸਵਾਲ ਚਿਹਰਿਆਂ ਦੇ ਹਿਸਾਬ ਨਾਲ ਨਹੀਂ ਸੀ ਪੁੱਛਿਆ ਗਿਆ, ਉੱਥੇ ਸਵਾਲ ਪੁੱਛਿਆ ਗਿਆ ਸੀਗਾ ਕਿ ਕਿਹੜਾ ਜਿੰਨੀ ਵਾਰ ਬਣਿਆ ਉਹਨੂੰ ਉਨੀ ਵਾਰ ਗਿਣੋ। ਉਸ ਹਿਸਾਬ ਨਾਲ ਉਹ 26ਵੇਂ ਸੀ ਤੇ ਭਗਵੰਤ ਸਿੰਘ ਮਾਨ 28ਵੇਂ ਮੁੱਖ ਮੰਤਰੀ ਆ। ਤੇ ਇਹ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਪੰਜਾਬ 'ਚ 117 MLA ਆ ਤੇ ਭਾਰਤ ਦੀ ਸੰਵਿਧਾਨ ਦੀ 91ਵੀਂ ਸੋਧ ਦੇ ਮੁਤਾਬਕ 15% ਹੀ ਮੰਤਰੀ ਬਣ ਸਕਦੇ ਆ ਸਣੇ ਮੁੱਖ ਮੰਤਰੀ, ਤੇ 117 ਦਾ 15% ਬਣਦਾ ਹੈ 18, ਤੇ 18 ਸਣੇ ਮੁੱਖ ਮੰਤਰੀ, 18 ਚੋਂ ਸ਼ਾਇਦ ਇੱਕ ਨੇ ਤਾਂ ਅੱਜ ਸਹੁੰ ਚੱਕ ਲਈ, ਬਾਕੀ 17 ਫਿਰ ਚੱਕ ਲੈਣਗੇ। ਤੇ 18 ਮੁੱਖ ਮੰਤਰੀਆਂ ਦਾ ਜਿਹੜਾ ਗਰੁੱਪ ਆ, ਇਹਨੂੰ ਮੰਤਰੀ ਪਰਿਸ਼ਦ ਵੀ ਕਹਿ ਸਕਦੇ ਆ ਜਾਂ ਕੈਬਨਿਟ ਮੰਤਰੀ ਵੀ ਕਹਿ ਸਕਦੇ ਆ। ਵੈਸੇ ਮੇਰੀ ਇੱਕ ਗੱਲ ਸੁਣੋ, ਮੰਤਰੀ ਪਰਿਸ਼ਦ ਦਾ ਮਤਲਬ ਹੁੰਦਾ ਸਾਰੇ ਮੰਤਰੀ, ਤੇ ਉਹਨਾਂ ਚੋਂ ਕੀਮਤੀ ਮੰਤਰੀ ਹੁੰਦੇ ਆ ਕੈਬਨਿਟ ਰੈਂਕ ਦੇ ਮੰਤਰੀ। ਪੰਜਾਬ 'ਚ ਦੋਵਾਂ ਗੱਲਾਂ 'ਚ ਕੋਈ ਫਰਕ ਨਹੀਂ, ਪਰ ਯੂਪੀ 'ਚ ਹੈਗਾ ਹੈ। ਯੂਪੀ 'ਚ 404 ਸੀਟਾਂ ਹੈ, 404 ਦਾ 15% ਕੱਢ ਕੇ ਦੇਖੋ, ਉੱਕਾ ਫੁੱਕਾ 400 ਦਾ 15% ਕੱਢੋ, 60, 61 ਆ ਗਿਆ। 61 ਮੰਤਰੀ ਬਣ ਸਕਦੇ ਆ ਯੂਪੀ 'ਚ। ਕੀ 61 ਦੇ 61 ਨੂੰ ਕੈਬਨਿਟ ਬਣਾ ਦੇਣਗੇ? ਨਹੀਂ, ਉੱਥੇ ਕੈਬਨਿਟ ਮੰਤਰੀ 20 ਹੋਣਗੇ ਤੇ ਬਾਕੀ 41 ਆਮ ਮੰਤਰੀ ਹੋਣਗੇ। ਪਰ ਪੰਜਾਬ ਦਾ ਪੰਗਾ ਹੈ ਕਿ ਪੰਜਾਬ 'ਚ ਹੈ ਹੀ 18 ਦੇ 18 ਨੂੰ ਹੀ ਕੈਬਨਿਟ ਰੈਂਕ ਦਿੱਤਾ ਹੋਇਆ ਹੈ, ਜਾਣੀ ਕਿ ਉੱਚਾ ਦਰਜਾ ਦਿੱਤਾ ਹੋਇਆ ਹੈ। ਤਾਂ ਪੰਜਾਬ 'ਚ ਮੰਤਰੀ ਪਰਿਸ਼ਦ ਯਾਨੀ ਕਿ ਕਾਉਂਸਲ ਆਫ ਮਿਨਿਸਟਰਸ ਤੇ ਕੈਬਨਿਟ ਮਿਨਿਸਟਰ ਇੱਕੋ ਹੀ ਗੱਲ ਆ। ਪਰ ਯੂਪੀ ਦੇ ਕੇਸ ਚੱਕਰ ਪੈ ਜਾਂਦਾ ਹੈ, ਭਾਰਤ ਦੇ ਕੇਸ ਚੱਕਰ ਆ। ਕਿਉਂ? 543 MLA ਆ, MP ਆ, ਉਹਦਾ 15% ਕੱਢੋ, 80 ਕਿ 80 ਮੰਤਰੀ ਬਣਦੇ ਆ, ਸਾਰਿਆਂ ਨੂੰ ਕੈਬਨਿਟ ਥੋੜਾ ਬਣਾ ਦੇਣਗੇ। ਸੋ ਇਹ ਪੰਜਾਬ ਦੀ ਸਟੋਰੀ ਆ, ਠੀਕ ਆ। ਸੋ ਭਗਵੰਤ ਸਿੰਘ ਮਾਨ ਨੂੰ ਦੇਖ ਕੇ ਐਂ ਲੱਗਦਾ ਹੈ ਕਿ ਬੜੇ ਖੁਸ਼ ਆ, ਤੇ ਅਸੀਂ ਉਮੀਦ ਇਹਨਾਂ ਤੋਂ ਵੀ ਇਹੀ ਕਰਾਂਗੇ, ਠੀਕ ਆ, ਕਿ ਇਹ ਪੰਜਾਬ ਨੂੰ ਡਿਵੈਲਪਮੈਂਟ ਦੇ ਰਾਹ ਤੇ ਲੈ ਕੇ ਜਾਣ। ਦੇਖੋ, ਤੁਹਾਡੇ ਹਰ ਇੱਕ ਫੈਸਲੇ ਤੇ ਲੋਕਾਂ ਦੀ ਨਿਗਾਹ ਰਹਿਣੀ ਹੈ, ਠੀਕ ਆ। ਤੁਸੀਂ ਇਹ ਬੜੀ ਕਲੀਅਰ ਗੱਲ ਆ। ਦੇਖੋ, ਮੈਂ ਇੱਕ ਸਿੰਪਲ ਜੀ ਗੱਲ, ਅਸੀਂ ਜਿਹੜੇ ਇਹਨਾਂ ਦੇ ਸਲਾਹਕਾਰ ਆ, ਠੀਕ ਆ, ਉਹ ਬਹੁਤ ਸਿਆਣੇ ਆ, ਅਸੀਂ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ। ਪਰ ਇੱਕ ਗੱਲ ਯਾਦ ਰੱਖਿਓ, ਹੁਣ ਜਿਹੜਾ ਸਮਾਂ ਚੱਲ ਰਿਹਾ 2022, ਤੁਸੀਂ ਇਹ ਸਮਝ ਲਓ ਕਿ ਤੁਸੀਂ ਸੱਤਾ 'ਚ ਜਿਹੜਾ ਆਏ ਹੋ ਨਾ, ਤੁਸੀਂ ਪ੍ਰਤੀਕਾਂ ਦੀ ਰਾਜਨੀਤੀ ਨਾਲ ਸੱਤਾ 'ਚ ਆਏ ਹੋ। ਪ੍ਰਤੀਕਾਂ ਦੀ ਰਾਜਨੀਤੀ ਦਾ ਮਤਲਬ ਹੁੰਦਾ ਕਿ ਤੁਸੀਂ ਕੁਝ ਸਿੰਬਲ ਦਿਖਾਏ, ਉਹਦੇ ਦਮ ਤੇ ਸੱਤਾ 'ਚ ਆਏ ਹੋ। ਤੁਸੀਂ ਕੀ ਪ੍ਰਤੀਕ ਦਿੱਤਾ ਸਾਨੂੰ? ਦਿੱਲੀ ਮਾਡਲ। ਮੈਨੂੰ ਨਹੀਂ ਲੱਗਦਾ ਕਿ 99% ਜਾਂ 95% ਪੰਜਾਬੀਆਂ ਨੇ ਦਿੱਲੀ ਮਾਡਲ ਦੇਖਿਆ ਹੈ। ਤੁਸੀਂ ਸਾਨੂੰ ਦੱਸਿਆ, ਅਸੀਂ ਯਕੀਨ ਕਰ ਲਿਆ, ਇੱਕ ਪ੍ਰਤੀਕ ਸੀ ਉਹ, ਅਸੀਂ ਉਸ ਪ੍ਰਤੀਕ ਤੇ ਯਕੀਨ ਕਰਕੇ ਤੁਹਾਨੂੰ 60, 70, 80% ਸੀਟਾਂ ਵੀ ਦੇਤੀਆਂ, 70, 75% ਸੀਟਾਂ ਅਸੀਂ ਤੁਹਾਨੂੰ ਦੇਤੀਆਂ ਪ੍ਰਤੀਕ ਤੇ ਯਕੀਨ ਕਰਕੇ। ਤੁਸੀਂ ਸਾਨੂੰ ਉਹਦੇ ਪ੍ਰਤੀਕ 'ਚ ਪਹਿਲਾ ਪ੍ਰਤੀਕ ਕੀ ਦਿੱਤਾ ਕਿ ਉਧਰ ਨੂੰ ਜਾ ਰਹੀਆਂ ਸਰਕਾਰੀ ਬੱਸਾਂ ਤੁਹਾਡੀ ਰੈਲੀ ਤੇ। ਤੁਸੀਂ ਲੱਖ ਜਸਟੀਫਿਕੇਸ਼ਨ ਦਿਓ ਕਿ ਉਹ ਬੱਸਾਂ ਕਾਨੂੰਨੀ ਤੌਰ ਤੇ ਅਸੀਂ ਲਈਆਂ। ਮੈਂ ਵਾਰ-ਵਾਰ ਕਹਿ ਰਿਹਾ ਕਿ ਜੇ ਅਸੀਂ ਇਹ ਕਹੀਏ, ਪੁਰਾਣੀਆਂ ਸਰਕਾਰਾਂ ਜਿਨ੍ਹਾਂ ਨੂੰ ਅਸੀਂ ਪਲਟਤਾ ਤੁਹਾਡੇ ਕਰਕੇ, ਉਹਨਾਂ ਸਰਕਾਰਾਂ ਦੇ ਜਿੰਨੇ ਵੀ ਮੰਤਰੀ ਰਹੇ ਆ, ਜਿੰਨੇ ਵੀ MLA ਰਹੇ ਆ, ਉਹਨਾਂ ਸਾਰਿਆਂ ਦੇ ਖਿਲਾਫ ਜਾਂਚ ਕਰ ਲਓ, ਸਾਰੇ ਸਾਫ਼ ਮਿਲਣਗੇ ਤੁਹਾਨੂੰ। ਕਿਉਂਕਿ ਜਿਹੜਾ ਬੰਦਾ ਕਰਪਸ਼ਨ ਵੀ ਕਰਦਾ ਹੈ ਉਹ ਵੀ ਸਾਫ਼ ਸੁਥਰੇ ਤਰੀਕੇ ਨਾਲ ਕਰਦਾ ਹੈ, ਕਾਨੂੰਨੀ ਤੌਰ ਤੇ ਕੋਈ ਵੀ ਨਹੀਂ ਫਸਦਾ। ਜਿੰਨੇ ਵੀ ਕੰਮ ਸਾਰੇ ਕਰਦੇ ਆ ਕਾਨੂੰਨੀ ਤੌਰ ਤੇ ਕਰਦੇ ਆ। ਫਿਰ ਤੁਹਾਡੀ ਇੰਟੈਂਸ਼ਨ ਚੰਗੀ ਆ ਚਾਹੇ ਮਾੜੀ ਆ, ਮੈਟਰ ਨਹੀਂ ਕਰਦਾ। ਮੈਟਰ ਕਰਦਾ ਜਿਹੜੀ ਚੀਜ਼ ਤੁਸੀਂ ਪ੍ਰਤੀਕ ਵਰਤੀ ਆ।
ਸਾਨੂੰ ਇਸ ਚੀਜ਼ 'ਚੋਂ ਇਹ ਲੱਗਾ ਐਜ਼ ਇੱਕ ਪ੍ਰਤੀਕ ਦੇ ਤੌਰ ਤੇ ਇਹ ਲੱਗਿਆ ਕਿ ਸਰਕਾਰੀ ਬੱਸਾਂ ਆਪਣੇ ਪ੍ਰਾਈਵੇਟ ਕੰਮ ਵਾਸਤੇ ਵਰਤੀਆਂ ਗਈਆਂ। ਸੋ ਇਹ ਤਾਂ ਲੋਕਾਂ ਮੈਨੂੰ ਸਮਝ ਆ ਸਕਦੀ ਹੈ, ਮੈਂ ਉਹ ਨੋਟੀਫਿਕੇਸ਼ਨ ਪੜ੍ਹ ਸਕਦਾ ਹੋਊਗਾ, ਮੈਂ ਸਮਝ ਸਕਦਾ ਹੋਊਗਾ, ਬਟ ਉਹਨਾਂ ਨੂੰ ਕਿਵੇਂ ਸਮਝਾਵਾਂਗੇ ਆਪਾਂ ਜਿਨ੍ਹਾਂ ਨੂੰ ਪਿੰਡਾਂ 'ਚੋਂ ਅਗਲੀ ਵਾਰ ਆਪਾਂ ਵੋਟਾਂ ਲੈ ਕੇ ਆਉਣੀਆਂ। ਆਪਾਂ ਤੇ 2 ਸਾਲ ਬਾਅਦ ਜਾਂ 2.5 ਸਾਲ ਬਾਅਦ MP ਦੀਆਂ ਵੋਟਾਂ ਵੀ ਲੈ ਕੇ ਆਉਣੀਆਂ, ਫਿਰ ਉਹਨਾਂ ਨੂੰ ਕੀ ਸਮਝਾਵਾਂਗੇ। ਜੇ ਉਹ ਇੰਨੇ ਸਮਝਣ ਵਾਲੇ ਹੁੰਦੇ ਫਿਰ ਉਹ ਦਿੱਲੀ ਮਾਡਲ ਤੇ ਵੀ ਸਵਾਲ ਪੁੱਛ ਲੈਂਦੇ। ਉਹਨਾਂ ਨੇ ਸਵਾਲ ਨਹੀਂ ਪੁੱਛੇ, ਉਹਨਾਂ ਨੇ ਦੱਬਤੀ ਕਿੱਲੀ। ਠੀਕ ਆ, ਜਿਹੜੀ ਕਿੱਲੀ ਤੁਹਾਡੇ ਹੱਕ 'ਚ ਦੱਬੀ ਹੋਈ ਆ ਕਿਤੇ ਉਲਟ ਨਾ ਭੁਗਤ ਜੇ। ਹਜੇ ਤਾਂ ਬਹੁਤ ਟਾਈਮ ਪਿਆ ਹੈ ਤੇ ਤੁਹਾਡੇ ਕੋਲ ਇਹ ਤਾਂ ਕੁਛ ਵੀ ਨਹੀਂ ਸੀਗਾ, ਤੁਹਾਡੇ ਕੋਲ ਸਾਬਤ ਕਰਨ ਲਈ ਬਹੁਤ ਕੁਛ ਆ। ਰਿਕਰੂਟਮੈਂਟ ਪਾਲਿਸੀ ਆ ਤੁਹਾਡੇ ਕੋਲ, ਇੱਕ ਬਹੁਤ ਵਧੀਆ ਰਿਕਰੂਟਮੈਂਟ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਪਹਿਲੇ ਮਹੀਨੇ ਨੌਕਰੀਆਂ ਦੀ ਲਾਈਨ ਲਾ ਦਿਓ, ਕੋਈ ਚੱਕਰ ਨਹੀਂ ਸਾਨੂੰ। ਤੁਸੀਂ ਇੱਕ ਪ੍ਰੋਪਰ ਰਿਕਰੂਟਮੈਂਟ ਪਾਲਿਸੀ ਬਣਾਓ, ਤੁਸੀਂ ਟਾਈਮ ਟੇਬਲ ਬਣਾਓ, ਸਭ ਕੁਝ ਸੈੱਟ ਕਰੋ। ਚੰਗੇ ਅਫਸਰ ਜਿਹੜੇ ਕਿ ਪੇਪਰਾਂ ਨੂੰ ਲੈਣ ਦਾ ਤਜਰਬਾ ਰੱਖਦੇ ਆ ਉਹਨਾਂ ਦੀ ਭਰਤੀ ਕਰੋ, ਉਹਨਾਂ ਦੀ ਡਿਊਟੀ ਲਾਓ ਕਿ ਕਿਵੇਂ UPSC ਵੀ ਤਾਂ ਕੇਂਦਰ ਦੇ ਪੇਪਰ ਲੈਂਦੀ ਆ। SSC ਮੰਨਿਆ ਕਿ SSC ਦੇ ਥੋੜੇ ਜਿਹੇ ਐਕਸਪੀਰੀਅੰਸ ਮਾੜੇ ਆ, ਪਰ ਉਹਨਾਂ ਦੇ ਚੰਗੇ ਤਜਰਬਿਆਂ ਤੋਂ ਬਹੁਤ ਕੁਝ ਸਿੱਖੋ। ਕੈਲੰਡਰ ਕੀ ਹੁੰਦਾ ਹੈ, ਕਿਵੇਂ ਕੈਲੰਡਰ ਬਣਾਇਆ ਜਾ ਸਕਦਾ ਹੈ, ਉਸ ਕੈਲੰਡਰ ਨੂੰ ਕਿਵੇਂ ਇੰਪਲੀਮੈਂਟ ਕੀਤਾ ਜਾ ਸਕਦਾ ਹੈ, ਕਿਵੇਂ ਉਹ ਅਫਸਰ ਅਪੁਆਇੰਟ ਕਰੋ ਜਿਹੜੇ ਭਰਤੀ ਸ਼ੁਰੂ ਕਰਨ ਤੋਂ ਪਹਿਲਾਂ, ਨੋਟੀਫਿਕੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਡਿਪਾਰਟਮੈਂਟ ਦੇ ਸਾਰੇ ਰੂਲ ਪੜ੍ਹਨ ਤੇ ਰੂਲ ਪੜ੍ਹ ਕੇ ਨੋਟੀਫਿਕੇਸ਼ਨ ਬਣਾਉਣ ਕਿ ਕੱਲ ਨੂੰ ਉਸ ਨੋਟੀਫਿਕੇਸ਼ਨ ਨੂੰ ਕੋਈ ਕੋਰਟ 'ਚ ਚੈਲੰਜ ਨਾ ਕਰ ਸਕੇ। ਪੇਪਰ ਇਹੋ ਜਿਹੀਆਂ ਸੰਸਥਾਵਾਂ ਤੋਂ, ਤੁਸੀਂ TCS ਵਰਗੀ ਕੰਪਨੀ ਤੋਂ ਜੇ ਪੇਪਰ ਲਵਾਓਗੇ ਜਿਹੜੇ ਕਿ ਆਨਲਾਈਨ ਪੇਪਰ ਆ, ਓਏ ਜਿਹੜੀ EVM ਤੇ ਅੱਜ ਤੱਕ ਆਰੋਪ ਲੱਗਦੇ ਰਹੇ ਕਿ ਉਹ ਕਰਪਸ਼ਨ ਕਰ ਦਿੰਦੀ ਆ, ਉਹ ਵੀ ਉਦੋਂ ਜਦੋਂ ਚ ਕੁਝ ਵੀ ਆਨਲਾਈਨ ਨਹੀਂ ਹੁੰਦਾ। ਓਏ ਇਹ ਤਾਂ ਮੰਨ ਕੇ ਚੱਲੋ ਕਿ ਕੰਪਿਊਟਰ ਬੇਸਡ ਪੇਪਰ 'ਚ ਨੈਟਵਰਕਿੰਗ ਤਾਂ ਹੁੰਦੀ ਆ। ਜਿੱਥੇ ਨੈਟਵਰਕਿੰਗ ਹੋਊਗੀ ਉੱਥੇ ਨੈਟ ਹੋਊਗਾ, ਜਿੱਥੇ ਨੈਟ ਹੋਊਗਾ ਉੱਥੇ ਉਸ ਨੈਟ 'ਚ ਜਦੋਂ ਮਰਜ਼ੀ ਘੁਸਪੈਠ ਕਰ ਸਕੋ। ਪੰਜਾਬ ਦੇ ਪੇਪਰਾਂ ਦਾ ਇੱਕ ਐਕਸਪੀਰੀਅੰਸ ਰਿਹਾ ਹੈ ਕਿ ਆਫਲਾਈਨ ਪੇਪਰ ਪੰਜਾਬ 'ਚ 19-21 ਦੀ ਨਕਲ ਕਰਕੇ ਥੋੜਾ ਬਹੁਤਾ ਫਰਕ ਪੈ ਜਾਂਦਾ, ਕਦੀ ਲੀਕ ਨਹੀਂ ਹੋਏ। ਤੁਸੀਂ ਉਸੇ ਤਜਰਬੇ ਨੂੰ ਬਣਾਈ ਰੱਖੋ, ਕਿਸੇ ਚੰਗੀ ਰੈਪਿਊਟਡ ਆਫਲਾਈਨ ਪੇਪਰ ਕੰਡਕਟ ਕਰਨ ਵਾਲੀ ਸੰਸਥਾ ਤੋਂ ਪੇਪਰ ਕੰਡਕਟ ਕਰਾਓ। ਪੇਪਰ ਐਵੇਂ ਕੰਡਕਟ ਕਰਾਓ ਜਿਵੇਂ ਥਾਪਰ ਕਰਾਉਂਦਾ, ਕਿ ਤੁਹਾਨੂੰ ਪਤਾ ਹੋਵੇ ਕਿ ਪੇਪਰ ਕਿੱਦਣ ਹੋਣਾ, ਕਿੱਦਣ ਉਹਦਾ ਰਿਜ਼ਲਟ ਆਉਣਾ। ਭਾਵੇਂ ਰਿਜ਼ਲਟ ਮਹੀਨਾ 2 ਮਹੀਨੇ ਲੇਟ ਕੱਢਣ, ਪਰ ਸਾਨੂੰ ਤਰੀਕ ਪਤਾ ਹੋਵੇ ਕਿ ਰਿਜ਼ਲਟ ਆਉਣਾ ਹੈ। ਸਾਨੂੰ ਇੱਕੋ ਵਾਰ 'ਚ 8000 ਨੌਕਰੀ ਨਹੀਂ ਚਾਹੀਦੀ ਕਾਂਸਟੇਬਲ ਦੀ, ਤੁਸੀਂ ਉਹਨੂੰ 5 ਸਾਲਾਂ 'ਚ 1600 ਕਰੋ। ਸਾਨੂੰ ਲੱਗਦਾ ਰਵੇ ਕਿ ਪੇਪਰ ਹੋ ਰਹੇ ਆ, ਸਾਨੂੰ ਲੱਗਦਾ ਰਵੇ ਕਿ ਸਾਰੇ ਮਹਿਕਮਿਆਂ ਦੇ ਪੇਪਰ ਭਾਵੇਂ 150, 200, 250 ਪੋਸਟਾਂ ਆ ਰਹੀਆਂ ਕਿ ਇਸ ਵਾਰ ਪੇਪਰ 'ਚ ਵਧੀਆ ਪਰਫਾਰਮ ਨਹੀਂ ਹੋ ਰਿਹਾ, ਕੋਈ ਨਹੀਂ, ਕੈਲੰਡਰ 'ਚ ਅਗਲਾ ਪੇਪਰ 16 ਨਵੰਬਰ ਦਾ ਹੈ। ਮੈਂ ਬੀਇੰਗ ਐਸਪੀਰੈਂਟ ਇਹ ਵੀ ਸਬਰ ਕਰ ਲੂੰਗਾ ਕਿ ਪੇਪਰ 19 ਨਵੰਬਰ ਨੂੰ ਹੋਣਾ ਹੈ, ਪਰ ਉਹ ਪੇਪਰ 19 ਨਵੰਬਰ ਨੂੰ ਹੋਣਾ ਚਾਹੀਦਾ, ਬੇਸ਼ੱਕ ਉਹ ਪੇਪਰ ਅੱਜ ਤੋਂ 7 ਮਹੀਨੇ ਲੇਟ ਕਿਉਂ ਨਹੀਂਗਾ। ਕੈਲੰਡਰ ਬਣਾਓ ਪ੍ਰੋਪਰ। ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੀ ਪ੍ਰਾਈਵੇਟ ਬੰਦਿਆਂ ਦੀ, ਘੱਟੋ ਘੱਟ ਤੁਹਾਡੇ ਕੋਲ ਬੜੇ ਇਹੋ ਜਿਹੇ ਅਫਸਰ ਨੇ, ਬੜੇ ਤਗੜੇ ਮਾਹਰ ਨੇ ਜਿਹੜੇ ਤੁਹਾਨੂੰ ਬੜੀ ਚੰਗੀ ਸਲਾਹ ਦੇ ਸਕਦੇ ਆ ਹਰ ਮਾਮਲੇ 'ਚ। ਉਹਨਾਂ ਦੀ ਸਲਾਹ ਲਓ, ਉਹਨਾਂ ਦੀ ਸਲਾਹ ਨਾਲ ਪੂਰਾ ਸੈਟਅਪ ਤਿਆਰ ਕਰੋ, ਰਿਕਰੂਟਮੈਂਟ ਦੀ ਇੱਕ ਪਾਲਿਸੀ ਬਣਾਓ ਤੇ ਚੰਨੀ ਸਾਹਿਬ ਨੂੰ ਪੁੱਛ ਲਓ ਜਿਨ੍ਹਾਂ ਨੂੰ ਐਂ ਲੱਗਦਾ ਸੀ ਕਿ ਇਹ ਪੇਪਰ ਉੱਪਰ ਛੱਡੋ ਸਾਈਡ ਤੇ, ਵੋਟ ਬੈਂਕ ਦੀ ਪੋਲਿਟਿਕਸ ਕਰੋ, ਦਲਿਤ ਦੀ ਇਕੁਏਸ਼ਨ ਬਣਾਓ, ਸਿੱਖਾਂ ਦੀ ਇਕੁਏਸ਼ਨ ਬਣਾਓ, ਕਾਸਟ ਦੀ ਇਕੁਏਸ਼ਨ ਬਣਾਓ। ਆਹ ਦੇਖ ਲਓ ਕੀ ਬਣਿਆ। ਅਸੀਂ ਤਾਂ ਇਹੀ ਸਲਾਹ ਦੇ ਰਹੇ ਹਾਂ ਕਿ ਇਹ ਸਾਇਲੈਂਟ ਵੋਟਰ ਆ, ਇਹ ਤੁਹਾਡੇ ਹੱਕ 'ਚ ਭੁਗਤਿਆ ਹੈ। ਠੀਕ ਆ, ਇਹ ਉਹੀ ਸਾਇਲੈਂਟ ਵੋਟਰ ਆ ਬੇਰੁਜ਼ਗਾਰ, ਜਿੰਨੇ ਆਪਣੇ ਘਰਦਿਆਂ ਨੂੰ ਕਹਿਤਾ ਸੀਗਾ ਕਿ ਇਹਨਾਂ ਨੇ ਕੁਝ ਨਹੀਂ ਦਿੱਤਾ ਸਾਨੂੰ। ਠੀਕ ਆ, ਤੇ ਘਰ ਦੇ ਉਹ ਜਵਾਕ ਦੀ ਸ਼ਕਲ ਦੇਖ ਕੇ ਹੀ ਇਹ ਸਹੁੰ ਖਾ ਗਏ ਹੋਣਗੇ ਕਿ ਜੋ ਮਰਜ਼ੀ ਹੋ ਜੇ ਕਾਂਗਰਸ ਨੂੰ ਵੋਟ ਨਹੀਂ ਪਾਉਣੀ। ਤਾਂ ਬਹੁਤ ਜਗ੍ਹਾ ਤੋਂ ਤਾਂ ਨੁਕਸਾਨ ਪਾਰਟੀ ਦਾ ਐਵੇਂ ਹੋਇਆ। ਅਕਾਲੀ ਦਲ ਤਾਂ ਆਪਣੇ ਆਪ ਨੂੰ ਰਿਵਾਈਵ ਹੀ ਨਹੀਂ ਕਰ ਸਕਿਆ ਪਿਛਲੇ 5 ਸਾਲਾਂ 'ਚ, ਬਹੁਤ ਘੱਟ। ਉਹ ਕਾਂਗਰਸ ਤਾਂ 80 ਸੀਟਾਂ ਤੋਂ 17 ਤੇ ਗਈ ਆ। ਇਹ 6 ਮਹੀਨੇ ਪਹਿਲਾਂ ਸਰਵੇ 'ਚ 80 ਸੀਟਾਂ ਜਿੱਤ ਰਹੀ ਸੀ ਪਾਰਟੀ। ਅਕਾਲੀ ਦਲ ਦਾ ਨੁਕਸਾਨ ਥੋੜਾ ਬਹੁਤਾ ਹੋਇਆ ਹੈ, ਅਕਾਲੀ ਦਲ ਤਾਂ ਰਿਵਾਈਵ ਹੀ ਨਹੀਂ ਕਰ ਸਕਿਆ, ਤਾਂ ਹਾਰ ਗਿਆ। ਉਹ ਕਾਂਗਰਸ ਨੇ ਤਾਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਰਾਈ ਆ ਇਹਨਾਂ ਸਾਰੇ ਕੰਮਾਂ ਕਰਕੇ। ਸੋ ਉਮੀਦ ਕਰਦੇ ਆ ਕਿ 2 ਸਾਲ 2.5 ਸਾਲ ਬਾਅਦ ਜਦੋਂ ਦੁਬਾਰਾ ਚੋਣਾਂ ਹੋਣਗੀਆਂ, ਲੋਕ ਤੁਹਾਨੂੰ ਫਿਰ 13 ਚੋਂ 13 ਸੀਟਾਂ ਜਿਤਾਉਣਗੇ। ਠੀਕ ਆ, ਤੇ ਬਸ ਉਹ ਇਸੇ ਕਰਕੇ ਹੀ ਆ। ਤਾਂ ਅਸੀਂ ਵੀ ਬੈਸਟ ਆਫ ਲੱਕ ਤੁਹਾਨੂੰ ਮੁੱਖ ਮੰਤਰੀ ਬਣਨ ਵਾਸਤੇ, ਤੇ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਹ ਲੈਕਚਰ ਸੁਣਿਆ। ਤੁਸੀਂ ਸਾਡੇ ਨਾਲ ਕਿਸੇ ਵੀ ਤਰੀਕੇ ਨਾਲ ਸਾਡੇ ਕੋਰਸਿਸ ਲਈ ਜੁੜਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਸਾਡੀ ਐਪ ਆ, ਉੱਥੇ ਅਸੀਂ PPSC ਦਾ ਮਾਸਟਰ ਕੈਡਰ ਦੇ ਕੋਰਸਿਸ ਸ਼ੁਰੂ ਕਰ ਚੁੱਕੇ ਆ। ਤੁਸੀਂ ਸਾਡੇ ਨੰਬਰ ਤੇ ਜਿਹੜਾ ਕਿ ਤੇ ਸਕਰੀਨ ਤੇ ਰਿਫਲੈਕਟ ਹੋ ਰਿਹਾ ਹੈ, ਠੀਕ ਆ, ਜਾਂ ਡਿਸਕ੍ਰਿਪਸ਼ਨ ਬਾਕਸ 'ਚ ਵੀ ਹੈਗਾ ਹੈ, ਤੁਸੀਂ ਉੱਥੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।